ਉਹਨਾਂ ਤੇਰੀ ਭੈਣ ਨੂੰ ਲੁੱਲ ਪਾਵਾਂ ਮੈਂ। ਉਹ ਯਾਰ ਨਾ ਗਾਲਾਂ ਕੱਢੋ। ਕੁੱਤੀ ਮਾਂ ਦੇ ਆ ਬੱਚਿਆ, ਤੇ ਤੇਰੀ ਮਾਂ ਨੂੰ 9 ਇੰਚ ਦਾ ਚਾੜਾ ਦੇ ਨਾਲ ਤੇਰੀ ਬਾਜੀ ਨੂੰ ਵੀ ਚਾੜਾ। ਚੈੱਕ ਕਰਕੇ ਵੇਖ ਲਈ। ਆਪਣੀ ਬਾਟੀ ਤੁਸੀਂ ਬਹਾਤੀ ਦੇ ਖੁਦੀ ਜਾਵੇ ਆ ਨੇ ਤੋਂ ਜੀ ਧੁੱਪ ਬਣਦਾ ਆਪਣੇ ਜੱਟ ਸਾਹਿਬ। ਆਪਣਾ ਡੌਲਾ ਇੱਕ ਚੈੱਕ ਕਰਾ ਦਿਓ ਇਹਨੂੰ ਤੇ ਆਪੇ ਪਤਾ ਲੱਗ ਜਾਣਾ। ਤੁਹਾਡੇ ਡੌਲੇ ਵੇਖ ਕੇ ਦੀ ਭੈਣ ਨੇ ਤੁਹਾਡੇ ਤੇ ਆਸ਼ਕ ਹੋ ਜਾਣਾ। ਭੈਣ ਦੀ ਝੋਲੀ ਭਰਾਵਾ ਕੁੱਤਾ। ਤਾਂ ਭੈਣ ਚੋਦ ਹਰਾਮਜ਼ਾਦੇ ਆ ਜਾਂਦੇ ਨੇ। ਨਹੀਂ ਮਤਲਬ ਬਰਾੜ ਇਹਨੂੰ ਲੋਕੀ ਬਣਾ ਕੇ ਦੇਣ ਵਾਲੇ ਲਵਾਉਣ ਵਾਲੇ ਇਹ ਆਪਣੇ ਆਮਦੀਆਂ ਨੂੰ ਇਹ ਪੈ ਗਿਆ। ਫਰਕਾਨ ਵੱਡਾ ਬਣਿਆ ਫਿਰਦਾ। ਇੱਕ ਦਿਨ ਅਮੀਰ ਸਾਹਿਬ ਆ ਗਏ ਨੇ ਤੇ ਇਹਦੀ ਅਕਾਤੋਂ ਹੀ ਭੁੱਲ ਗਿਆ ਆਪਣੀ। ਅਮੀਰ ਆਏ ਜਿਹੜਾ ਮਰਜ਼ੀ ਆਏ, ਸਾਨੂੰ ਕੀ ਹੈ ਕਿਸੇ ਦਾ। ਸਾਡੇ ਤੇ ਗੱਲ ਕਰੇਗਾ ਤੇ ਫਿਰ ਇੱਥੇ ਲੱਗੇਗੀ ਬਿਲਕੁਲ। ਸਾਨੂੰ ਕਿਉਂ ਗੱਲ ਕਰੇ? ਜੱਟ ਜਿਹੜਾ ਮਰਜ਼ੀ ਆ ਕੇ ਬੋਲੇ ਤੇ ਚੜਨਾ ਹੀ ਪੈਣਾ ਹੀ ਹੁਣ ਜੱਟ। ਨਹੀਂ ਇਹਨੂੰ ਮਿਊਟ ਕਰ ਯਾਰ ਆਪਣਾ ਤਾਹਰ, ਪੱਕਾ ਮਿਊਟ ਕਰ ਇਹਨੂੰ। ਇਹ ਨਾ ਫਿਰ ਤੂੰ ਕੱਲ ਨੂੰ ਪਤਾ ਕੀ ਆਖਣਾ, ਮੇਰੀ ਬਰਾੜ ਦੇ ਉੱਤੇ ਗਾਲਾਂ ਨਿਕਲਦੀਆਂ ਨੇ ਪਈਆਂ ਤੇ ਮੈਂ ਜਦੋਂ ਦਾ ਵੀ ਬਰਾੜ ਤੇ ਤੇਰੀ ਦੀ ਆਉਣਾ ਉਦੋਂ ਹੀ ਮੇਰੇ ਕੋਲ ਮੂੰਹ ਦੇ ਵਿੱਚੋਂ ਗੰਦ ਨਿਕਲਦਾ, ਕਿਉਂਕਿ ਕੁੱਤੇ ਧੁਮਾਏ ਹੁੰਦੇ ਨੇ। ਨਹੀਂ ਚਲੋ ਤੁਸੀਂ ਵੀ ਸਾਡੇ ਤੇ ਲਾ ਲਓ ਮਾੜੇ ਬੰਦੇ ਤੇ। ਤੈਨੂੰ ਪੱਕਾ ਬਲਾਕ ਕਰਨੇ ਆ ਤੇ ਅੱਗੋਂ ਤਾਂ ਤੇਰੇ ਹਾਲ ਨਹੀਂ ਮੂੰਹ ਕਰਾਂਗੇ। ਮਾੜੇ ਬੰਦੇ ਨਾ ਕੁੱਤੇ ਦੇ ਬੱਚਿਆਂ ਕੋ ਮੇਰੇ ਤੇ ਲਾ ਲਓ ਜਾ ਕੇ। ਉਹ ਪਰ ਮੈਂ ਕਿਉਂ ਲਾਵਾਂ, ਮੈਂ ਪਾਗਲ ਆ। ਮੈਂ ਤੁਹਾਨੂੰ ਕਹਿਣ ਡਿਆ ਗਾਲਾਂ ਕੱਢੋ ਲੋਕਾਂ ਨੂੰ, ਤੁਸੀਂ ਤੇ ਆਪ ਹੀ ਕੱਢਣ ਡੇ। ਦੀ ਫੁੱਦੀ ਆ ਨਾ ਥੱਲੇ ਮੈਸੇਜ ਲਿਖਿਆ ਉੱਤੇ ਗੱਲਾਂ ਕਰੇ ਤਾਂ ਤੈਨੂੰ ਮੈਂ ਗਾਲਾਂ ਨਹੀਂ ਕੱਢਦੀਆਂ ਹਰਾਮਜ਼ਾਦੇ ਨੂੰ। ਕਿੰਨੇ ਲਿਖਿਆ ਮੈਸੇਜ? ਆ ਵੇਖ ਥੱਲੇ ਪੜਾਂ ਕੀ ਭੈਣ ਜਵਾਨ ਡਿਆ। ਮੀਰ ਨੇ ਲਿਖਿਆ? ਕਿੰਨੇ ਲਿਖਿਆ? ਆ ਤੇ ਹੋਰ ਕੌਣ ਮਾਂ ਜਵਾਨ ਡਿਆ? ਤੇ ਉਹਨੂੰ ਅਸੀਂ ਮਿਊਟ ਕਰ ਦਿੰਨੇ ਆ। ਤੁਸੀਂ ਗੁੱਸੇ 'ਚ ਕਿਉਂ ਹੁੰਦੇ ਜੇ? ਹੋਰ ਤੈਨੂੰ ਤਾਂ ਕੁਛ ਨਹੀਂ ਆਖਣ ਡਿਆ ਮੈਂ। ਅਸੀਂ ਉਹਨੂੰ ਮਿਊਟ ਕਰਤਾ ਉਹਦੇ ਮੈਸੇਜ। ਮੇਰੇ ਆਪਣੇ ਮਾਮਲਾ ਸਿੱਧੇ ਨਹੀਂ ਹੋਣ ਦੇ। ਤੁਸੀਂ ਜੱਟ ਸਾਹਿਬ ਆਪਣਾ ਹੀ ਮਾਮਲਾ ਖੋਲ ਕੇ ਬਹਿ ਗਏ ਜੇ। ਹਰ ਬੰਦੇ ਨੂੰ ਮੇਰੀ ਬਰਾੜ ਲੱਭਦੀ ਆਪਣੇ ਮਾਮਲਾ ਹੱਲ ਕਰਨ ਦੀ। ਇੱਕ ਯੂਸਫੀ ਆਇਆ ਰੋਜ਼ ਇਹਨੇ ਮੇਰਾ ਪੋਸਟਰ ਟੰਗਿਆ ਹੁੰਦਾ, ਇਹਨੂੰ ਹਰੇ ਆਪਣੀ ਭੈਣ ਲਈ ਰਿਸ਼ਤਾ ਚਾਹੀਦਾ ਮੇਰੇ ਕੋਲ। ਮੈਂ ਇਹਨੂੰ ਪਸੰਦ ਆ ਗਿਆ, ਇਹਦੀ ਭੈਣ ਲਈ ਰਿਸ਼ਤਾ ਇਹਨੂੰ ਚਾਹੀਦਾ। ਚੌਧਰੀ ਅਮਜਦ ਸਾਹਿਬ ਨੇ ਇਹ ਆ ਜਾਂਦੇ ਨੇ, ਇਹ ਉੱਥੇ ਜਰੀਉਲਰ ਦੀ ਬਰਾੜ 'ਤੇ ਬਹਿ ਕੇ ਮੈਨੂੰ ਗਾਲਾਂ ਕੱਢਦੇ ਰਹਿੰਦੇ ਨੇ। ਇੱਥੇ ਮੇਰੀ ਬਰਾੜ 'ਤੇ ਰਿਕੁਐਸਟ ਪਾ ਕੇ ਬਹਿ ਜਾਂਦੇ ਨੇ। ਉਹ ਭਾਈ ਮੈਂ ਸਾਰਿਆਂ ਤੋਂ ਤੰਗ ਆ ਗਿਆ। ਇੱਕ ਰਿਹਾਨ ਕਾਜ਼ਮੀ ਆ ਗਿਆ, ਇਹਨੇ ਹਰਿਆ ਭੈਣ ਦਾ ਰਿਸ਼ਤਾ ਦੇਣਾ ਮੈਨੂੰ, ਕਿ ਇੱਥੇ ਕਾਲਾਂ ਪਾ ਕੇ ਬੈਠਾ ਰਹਿੰਦਾ। ਇਹ ਜਾ ਕੇ ਮਲਕ ਤਲਤ ਕੋ ਬਿਆਹ ਕਰੋ। ਇਹ ਸਾਰਿਆਂ ਨੂੰ ਉਹਨੇ ਭੇਜਿਆ ਵਾ, ਤੁਹਾਡੀ ਮਿਹਰਬਾਨੀ ਤੁਸੀਂ ਇਹ ਲਾ ਛੜੋ। ਸਾਰਿਆਂ ਨੂੰ ਭੇਜਿਆ, ਤੁਸੀਂ ਕਹਿੰਦੇ ਆਪਣੇ ਲਾ ਕੇ ਛੱਡੋ। ਮੈਨੂੰ ਮੈਸੇਜ ਕਰੇਗਾ ਮੈਂ ਐਵੇਂ ਲਾ ਦਾਂ? ਤੇ ਉਹਨੇ ਤੁਹਾਡਾ ਕੋਈ ਨਾਂ ਲਿਖਿਆ? ਉਹਨੇ ਤਾਂ ਸਿਰਫ ਪੈਗਾਮ ਦਿੱਤਾ ਨਾ ਕਿ ਇਨਬਾਕਸ ਵਿੱਚ ਮੈਸੇਜ ਕੀਤਾ, ਨਾ ਹੀ ਲਿਖਿਆ ਹੁੰਦਾ, ਹੋਰ ਕੀ ਲਿਖਿਆ ਹੁੰਦਾ? ਇਨਬਾਕਸ ਤੇ ਸਾਨੂੰ ਵੀ ਆਏ ਨੇ ਮੈਸੇਜ, ਅਸੀਂ ਕਿ ਬਰੋ ਮੈਨੂੰ ਕਰਨ ਦੀ ਜ਼ਰੂਰਤ ਨਹੀਂ ਨਾ ਉਹਨੂੰ। ਇਹਦੀ ਜ਼ਰੂਰਤ ਕਿਉਂ ਪਈ ਮੈਨੂੰ ਕਰੇ? ਮੇਲ ਤੂੰ ਜਿੰਨੇ ਮਰਜ਼ੀ ਫੁੱਲ ਮਾਰ, ਤੂੰ ਗਾਲਾਂ ਕੱਢ ਗਿਆ ਉਹਨੂੰ ਤੇ ਉਹਨੇ ਛੱਡਣਾ ਨਹੀਂ ਹੁਣ ਤੈਨੂੰ। ਉਹ ਯੂਸਫੀ ਕਹਿਣ ਡਿਆ ਵਾ, ਉਹ ਯੂਸਫੀ ਜਿਹੜਾ ਨਾ, ਯੂਸਫੀ ਵੀ ਥੱਲੇ ਆਪਣੀ ਅੰਮੀ ਦਾ ਰਿਸ਼ਤਾ ਮੰਗ ਰਿਹਾ ਵਾ। ਉਹਦੀ ਅੰਮੀ ਲਈ ਹੈ ਕੋਈ ਬੰਦਾ ਐਸਾ, ਕੋਈ ਰੰਡਵਾ ਰੰਡਵਾ ਹੋਵੇ? ਹੋਣਾ ਕੀ ਨਾ ਉਹਦਾ? ਅਮਨ ਨਜ਼ੀਰ ਇਹਨਾਂ ਦਾ ਪਿਓ ਹੀ ਆ। ਉਹ ਗੰਦੇ ਬੰਦੇ ਦਾ ਨਾਂ ਹਰ ਟਾਈਮ ਨਾ ਰੱਖਿਆ ਕਰੋ, ਬਰੋਡਾਂ ਤੋਂ ਦੂਰ ਰੱਖਿਆ ਕਰੋ ਇਹੋ ਜਿਹੇ ਬੰਦੇ ਨੂੰ। ਇਸ ਭੈਣ ਚੋਦ ਨੇ ਪਰਸੋਂ ਚੌਥ ਉੱਥੇ ਲਾ ਕੇ ਨਾ ਬਰੋਡ, ਉਹਦੇ ਤੇ ਤਸਵੀਰ ਪਹਿਲਾਂ ਇਹਨੇ ਠਵਾਲ ਸਾਹਿਬ ਦੀ ਟੰਗੀ, ਉਸ ਤੋਂ ਬਾਅਦ ਹੋਰ 2-3 ਦੀ ਟੰਗੀ ਵੀ ਤੂੰ ਭੈਣ ਦਾ ਰਿਸ਼ਤਾ ਦੇਣਾ ਜਿਹੜਾ ਤੂੰ ਤਸਵੀਰਾਂ ਟੰਗਦਾ ਹੈ ਠਵਾਲ ਸਾਹਿਬ। ਹਾਂਜੀ ਹਾਂਜੀ, ਇਹਨਾਂ ਨੂੰ ਜੈਨੂਅਨ ਫੋਟੋ ਘੱਲੋ। ਇਹਨਾਂ ਨੇ ਅੱਖ ਤੇ ਪੱਟੀ ਲਾਈ ਸੀ, ਉਹ ਕੀ ਸਹੀ ਸੀ ਜਾਂ ਫੇਕ ਸੀ? ਉਹ
ਉਹ ਨਹੀਂ, ਉਹ ਸਹੀ ਸੀ। ਇੱਕ ਵਾਰੀ ਇਹਦਾ ਤਾਂ ਆਪਰੇਸ਼ਨ ਹੋਇਆ ਸੀ ਤੇ ਉਦੋਂ ਨਾਲ ਹਸਪਤਾਲ ਵਿਆਹ ਕੇ ਕਾਲ ਕੀਤੀ ਹੈ ਜਨਵਰ ਮੈਂ ਤੇ ਇਹਨਾਂ ਹਰਾਮ ਦੇ ਦੇ ਥੱਲੇ ਬੈਠੇ ਸੀ ਤੇ ਡਏ ਸੀ। ਇਹਨਾਂ ਨੂੰ ਘਲਤੀ ਹੈ ਤੇ ਮੈਂ ਆਖਿਆ ਵੀ ਇਹ ਭੈਣ ਦਾ ਰਿਸ਼ਤਾ ਜਨਵਰ ਬੰਦੇ ਨਾਲ ਦੇ ਦਿਓ। ਮੈਂ ਘਲਤੀ ਹੈ ਜਨਵਰ ਨੂੰ ਖਿੱਚ ਕੇ। ਚੱਲ ਯੂਸਫੀ ਹੁਣ ਇਹਨਾਂ ਘਰ ਨੂੰ ਜਾਏਗਾ ਸ਼ਰਮ ਨਾ। ਹਜਾ ਹੀ ਕੋਈ ਨਹੀਂ। ਸਾਡਾ ਦਿਲ ਹੀ ਨਹੀਂ ਕਰਦਾ। ਹੁਣ ਯੂਸਫੀ ਕੱਲ ਕਿਸੇ ਨੇ ਦੱਸਿਆ ਕਿ ਇਹਦੀ ਮਾਂ ਕੋਈ ਨਹੀਂ ਹੈ। ਨਹੀਂ ਸਾਡਾ ਸ਼ਾਮ ਦਿਲ ਹੀ ਨਹੀਂ ਕਰਦਾ ਕਿ ਸ਼ਾਮ ਯਾਰ ਨੂੰ ਅਸੀਂ ਕੰਮ ਕਿਸੇ ਨੂੰ ਇਸ ਤੋਂ ਘਰ ਤਰ੍ਹਾਂ ਜਾਊਗਾ ਗੱਲ ਨਾ। ਕਰੀਏ, ਪਰ ਨਹੀਂ ਇਹਨਾਂ ਆਪ ਬੇਗੈਰਤਾਂ ਨੂੰ ਸ਼ਰਮ ਮੇਰੀ ਨਹੀਂ ਮਾਂ ਆਉਂਦੀ। ਕੋਈ ਨਹੀਂ ਤੇ ਅਸੀਂ ਤਾਂ ਉਦੋਂ ਦਾ ਬਲਕਿ ਇਹਦੀ ਇੱਜ਼ਤ ਕਰਨੇ ਆ। ਨਹੀਂ, ਇਹ ਸ਼ਾਮ ਨੂੰ ਕੰਮ ਤੋਂ ਘਰ ਜਾਊਗਾ ਨਾ ਤੇ ਇਹ ਫੋਟੋ ਤੁਸੀਂ ਖਿਲਾ ਦਿੱਤੀ ਆਪਣੀ ਭੈਣ ਨੂੰ, ਜਾ ਕੇ ਵਿਖਾ ਦੇਗਾ। ਤੇ ਜੇ ਉਹਨੇ ਹਾਂ ਕਰ ਦਿੱਤੀ ਸਵੇਰੇ ਜਦੋਂ ਕੰਮ ਤੇ ਜਾਣ ਲੱਗੂਗਾ ਤੇ ਤੁਹਾਨੂੰ ਦੱਸ ਦੂਗਾ। ਇਹ ਗੱਲ ਹੈ, ਸਮਝਿਆ ਕਰੋ। ਇਸ ਟਾਈਮ ਉਹ ਕੰਮ ਤੇ ਆ। ਸੁੱਤਾ ਉੱਠਿਆ ਸੰਗ ਜਾਵਾਂਗਾ ਦਫ਼ਤਰ ਦੇ ਵਿੱਚ, ਭੈਣ ਚ ਵੇਖਿਆ 1:30 ਹੋ ਗਿਆ ਸੀ। ਸੈਯਦ ਖਤਮੇ ਨਬੂਵਤ ਸ਼ਾਹ ਸਾਹਿਬ ਆਏ ਨੇ। ਸੈਯਦ ਖਤਮੇ ਨਬੂਵਤ ਸ਼ਾਹ ਸਾਹਿਬ, ਇਹ ਕਿਹੜਾ ਵਾ? ਜ਼ਫਰੁੱਲਾ ਸ਼ਾਹ ਸਾਹਿਬ। ਰਸੂਲਾ ਸ਼ਾਹ ਵੀ ਆਪਣੇ ਕੈਮਰੇ ਕਾਬੂ ਨਹੀਂ ਕਰਦਾ, ਇਦਾਂ ਹੀ ਤਸਵੀਰ ਲਾ ਲੈਂਦਾ ਹੁੰਦਾ ਵਾ। ਜਦੋਂ ਵੀ ਕੋਈ ਬਰੋਡ ਲਾਉਂਦੇ, ਕਮ ਸੇ ਕਮ ਘਰ ਬੈਠੇ ਆਪਣੀਆਂ ਬਰੋਡਾਂ ਜਿਹੜੀਆਂ ਉਹਨਾਂ ਦੇ ਅੱਗੇ ਪਿੱਛੇ ਕੈਮਰੇ ਲਾ ਦੇ, ਟੇਪਾਂ ਟੂਪਾਂ ਲਾ ਲਿਆ ਕਰੋ। ਇਹ ਬੁੱਤ ਸ਼ੀਕਾ ਨਹੀਂ ਕਹਿੰਦਾ ਸੀ ਕਿ ਲਾ ਦਵੋ ਤਸਵੀਰ। ਇਹ ਸ਼ਾਰਪ ਸ਼ੂਟਰ ਕਹਿੰਦਾ ਸੀ ਲਾ ਦਿਓ ਤਸਵੀਰ। ਹੁਣ ਕਿਉਂ ਇਹਨਾਂ ਦੇ ਅੰਦਰ ਹੋਉਂਦੇ ਆ ਵਾ? ਨਹੀਂ, ਇਹ ਤਸਵੀਰ ਉਦੋਂ ਸ਼ਾਹ ਸਾਹਿਬ ਘਰ ਬੈਠੇ ਸੀ ਤੇ ਇਹਨਾਂ ਦਾ ਕੈਮਰਾ ਜਿਹੜਾ ਸੀ ਓਪਨ ਸੀ, ਇਹਨਾਂ ਨੂੰ ਨਹੀਂ ਪਤਾ ਚੱਲਿਆ। ਸਾਰੀ ਗੱਲ ਹਰ ਬੰਦਾ ਰਿਕਾਰਡ ਕਰਦਾ ਹੁੰਦਾ ਵਾ। ਸਾਹਮਣੇ ਆ ਗਈ ਸੀ ਤੇ ਇਹਨਾਂ ਦੇ ਘਰਦਿਆਂ ਦੀ ਕਿਤੇ ਆ ਗਈ ਸਾਹਮਣੇ ਤਸਵੀਰ, ਥੱਲੇ ਅਸੀਂ ਬੈਠੇ ਤਾਂ ਸਾਡੇ ਕੋਲ ਵੈਸੇ ਅਸੀਂ ਰਿਕਾਰਡ ਕਰ ਰਹੇ ਸਾਂ। ਨਹੀਂ, ਉਹਦੀ ਸਮਾਣੀ ਵੀ ਸੁਣਿਆ ਵਿੱਚ। ਉਹ ਨਹੀਂ ਯਾਰ, ਆਖਰ ਉਹ ਵੀ ਕਿਸੇ ਦੀ ਭੈਣ ਨੇ, ਉਹ ਬੇਸ਼ੱਕ ਸਾਡੇ ਮੁਖਾਲਫ ਨੇ, ਲੇਕਿਨ ਫਿਰ ਵੀ ਇੱਜ਼ਤ ਸਾਡਾ ਫਰਜ਼ ਵਾ। ਮੈਂ ਇੱਥੋਂ ਬੰਦੇ ਇੱਕ ਨੂੰ ਮੈਸੇਜ ਕੀਤਾ, ਮੈਂ ਕਿਹਾ ਯਾਰ ਸ਼ਾਹ ਸਾਹਿਬ ਨੂੰ ਪੈਗਾਮ ਦੇ ਕਿ ਜਦੋਂ ਵੀ ਕੈਮਰਾ ਘਰ ਬਹਿ ਕੇ ਤੁਸੀਂ ਲਾਈਵ ਲਾਉਣੀ ਹੈ ਨਾ, ਆਪਣਾ ਕੈਮਰਾ ਜਿਹੜਾ ਉਹਨੂੰ ਕਲੋਜ਼ ਕਰਿਆ ਕਰੋ, ਅੱਗੇ ਪਿੱਛੇ ਟੇਪਾਂ ਲਾ ਲਿਆ ਕਰੋ। ਕਮ ਸੇ ਕਮ ਫੈਮਿਲੀ ਜਿਹੜੀ ਹੈ, ਕਿਉਂਕਿ ਸਾਡਾ ਤੇ ਨਹੀਂ, ਇਹ ਇਹਨਾਂ ਦੇ ਆਪਣੇ ਹੀ ਜਿਹੜੇ ਨੇ, ਇਹ ਵੀ ਅਸਲ 'ਚ ਕੁੱਤੇ ਨੇ। ਯਾਰ ਭੀਜਾ ਤੇ ਭੀਜਾ ਟੈਕਸੀ ਦਾ ਕੀ ਮਤਲਬ ਹੋਇਆ ਬਈ? ਭੀਜਾ ਤੇ ਬੰਦੇ ਦਾ ਨਾਮ ਹੁੰਦਾ ਹੈ, ਇਹਦੀ ਅੰਮਾ ਦਾ ਨਾਮ ਪਾਇਆ ਭੀਜਾ ਟੈਕਸੀ, ਇਹ ਕੀ ਸ਼ਾਇਦ? ਨਹੀਂ ਯਾਰ, ਉਹਦੀ ਮਾਂ ਕੋਈ ਨਹੀਂ, ਮੈਂ ਉਹਨੂੰ ਕੁਛ ਨਹੀਂ, ਉਹਨੂੰ ਮਾਂ ਦੀ ਗਾਲ ਨਹੀਂ ਮੈਂ ਕੱਢਣੀ। ਨਹੀਂ ਗਾਲ, ਇਹ ਕੋਈ ਗਾਲ ਤੇ ਨਹੀਂ ਹੈ, ਉਹ ਭੀਜਾ ਟੈਕਸੀ ਹੈ ਨਾ, ਉਹ ਇਹ ਉਹਨੂੰ ਕਹਿੰਦੇ ਨੇ। ਟੈਕਸੀਆਂ ਟੁਕਸੀਆਂ ਹੋਣ ਰੱਖੀਆਂ ਲਿਓ ਸਾਨੂੰ। ਅੱਛਾ, ਮੈਂ ਉਹਨਾਂ ਨੂੰ ਨਾ ਬੰਦੇ ਕੋ ਪੈਗਾਮ ਭੇਜਿਆ ਕਿ ਸ਼ਾਹ ਸਾਹਿਬ ਨੂੰ ਕਿਉਂਕਿ ਯਾਰ ਕੈਮਰਾ ਆਪਣਾ ਜਿਹੜਾ ਉਹਨੂੰ ਕਲੋਜ਼ ਰੱਖਿਆ ਕਰਨ, ਇਸ ਤਰ੍ਹਾਂ ਫੈਮਿਲੀ ਦੇ ਵਿੱਚ ਆ ਜਾਂਦੀ ਤਸਵੀਰ। ਇਹ ਬੁੱਤ ਸ਼ਿਕਨ ਨੂੰ ਉਹਨੇ ਕਿਤੇ ਕਿਹਾ, ਉਸ ਤੋਂ ਬਾਅਦ ਸ਼ਾਰਪ ਸ਼ੂਟਰ ਨੂੰ ਉਹਨੇ ਕਿਹਾ, ਇੱਕ ਬੰਦਾ ਹੋਰ, ਇਹਨਾਂ ਕੀ ਕਿਹਾ, ਉਹਨੂੰ ਕਿਹਾ ਜਾ ਤਸਵੀਰ ਲਾ ਦੇ। ਇਹ ਇਹਨਾਂ ਦੀ ਉਲਮਾ ਦੀ ਔਰ ਇਹਨਾਂ ਦੇ ਘਰਦਿਆਂ ਦੀ ਇੱਜ਼ਤ ਇਹ ਵਾ ਇਹਨਾਂ ਦੀ ਨਜ਼ਰ ਦੇ ਵਿੱਚ। ਤੇ ਸ਼ਾਰਪ ਸ਼ੂਟਰ ਦਾ ਮੇਰੇ ਜ਼ਿਹਨ 'ਚ ਨਹੀਂ ਹੈ, ਬਾਕੀ ਬੁੱਤ ਸ਼ਿਕਨ ਦਾ ਤੇ ਮੈਨੂੰ ਪੱਕਾ ਕਨਫਰਮ ਹੈ ਨਾ, ਮੈਂ ਉਹਦੀ ਬਰੋਡ ਦੇ ਥੱਲੋਂ ਦੀ ਗੁਜ਼ਰਿਆ ਵਾਂ। ਤੇ ਇਹ ਜਿਹੜਾ ਰਹੀਲ ਨਾਂ ਦੀ ਆਈਡੀ ਆਈ ਨਾ, ਬਲਾਕ ਮਾਰ ਦੋ, ਇਹ ਰਹੀਲ ਦੀ ਆਈਡੀ ਨਹੀਂ ਜੋ। ਇੱਕ ਹਰਾਮਜ਼ਾਦਾ ਪਠਾਨ ਆ, ਉਹ ਵਾ ਰਿਹਾਨ ਕਾਜ਼ਮੀ ਉਹਦਾ ਨਾਮ ਆ। ਤੇਰੀ ਨੂੰ ਵੀ ਆ ਜਾਏਗਾ, ਤੂੰ ਐਡੀ ਟੈਨਸ਼ਨ ਕਿਉਂ ਲੈ ਰਹੇ ਆ, ਤੇਰੀ ਨੂੰ ਵੀ ਆ ਜਾਏਗਾ। ਉਹ ਮੁਫਤੀ ਮੁਬਸ਼ਰ ਦੇਣ ਡਿਆ ਸੀ ਉਹ ਨਾ ਕੱਲ, ਨਹੀਂ ਤੇ ਤੈਨੂੰ ਸੁਣਾ ਦਈਏ, ਮੁਫਤੀ ਮੁਬਸ਼ਰ ਦੇਣ ਡਿਆ ਸੀ, ਕਹਿੰਦਾ ਸੀ 10-10 ਸਾਲ ਦੀ ਤੁਹਾਡੀ ਬਾਜੀ ਜਵਾਨ ਹੋ ਜੇ ਤੇ ਉਹਨੂੰ
ਕੀ ਸਿਖਾਓ? ਸੈਕਸ ਸਿਖਾਓ, ਨਹੀਂ ਤੇ ਕੋਈ ਮੌਲਵੀ ਸਿਖਾ ਦੇਗਾ। ਦੁਰ ਵਿੜੇ ਮੂੰਹ ਤੁਹਾਡੇ ਇਹੋ ਜਿਹੇ ਮੌਲਵੀਆਂ ਦੇ ਤੇ ਤੁਹਾਡੇ ਵੀ। ਕੱਢ ਕੱਢ ਗਾਲਾਂ, ਕੱਢ ਕੱਢ ਗਾਲਾਂ। ਹੋਰ ਲਿਖ ਥੱਲੇ। ਇਹਦਾ ਚ ਕਮ ਸੇ ਕਮ ਅਸੀਂ ਸਕਰੀਨਸ਼ਾਟ ਲੈ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਇਸਲਾਮ ਜੋ ਇਹਨਾਂ ਦਾ। थल्ले आन के लिखन दिया ताहिर साहब आज का क्या मौजू है। बड़ा तो मुफ्ती आजम खलोना है कि मौजू दिया लबड़। की लिखिया शार्प शूटर ने? शार्प शूटर उर्दू लिखिया कर यार, मैनू पढ़नी क्योंकि तू लिखी नहीं सही तो मैनू पढ़नी नहीं आती। कहना मैंने कब लगाया तुम्हारा फोटो? नहीं लगाया तो नहीं, लिखिया लगाया ही लिखना सी ना, ਉਹਨੇ ਗਲਤ ਪੈ ਗਿਆ ਹੋਣਾ। मेरा फोटो तो इत्थे टिकटॉक ते मैं कदी अपना ओपन ही नहीं कीता तस्वीर। मैं जिदों तो इस साइड ते है ना, मैं अपने हर सोशल मीडिया ते जिथे जिथे मैं एक्टिव हाँ, मैं अपनी, हालांकि मेरी बड़ी तस्वीर लगी सी, मैं अपनी हर तस्वीर जिहड़ी ਉਹਨੂੰ रिमूव कर लिया। हालांकि कुछ भी नहीं कर सकते, जिन्ने भी दगड़ दले फिरदे ने ना, कुछ भी नहीं कर सकते। ਨਹੀਂ ਇਹਨਾਂ ਕੀ ਕਰਨਾ, ਆਪਣੇ ਬੰਦੇ ਨਹੀਂ ਜਾਨ ਛੱਡਦੇ ਤੇ ਇਹਨਾਂ ਨੇ ਕੀ ਕਰਨਾ ਵਿਚਾਰਿਆਂ ਨੇ। ਆਪਣੇ ਬੰਦੇ ਜੁੜ ਜਾਂਦੇ ਨੇ ਤੇ ਹੁਣ ਜੁੜ ਗਿਆ। ਹੁਣ ਜੱਟ ਸਾਹਿਬ ਇੰਜ ਨਾ ਕਰੋ, ਕੀ ਨਾ ਆਪਣਾ ਤਾਇਆ ਸਾਹਿਬ ਪ੍ਰਕਾਨ ਸਾਹਿਬ ਭਾਈ ਨੂੰ ਪਰਸੋਂ ਵੀ ਮੈਸੇਜ ਕਰਨ ਦੇ ਉਹਨੇ। ਨਹੀਂ ਉਹ ਆਇਆ ਵਾ, ਉਹਨੇ ਚਬਲ ਮਾਰੀ ਹੈ ਤੇ ਉਹ ਜੁੜਿਆ ਉਹਨੂੰ। ਤੇ ਉਹ ਜਦੋਂ ਇੱਥੇ ਕੋਈ ਗੱਲ ਹੀ ਨਹੀਂ ਹੋਣ ਡਈ, ਉਹ ਜਿੱਥੇ ਗੱਲ ਹੋਣ ਡਈ ਉੱਥੇ ਜਾ ਕੇ ਭਾਈ ਉਹਨਾਂ ਨੂੰ ਪੁੱਛ ਕਿਉਂ ਪੜਨ ਦੇ ਜੇ। ਨਹੀਂ ਪੜ੍ਹਨਾ ਅਸੀਂ ਕੀ ਤੇ ਕੋਈ ਗੁਨਾਹ ਵਾ? ਜੋ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਡੇ, ਜਿਨ੍ਹਾਂ ਨੂੰ ਪੜ੍ਹ ਕੇ ਸੁਣਾਉਂਦੇ ਭਾਈ ਤੁਹਾਡੀਆਂ ਕਿਤਾਬਾਂ ਜੋ ਗੁਨਾਹ ਵਾ? ਜਿਨ੍ਹਾਂ ਉਹੀ ਤੇ ਮੈਂ ਕੋਈ ਗੁਨਾਹ ਨਹੀਂ ਹੈ। ਉਹਨੂੰ ਜਾ ਕੇ ਪੁੱਛਣਾ, ਜਿਹੜਾ ਪੜਨ ਦਿਆ ਵਾ ਉਹਨੂੰ ਪੁੱਛ ਜਾ ਕੇ ਭਾਈ। ਇਹਨਾਂ ਦੀਆਂ ਕਿਤਾਬਾਂ ਲਿਖਣ ਵਾਲੇ ਛਾਪ ਰਹੀਆਂ ਨੇ ਕੰਟੀਨਿਊ। ਕੋਈ ਇੱਕ ਦਿਨ ਹੋਵੇ ਕਿ ਹਾਂ ਜੀ ਆ ਇਹ ਨਹੀਂ ਛਾਪ ਰਹੀਆਂ, ਕੰਟੀਨਿਊ ਛਾਪ ਰਹੀਆਂ ਨੇ। ਨਹੀਂ ਫਰਕਾਨ ਜਾਲੀ ਕਿਤਾਬਾਂ ਪੜ੍ਹਦਾ, ਅਸਲ ਨਹੀਂ ਪੜ੍ਹਦਾ ਉਹ ਅਹਿਮਦੀ ਹੈ ਨਹੀਂ, ਉਹ ਜਾਣ ਕੇ ਬਣਿਆ। ਡਿਕੋਡਰ ਤੂੰ ਕੰਜਰ ਹੋਏਗਾ, ਤੇਰਾ ਖਾਨਦਾਨ ਵੀ ਕੰਜਰ ਹੋਏਗਾ। ਆਸਟ੍ਰੇਲੀਆ 'ਚ ਪਤਾ ਨਹੀਂ ਕਿੱਥੇ ਕੋਈ ਬੱਸ ਬੂਸ ਚਲਾਉਂਦਾ। ਇਹਨਾਂ ਨੂੰ ਤੂੰ ਮੰਨਦਾ ਹੈ ਨਾ ਬਾਬਿਆਂ ਨੂੰ, ਉਹ ਵੀ ਕੰਜਰ ਹੋਣਗੇ। ਤੇ ਬਹੁਤ ਕਾਲਾ ਰੰਗ ਇਹਦਾ ਨਾ ਫਰਕਾਨ ਦਾ। ਯਾਰ ਤੁਸੀਂ ਦੇਖਿਆ ਅੱਲਾਹ ਨੇ ਬਣਾਇਆ ਹੁੰਦਾ ਇੰਜ ਨਾ ਕਰਿਆ ਕਰੋ ਯਾਰ। ਜਦੋਂ ਇੱਕ ਬੰਦੇ ਤੁਹਾਨੂੰ ਕੁਝ ਕਿਹਾ ਹੀ ਨਹੀਂ, ਬਕਾਇਦਾ ਫੋਟੋ ਕਿਉਂ ਨਹੀਂ ਬੰਦੇ ਨੇ ਯਾਰ ਕਿਹਾ ਤੂੰ ਚੰਗਾ ਬੰਦਾ ਮਲੰਗ। ਮੈਂ ਕਹਿੰਦੇ ਮੈਸੇਜ ਨਹੀਂ ਲਾਇਆ ਮੈਨੂੰ, ਮੇਰੇ ਜਿਹੜਾ ਬੰਦਾ ਸਾਹਮਣੇ ਅੱਧੀ ਗਾਲ ਕੱਢੇਗਾ ਮੈਂ ਪੂਰੀ ਗਾਲ ਕੱਢਾਂਗਾ ਬਸ। ਨਹੀਂ ਮੇਰੀ ਗੱਲ ਸੁਣੋ, ਗੱਲ ਕੋਈ ਨਹੀਂ ਕੱਢੀ। ਇਹ ਵਾਲੇ ਮੈਸੇਜ ਉਹਨੇ ਸਾਨੂੰ ਨਹੀਂ ਘੱਲਿਆ। ਭੈਣ ਜੀ ਆਉਣ ਵਾਸਤੇ ਉਹ ਕਹਿੰਦਾ ਵਾ ਮੁਤਾਤ ਰਵੋ, ਕਿਸੇ ਦੀ ਬਰਾਡਾਂ ਚ ਜਾ ਕੇ ਗੰਦ ਨਾ ਕਰੋ। ਇਹ ਮੈਸੇਜ ਕੋ ਕੀਤਾ? ਇਹ ਮਾਮਾ ਲੱਗਦਾ ਲੋਕਾਂ ਦੀਆਂ ਬਰਾਡਾਂ ਤੇ ਚੈੱਕ ਕਰਨ ਨਾਲ। ਇਹ ਆਪ ਜਦੋਂ ਲੋਕਾਂ ਦੀਆਂ ਬਰਾਡਾਂ ਤੇ ਆ ਕੇ ਹਵਾਲੇ ਪੜਦਾ। ਨਹੀਂ ਉਹ ਕਹਿੰਦਾ ਵਾ ਕਿ ਕਿਸੇ ਦੀ ਬਰਾਡ ਤੇ ਜਾ ਕੇ ਸ਼ਾਤਮੀਅਤ ਨਾ ਹੋਣ ਦਿਓ, ਨਾ ਕਰਿਓ। ਕਿਹੜੀ ਸ਼ਾਤਮੀਅਤ ਕੀਤੀ ਹੈ ਮੇਰੀ? ਸਹੀ ਤੇ ਸ਼ਾਤਮੀਅਤ ਸਾਬਤ ਕਰੇ। ਇਹ ਮੈਂ ਉਹੀ ਤੇ ਕਹਿੰਦਾ ਮੈਸੇਜ ਉਹਨੇ ਪੈਗਾਮ ਘੱਲਿਆ ਵਾ, ਪੈਗਾਮ ਸਾਨੂੰ ਵੀ ਆਇਆ ਵਾ। ਪੈਗਾਮ ਘੱਲਿਆ? ਉਹ ਮਾਮਾ ਲੱਗਦਾ ਉਹਨੇ ਠੇਕਾ ਲਿਆ ਜਮਾਤ ਦਾ। ਇਹਦਾ ਦਿਲ ਤੋੜਦਾ, ਸਾਡਾ ਨਹੀਂ ਤੋੜਦਾ। ਫੋਨ ਕਰ ਲਓ, ਫੋਨ ਕਰਨ ਚ ਕਿਹੜਾ ਹਰਜ ਵੇ? ਫੋਨ ਕਿਉਂ ਕਰੀਏ ਅਸੀਂ ਇਹਨੂੰ? ਕਿਉਂ ਕਰੀਏ ਇਹਨੂੰ ਫੋਨ? ਸੀਸੀਡੀ ਯਾਰ ਤੂੰ ਫੋਨ ਕਰਕੇ ਮਾਮਲਾ ਹੱਲ ਕਰਾ ਯਾਰ। ਉਹ ਜਮਾਤ ਦਾ ਬੜਾ ਵੱਡਾ ਅਹੁਦੇਦਾਰ ਹੈ, ਜਿੱਦੇ ਫੋਨ ਕਰੀਏ ਮੈਂ ਤੇ ਰੋਜ਼ ਤੇ ਬਰਾੜ ਲਵਾਂਗਾ ਇਸ ਭੈਣੀ ਜੱਕ ਤੇ। ਨਹੀਂ ਗਾਲ ਨਾ ਕੱਢੋ ਯਾਰ, ਇੰਜ ਤੇ ਨਾ ਕਰੋ। ਆਪਣਾ ਕੀ ਨਾ ਗਾਲ ਨਾ ਕੱਢੋ, ਆਪਣਾ ਮੈਸੇਜ ਵਾਪਸ ਲੈ, ਮਾਫੀ ਮੰਗੇ ਉਸ ਮੈਸੇਜ ਦੀ। ਮੈਂ ਸਾਹਮਣੇ ਮੈਸੇਜ ਲਾਇਆ ਪ੍ਰੋਫਾਈਲ ਵਾਪਸ ਲੈ ਲੇਗਾ ਮੈਸੇਜ। ਸਕਰੀਨਸ਼ਾਟ ਲੈ ਕੇ ਜਿਹੜਾ ਮਰਜ਼ੀ ਇਹਨੂੰ ਚੈੱਕ ਕਰਿਓ ਇਸ ਮੈਸੇਜ। ਉਹ ਤੇ ਠੀਕ ਆ, ਲੇਕਿਨ ਇਹ ਹੈ ਕਿ ਇੰਜ ਮਾਮਲਾ ਕੋਈ ਹੱਲ ਹੋ ਜਾਣਾ, ਉਹਨੂੰ ਫੋਨ ਕਰ ਲਓ। ਹਾਂ ਮਾਮਲਾ ਨਾ ਹੱਲ ਹੋਏ ਮੈਨੂੰ ਕੋਈ ਜ਼ਰੂਰਤ ਨਹੀਂ ਮਾਮਲਿਆਂ ਦੀ, ਨਾ ਨਾਲੇ ਕਹਿੰਦੇ ਮਾਫੀ ਮੰਗੇ। ਮੈਂ ਅੱਗੇ ਬੜਾ ਮਤਲਬ ਕਿ ਮਾਮਲੇ ਹੱਲ ਕਰਨ ਚ ਬੈਠਾ। ਨਹੀਂ ਉਹ ਆਪ ਹੀ ਤਾਂ ਕਹਿਣ ਡਿਆ ਮਾਫੀ ਮੰਗੇ। ਮਾਫੀ ਐਂ ਥੋੜੀ ਇਹਨੇ ਨਹੀਂ 3-4 ਵਾਰੀ ਰਿਕੁਐਸਟਾਂ ਪਾਈਆਂ, ਅੱਜ ਵੀ ਕੱਲ ਵੀ। ਇਹਨੇ ਨਹੀਂ ਚੁੱਕਿਆ ਤੇ ਠੀਕ ਹੈ, ਅਸੀਂ ਚੁੱਪ ਕਰ ਗਏ ਆ।
ਇਹਨੂੰ ਮੈਸੇਜ ਕੀਤਾ ਫਰਕਾਨ ਸਾਹਿਬ, ਸ਼ਾਇਦ ਗਲਤੀ ਨਾਲ ਤੁਸੀਂ ਨਹੀਂ ਚੁੱਕਿਆ, ਚਲੋ ਤੁਹਾਡੀ ਅਸੀਂ ਬਰਾੜ ਥੱਲੇ ਬਹਿ ਕੇ ਸੁਣ ਲਾਂਗੇ। ਇਹ ਭਾਈ ਫਿਰ ਇਹਨੂੰ ਜਾਨ ਬਖਸ਼ੋ ਮੈਸੇਜ ਕਰਕੇ ਭੇਜਣ ਡਿਆ। ਉਹ ਮੈਂ ਕਿਸੇ ਨੂੰ ਵੀ ਆਂਟੀ ਨਹੀਂ ਜਿਹੜੇ ਨੇ ਚੁੱਕਦਾ। ਉਹ ਜਾਂਦੇ ਨੇ, ਉਹ ਗਾਲੀਆਂ ਦਿੰਦੇ ਲੋਕਾਂ ਨੂੰ, ਗਾਲੀਬਾਜ਼ੀ ਕਰਦੇ ਨੇ ਜੇ ਉਹ, ਤੇ ਭੈਣ ਯਕਾ ਜਿੰਨੀਆਂ ਬਰਾਡਾਂ ਤੇ ਬਹਾ ਕੇ ਤੂੰ ਆਪਣੀ ਤਾਂ ਲੋਕਾਂ ਨੂੰ ਗਾਲਾਂ ਪਾਉਂਦਾ, ਉਹ ਕੀ ਉਹ ਗਾਲਾਂ ਨਹੀਂ ਆ ਕਿ ਉਹ ਘਿਓ ਦੀਆਂ ਨਾਲਾਂ ਨੇ ਕੋਈ, ਉਹ ਨਹੀਂ ਗਾਲਾਂ ਪੈਂਦੀਆਂ ਲੋਕਾਂ ਨੂੰ। ਅੱਛਾ ਇਹ ਇਮਾਨਦਾਰੀ ਨਾਲ ਦੱਸਿਓ, ਇਹ ਥੱਲੇ ਬੰਦਾ ਹੀ ਕਹਿਣ ਡਿਆ ਵੇ, ਇਹ ਡਿਕੋਡਰ ਕਹਿਣ ਡਿਆ ਤੁਹਾਨੂੰ ਕਿ ਤਾਏ ਨੱਟਰ ਦੇ ਸਾਡਾ ਨਾਲ ਭਾਈ ਹੈ। ਜਿਹੜੇ ਨੇ ਉਹ ਕਰਨ ਦੇ ਨੇ। ਤੁਸੀਂ ਇਹ ਦੱਸੋ ਕਿ ਲਿਖਣ ਡਿਆ ਪੇ ਲਿਖੇ ਉਹਦੇ ਨਾਲ ਕੋਈ ਮੇਰੀ ਗੱਲ ਸੁਣੋ, ਤੁਸੀਂ ਉਹਦੇ ਭਾਈ ਜੇ ਇਹ ਕਹਿੰਦੇ ਮੇਰਾ ਭਾਈ ਹੈ ਤਾਹਿਰ, ਉਹ ਕਹਿੰਦਾ ਤਾਹਿਰ ਮੇਰਾ ਭਾਈ ਹੈ, ਤੁਸੀਂ ਇਹ ਸਿਰਫ ਦੱਸ ਦਿਓ ਕਿ ਇਹ ਤੁਹਾਡਾ ਭਾਈ ਹੈ, ਇਹ ਡਿਕੋਡਰ ਜਿਹੜਾ ਵੇ। ਹੁਣ ਰਿਪੋਰਟਾਂ ਪਤਾ ਨਹੀਂ ਕੌਣ ਮਾਰੀ ਜਾਣ ਡਿਆ, ਬੰਦੇ ਸਮਝ ਨਹੀਂ ਆਉਣ ਡਈ। ਉਹ ਰਿਪੋਰਟਾਂ ਨਹੀਂ ਹੁੰਦੀਆਂ, ਉਹ ਆ ਜਾਂਦੀ ਹੁੰਦੀ ਆ। ਤੁਸੀਂ ਇਹ ਸਕਰੀਨ ਇਦਾਂ ਲਾਇਆ ਵਾ ਨਾ, ਜਾਂ ਤੇ ਥੋੜੀ ਬਹੁਤ ਸਕਰੀਨ ਇਹ ਮਾਰਨ ਦੇ ਜੇ ਥੱਲੇ ਬਹਿ ਕੇ 5-6 ਜਣੇ ਕੁੱਕੜ ਲਾਲ ਚੱਡੀ ਵਾਲੇ ਇੱਥੇ ਥੱਲੇ ਬੈਠੇ ਨੇ, ਹਰਾਮਜ਼ਦਗੀ ਕਰਦੇ ਹੁੰਦੇ ਆ ਜਿਹਦੇ ਵੀ ਥੱਲੇ ਜਾ ਥੱਲੇ ਬੈਠੀ ਰਿਪੋਰਟ ਦਾ ਨਹੀਂ ਅਸਰ ਹੁੰਦਾ ਕੋਈ ਵੀ। ਕਿਹੜੀ ਦੀ ਰਿਪੋਰਟ ਹੁੰਦਾ ਅਸਰ ਹੁੰਦਾ, ਕਿਹੜੀ ਦਿਨ ਹੁੰਦਾ? ਰਿਆਨ ਕਾਜ਼ਮੀ, ਤੂੰ ਸਭ ਤੋਂ ਪਹਿਲਾਂ ਤਸਵੀਰ ਲਗਾਈ ਸੀ ਨਾ ਹਰਾਮਜ਼ਾਦਿਆ। ਅਠਵਾਲ ਨੂੰ ਕੋਈ ਰਿਸ਼ਤਾ ਦੇਣਾ ਸੀ ਭੈਣ ਦਾ, ਤੂੰ ਤਸਵੀਰ ਲਾਉਣਾ ਹੈ। ਨਹੀਂ ਐਵੇਂ ਫਰਕਾਨ ਸਾਹਿਬ ਇਹ ਆਪਣੇ ਐਵੇਂ ਹੀ ਉੜਦਾ ਤੀਰ ਆਪਣੇ ਮਤਲਬ ਕਿ ਇਹਨਾਂ ਦਿੰਦੇ ਆ। ਹੈ ਜੇ ਕੋਈ ਮਾਮਲਾ ਹੁੰਦਾ ਵਾ ਬੰਦਾ ਪਹਿਲਾਂ ਹੱਲ ਕਰਦਾ ਫਿਰ ਕੋਈ ਗੱਲ ਕਰਦਾ। ਕਰਨ ਦੋ ਸਾਨੂੰ, ਤੁਸੀਂ ਐਵੇਂ ਟਾਰਗੇਟ ਕਰੀ ਜਾਂਦੇ ਜੇ ਵਿੱਚ ਮੈਸੇਜ ਕਰੀ ਜਾਂਦੇ ਜੇ ਜੀ ਇਹਨਾਂ ਦੀ ਵਜ੍ਹਾ ਨਾਲ ਮੇਰਾ ਦਿਲ ਦੁਖਦਾ, ਤੇਰਾ ਦਿਲ ਹੀ ਐਡਾ ਵੱਡਾ ਦੁੱਖ ਗਿਆ। ਜਦੋਂ ਲੋਕਾਂ ਦੀਆਂ ਕਿਤਾਬਾਂ ਪੜ੍ਹਨਾ, ਗਲਤ ਕਿਤਾਬਾਂ ਪੜ੍ਹਨਾ, ਉਦੋਂ ਨਹੀਂ ਲੋਕਾਂ ਦੇ ਦਿਲ ਦੁਖਦੇ। ਯਾਰ ਇਹਨੂੰ ਥੱਲੇ ਲਾ ਦੋ, ਇਹ ਬੜੀ ਗੁਸਤਾਖੀ ਕਰਦਾ, ਜਿਹੜਾ ਮਸੀਹ ਮੌਦ ਦੀ ਬੜੀ ਗੁਸਤਾਖੀ ਕਰਦਾ, ਇਹਨੂੰ ਥੱਲੇ ਲਾਓ। ਇਹ ਕਿਹੜਾ ਬੰਦਾ ਅਲੀ ਹੱਥ? ਹਾਂ ਇਹਨੂੰ ਥੱਲੇ ਲਾਓ, ਇਹ ਬੜੀ ਬਗੈਰਤੀ ਕਰਦਾ ਵਾ। ਹੱਕ ਨੂੰ ਵੈਸੇ ਨਹੀਂ ਮੈਂ ਲੈਂਦਾ ਹੁੰਦਾ, ਪਤਾ ਨਹੀਂ ਕਿੱਦਾਂ ਆ ਗਿਆ। ਜਿਹੜਾ ਬੰਦਾ ਹਜ਼ਰਤ ਮਸੀਹ ਮੌਦ ਦੀ ਗੁਸਤਾਖੀ ਕਰਦਾ, ਉਹਨਾਂ ਨੂੰ ਕਦੀ ਉੱਤੇ ਨਾ ਲਿਆ ਕਰੋ। ਨਹੀਂ ਮੈਂ ਨਹੀਂ ਲੈਂਦਾ ਉਹਦੇ ਬੰਦਿਆਂ ਨੂੰ। ਇਹ ਕੱਲ ਕੋ ਲਾ ਕੇ ਬੈਠਾ, ਮੈਨੂੰ ਕਿਸੇ ਨੇ ਭੇਜੀ ਉਹਦੇ ਤੇ, ਮੈਨੂੰ ਪਤਾ ਹੀ ਨਹੀਂ, ਮੈਂ ਕਦੀ ਬਰੋਡ ਤੁਹਾਨੂੰ ਪਤਾ ਮੈਂ ਲਾਉਂਦਾ ਹੀ ਨਹੀਂ ਹੈ, ਮੈਂ ਤੇ ਖਤਮ ਕਰ ਦਿੱਤੀ ਹੈ, ਮੈਂ ਇਸ ਚੱਕਰਾਂ 'ਚ ਪੈਂਦਾ ਹੀ ਨਹੀਂ ਆ। ਹੁਣ ਵੀ ਮੈਂ ਨਹੀਂ ਸੀ ਆਉਣਾ, ਤੇ ਉੱਤੇ ਉਹ ਮੇਰਾ ਨਾਂ ਲਿਖ ਕੇ ਤੇ ਉੱਤੇ ਬਕਵਾਸ ਕਰਨ ਡਿਆ। ਹਜ਼ਰਤ ਮਸੀਹ ਮੌਦ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੂੰ ਰੱਖ ਕੇ ਬੈਠੇ। ਇਹ ਬੇਗੈਰਤ ਇਨਸਾਨ ਇਹਨਾਂ ਨੂੰ ਤੇ ਨਬੀਆਂ ਦਾ ਹੈ ਹੀ ਨਹੀਂ ਹੈ ਕਿ ਨਬੀਆਂ ਦੀ ਇੱਜ਼ਤ ਕੀ ਹੁੰਦੀ ਹੈ। ਬਿਲਕੁਲ ਇਹ ਨਬੀਆਂ ਨੂੰ ਤੇ ਅੱਲਾਹ ਤਾਲਾ ਨੂੰ ਡਾਇਰੈਕਟ ਗਾਲਾਂ ਕੱਢਣ ਵਾਲੇ ਲੋਕ ਨੇ। ਇਹ ਕਹਿੰਦੇ ਨੇ ਕਿ ਅਸੀਂ ਪਿਛਵਾੜੇ ਦੇ ਵਿੱਚ ਪਾ ਦੇਣਾ ਅੱਲਾਹ ਤਾਲਾ ਨੂੰ, ਅਸਤਗਫਿਰੁੱਲਾਹ ਨੌਜ਼ ਬਿੱਲਾ, ਤੇ ਨਬੀਆਂ ਨੂੰ ਅਲੈਹਿਸਸਲਾਤੁ ਵਸਲਾਮ ਨੂੰ। ਇਹ ਉਹ ਲੋਕ ਨੇ, ਇਹਨਾਂ ਦਾ ਤਾਂ ਇਸਲਾਮ ਨਾਲ ਕੋਈ ਤਲਕ ਹੀ ਕੋਈ ਨਹੀਂ ਹੈ। ਕਿਹੜੀ ਪਹਿਲ ਮੈਂ ਕੀਤੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਕੋਈ ਲਾਉਂਦਾ ਹੀ ਨਹੀਂ, ਬਰੋਡ ਹੀ ਨਹੀਂ ਲਾਉਂਦਾ ਮੈਂ। ਹੁਣ ਮੈਂ ਤਾਂ ਆਪਣੀ ਬਰੋਡ ਹੀ ਛੱਡ ਦਿੱਤੀ ਹੈ। ਮੈਂ ਇਸ ਟਿਕਟੋਕ ਤੋਂ ਮੈਂ ਤੰਗ ਆ ਗਿਆ ਸਾਂ ਕਿ ਇੱਥੇ ਕਿਸੇ ਦੀ ਨਾ ਕੋਈ ਧੀ ਭੈਣ ਮਹਿਫੂਜ਼ ਆ, ਨਾ ਕਿਸੇ ਦਾ ਕੋਈ ਕਬਰ ਮਹਿਫੂਜ਼ ਆ। ਇਸ ਕਰਕੇ ਮੈਂ ਇਹਨੂੰ ਛੱਡ ਦਿੱਤਾ ਟਿਕਟੋਕ ਨੂੰ ਕਿ ਦਫਾ ਮਾਰੋ, ਕੋਈ ਫਾਇਦਾ ਨਹੀਂ ਇਹਦੇ ਵਿੱਚ। ਲੇਕਿਨ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ। सीकर नहीं कहा है ना, सीकर को वही तो गुस्ताख है, बेगैरत, जो कहता है कि माज़अल्लाह मैं पिछवाड़े में डाल दूंगा। और नबियों को भी यही कहता है कि अलैहिस्सलाम भी मैं पिछवाड़े में डाल दूंगा। ਰਿਆਨ ਕਾਜ਼ਮੀ ਫੇਕ ਅਹਿਮਦੀ ਬਣ ਕੇ ਜਾ ਕੇ ਇੱਕ ਜਗ੍ਹਾ ਤੇ ਬਹਿ ਕੇ ਤੇ ਉਹਨਾਂ ਨੂੰ ਦੱਸ ਰਿਹਾ ਕਿ ਮੈਂ, ਉਹਨੇ ਕਿਹਾ ਜੀ ਮੈਂ ਆਇਆ ਮੈਂ ਫਲਾਣ ਆ, ਤੇ ਉੱਥੇ ਉਹਨਾਂ ਨਾਲ ਸਵਾਲ ਜਵਾਬ ਕਰਨ ਦੇ। ਅਹਮੈਂਟੀ ਕੱਲ ਇੱਕ ਗਿਆ ਬਰੋਡ ਦੇ ਉੱਤੇ, ਉੱਥੇ ਉਹ ਬੈਠੇ ਲਾ ਕੇ, ਕੀ ਨਾਮ ਉਹਦਾ, ਕਸ਼ਮੀਰੀ ਲਾ ਕੇ ਬੈਠੇ, ਉਹਨਾਂ ਦੀ ਬਰੋਡ ਤੇ ਜਾ ਕੇ ਉਹਨਾਂ ਨੂੰ ਕਹਿ ਰਿਹਾ ਕਿ ਜੇ ਤੁਹਾਡੀ ਉਹ ਮਦਦ ਕਰਨ, ਜਿੱਦਾਂ ਇਹ ਬੋਲਦਾ ਹੁੰਦਾ ਵਾ। ਉਹ ਹਮਿਊਨਿਟੀ ਨਹੀਂ ਵੇਖਿਆ, ਉਹ ਵੀ ਕੱਲ ਇੱਕ ਥਾਂ ਬਹਿ ਕੇ ਤੇ ਗਾਲਾਂ ਕਢਾਣ ਡਿਆ ਅਬਦੀਆਂ ਨੂੰ। ਮੈਂ ਦੱਸਣਾ ਨਾ, ਮੈਂ ਰਿਕਾਰਡ ਕਰਨ ਡਿਆ ਸੀ ਜਿੱਥੇ ਹਰਾਮ ਦਾ ਬੈਠਾ ਸੀ, ਉਹ ਵੀ ਗਾਲਾਂ ਕਢਾਣ ਡਿਆ ਸੀ ਜੀ। ਜੱਟ ਸਾਹਿਬ ਅਠਵਾਲ ਸਾਹਿਬ, अस्सलाम वालेकुम। ਜੱਟ ਸਾਹਿਬ, ਅੱਛਾ ਜੱਟ ਸਾਹਿਬ ਜੀ ਏਡੇ ਝੂਠੇ ਆਦਮੀ ਨੇ, ਕੱਲ ਪਰਸੋਂ ਕਹਿ ਕੇ ਮੈਂ ਬਰਾੜ ਬਾਅਦ ਚ ਝੂਠੇ ਕਹਿ ਲਓ, ਦੁਆ ਸਲਾਮ ਤੇ ਲੈ ਲਓ, ਰੋਜ਼ ਹੀ ਲਾ ਕੇ ਬੈਠੇ ਜੀ ਜੀ। अस्सलाम वालेकुम। ਮੈਨੂੰ ਕਹਿੰਦੇ ਜੱਟ ਸਾਰੇ ਹੀ ਆ ਨਹੀਂ ਆ ਉੱਤੇ ਜੱਟ ਸਾਹਿਬ ਜਿੰਨਾ ਨਾਂ ਰੱਖਿਆ, ਨਹੀਂ ਮੈਂ ਤੁਹਾਨੂੰ ਕਹਿ ਸਕਦਾ। ਸੀਜ਼ਨ ਕਿੱਥੇ ਗਿਆ ਹੋਇਆ ਯਾਰ ਤੂੰ? ਬਸ ਯਾਰ ਮੈਂ ਨਾ ਛੱਡ ਦਿੱਤੀ ਟਿਕਟੋਕ। ਮੈਂ ਨਾ
ਇਹਦੇ ਤੋਂ ਕੀ ਕਹਿੰਦੇ ਹੁੰਦੇ, ਦਿਲ ਬਰਦਾਸ਼ਤਾ ਹੋ ਗਿਆ ਛੱਡ ਉਹ ਗੰਦਾ ਪੈਣ ਲੱਗ। ਨੰਬਰ ਛੱਡ ਦੇਣਾ ਸੀ ਆਪਣਾ, ਮੈਸੇਜ ਨੰਬਰ ਲਿਖ ਦੇਣਾ ਸੀ ਆਪਣਾ ਕਿਤੇ। ਨੰਬਰ ਮੈਂ ਸੈਂਡ ਕਰ ਦਾਂਗਾ ਤੁਹਾਨੂੰ। ਕਿਹੜਾ ਚਾਹੀਦਾ? ਜਰਮਨੀ ਦਾ ਚਾਹੀਦਾ, ਜੋ ਸਪੇਨ ਦਾ ਚਾਹੀਦਾ, ਜੋ ਪੁਰਤਗਾਲ ਦਾ ਚਾਹੀਦਾ, ਜੋ ਅਮਰੀਕਾ ਦਾ ਚਾਹੀਦਾ, ਪਾਕਿਸਤਾਨ ਦਾ? ਕਿਆ ਬਾਤ ਹੈ, ਕੀ ਹਾਲ ਬਾਤ ਇਹ ਨੰਬਰ ਮੈਂ ਕੁਝ 6-7 ਮੁਲਕਾਂ ਦੇ ਰੱਖੇ ਨੇ ਨਾ। ਕਿਆ ਬਾਤ ਬੜੀ ਆਪਣਾ ਮੈਂ ਵੇਖਿਆ ਸਾਰੇ ਬ੍ਰਾਂਡ ਹੁੰਦੇ, ਤਾਂ ਸੀਸੀਟੀਵੀ ਦੇ ਬ੍ਰਾਂਡ ਆਈ ਹੈ, ਚੰਗੇ ਲੈਵਲ ਤੇ ਲਾਈ ਹੈ, ਕਦੀ ਉੱਤੇ ਬਿੱਲੇ ਨੂੰ ਲਿਆ ਹੀ ਨਹੀਂ ਹੁੰਦੇ ਅੱਜ ਤੱਕ ਮੈਂ ਨਹੀਂ ਵੇਖਿਆ। ਤੁਹਾਡੀ ਆਵਾਜ਼ ਕੱਟ ਕੇ ਮੈਨੂੰ ਤੇ ਆ ਰਹੀ, ਬਾਕੀ ਨੂੰ ਵੀ ਕੱਟ ਕੇ ਆ ਰਹੀ ਹੈ। ਅੱਛਾ ਤਾਂ ਮਾੜੀ ਹੋਣੀ ਹੋਣੀ ਸਿਗਨਲ ਤੋਂ ਬਾਅਦ। ਜਿੱਦਣ ਮੇਰੇ ਅਕਵਾਲ ਸਾਹਿਬ ਜਿੱਦਾਂ ਮੇਰੇ ਤੇ ਲਾਉਂਦੇ ਸਨ ਉਦੋਂ ਲੈ ਲੈਂਦੇ ਸੀ ਬੰਦਿਆਂ ਨੂੰ। ਨਹੀਂ ਆ ਵਾਲ ਸਾਹਿਬ ਨੂੰ ਫਿਰ ਫੋਨ ਕਰ ਦੇਣਾ ਕਿਸੇ ਦਿਨ। ਆਪਣਾ ਨਾ ਉਹ ਸਾਫ ਸੁਥਰੀ ਮਜ਼ਾ ਹੈ। ਇਹ ਕੀ ਹੋਇਆ ਕਿ ਜਿਹਨੂੰ ਮਤਲਬ ਬੰਦੇ ਬਹੁਤੇ ਇਕੱਠੇ ਕਰਨ ਵਾਸਤੇ, ਤਮਾਸ਼ਾ ਲਾਉਣ ਵਾਸਤੇ ਤੁਸੀਂ ਕੁੱਤੇ ਬਿੱਲੇ ਵੀ ਚੁੱਕ ਲਓ, ਉਹਦੇ ਹੁਣ ਲਾ ਚੁੱਕ ਲਓ, ਗਾਲਾਂ ਕਢਾ ਲਓ ਤੇ ਹੁਣੇ ਬੰਦੇ ਇਕੱਠੇ ਹੋ ਜਾਣੇ। ਬਿਲਕੁਲ ਮਾਂ ਦਾ ਮੁਖਾਲਫ ਚੁੱਕ ਲਓ ਕੋਈ, ਤੇ ਉਹਨਾਂ ਦੌੜ ਕੇ ਆਉਣਾ, ਤੇ ਤੁਸੀਂ ਮਤਲਬ ਫਟਾਫਟ ਗਾਲਾਂ ਵਾਸਤੇ ਬੰਦੇ ਸੁਣਨ ਵਾਸਤੇ ਦੌੜ ਕੇ ਜਾਂਦੇ ਨੇ। ਅਸੀਂ ਉਹਦੀ ਬ੍ਰਾਂਡ ਜਾਂਦੇ ਨਹੀਂ ਹੈ। ਇਸਲਾਮਾਬਾਦ ਸੁਣਨਾ ਹੈ ਮਤਲਬ ਕਿ ਜਿਹਨਾਂ ਨੇ ਇਹ ਕੰਮ ਜਮਾਤ ਦੇ ਖਿਲਾਫ ਹੀ ਕੀਤਾ, ਸਾਡਾ ਉਹਨਾਂ ਦਾ ਤਲਕ ਹੀ ਕੋਈ ਨਹੀਂ, ਖਤਮ। ਇਹ ਆਈਡੀ ਜਿਹੜੀ ਹੈ SD ਕਿੰਗ ਲਿਖਿਆ, ਇਹ ਕੌਣ ਆ ਬੰਦਾ? ਇਹਦੀ ਕੋਈ ਗੱਲਬਾਤ ਮਿਊਟ ਖੁੱਲਾ ਹੋਇਆ ਨਾ, ਸੀਸੀਟੀ ਲਿਖਿਆ, ਤੇਰੀ ਇਨਫੋਰਮੇਸ਼ਨ ਵੀ ਬਹੁਤ ਤਗੜੀ ਹੈ, ਹਮੇਸ਼ਾ ਲਿਖਿਆ, ਤੇਰੀ ਪਹਿਚਾਣ ਵੀ ਬਹੁਤ ਤਗੜੀ ਹੈ, ਹਮੇਸ਼ਾ ਬੰਦੇ ਫਰਕ ਵੀ ਲੈਣਾ। ਨਹੀਂ ਮੈਂ ਤੇ ਆਈਡੀ ਚੈੱਕ ਕਰ ਰਿਹਾ, ਤਾਂ ਹੀ ਤੇ ਮੈਂ ਦੂਸਰੀ ਆਈਡੀ ਤੋਂ ਆਇਆ ਸਾਂ। ਮੈਂ ਮਿਰਜ਼ੇ ਨੂੰ ਮੈਂ ਵੇਖਿਆ ਨਾ, ਆਪਣੀ ਭੈਣ ਦਾ ਰਿਸ਼ਤਾ ਦੇਣ ਆਇਆ ਜੀ। ਛੁੱਟੋ ਨਾ ਰਾਮਦਾਨ ਥੱਲੇ, ਚੱਲ ਕੁੱਤੀ ਦੇ ਬੱਚੇ ਥੱਲੇ ਬਹਿ ਚੱਲ ਕੇ। ਦੇਖਿਆ ਸੀ ਉਹਨੂੰ ਪਤਾ ਲੱਗ ਗਿਆ ਸੀ ਆਈਡੀ ਚੈੱਕ ਕਰਨ ਡਿਆ ਵਾ। ਸਾਰੇ ਬੰਦਾ ਵੇਖ ਕੇ ਚੁੱਕਿਆਗਾ ਯਾਰ, ਜਿਹਨੂੰ ਪਤਾ ਪਛਾਣ ਹੋਵੇ, ਕੁੱਤੇ ਬਿੱਲੇ ਚੁੱਕੇ ਨੇ ਗਾਈਆਂ ਬਟਨ ਤੇ ਪੈਰ ਤੇ ਹੱਥ ਰੱਖਿਆਗਾ। ਮੈਂ ਨਾ ਬੰਦਾ ਇੱਕ ਵੀ ਕਰੋੜ ਤੇ ਪਵੇ, ਕਮ ਸੇ ਕਮ ਬੰਦਾ ਪਹਿਚਾਣ ਕੇ ਚੁੱਕੋ ਕਿ ਤੁਹਾਡੇ ਕਾਬਰ ਨੂੰ ਗਾਲ ਨਾ ਕੱਢੇ ਬਸ। ਇਹ ਪਤਾ ਅਸੀਂ ਬੰਦੇ ਬਹੁਤ ਇਹ ਪਤਾ ਕੌਣ ਸੀ? ਇਹ ਜ਼ਾਹਿਦ ਜਮੀਲ ਸੀ, ਜਿਹਨੂੰ ਤੁਸੀਂ ਉੱਤੇ ਬਿਠਾ ਕੇ ਬੈਠੇ ਸੀ ਨਾ ਸਭ ਤੋਂ ਪਹਿਲਾਂ, ਇਹ ਉਹ ਸੀ। ਸਹੀ ਆ ਵੇਖੋ ਹੁਣ ਕੁੱਤੇ ਬਿੱਲੇ ਸਾਲ ਕਾਰਨ ਕਿੰਨਾ ਨਸ਼ੇ ਆ ਰਹੇ ਨੇ ਕਿ ਫੁਰਕਾਨ ਤੇ ਬਰੋਡ ਲਾਈ ਆ। ਤੁਹਾਡਾ ਟਾਰਗੇਟ ਨਹੀਂ ਪੂਰਾ ਹੋਣਾ, ਜੋ ਮਰਜ਼ੀ ਕਰ ਲਓ ਤੁਸੀਂ। ਮੈਂ ਕਿਹਾ ਅਠਵਾਲ ਸਾਹਿਬ ਸਮਾਨ ਲੈਣ ਜਾਣ ਡੇ ਜੇ? ਇਹ ਕਮਰੂ ਸਾਹਿਬ ਨੈਟ ਹੀ ਕੋਈ ਨਹੀਂ ਹੈ ਮੇਰੇ ਖਿਆਲ 'ਚ। ਉਹ ਡਰਾਈਵ ਕਰਨ ਦੇ ਨੇ, ਸ਼ਾਇਦ ਤਾਂ ਤੁਰ ਗਿਆ। ਨਹੀਂ ਜੇ ਸਮਾਨ ਕਿੱਥੋਂ ਲਿਆਉਂਦੇ ਆ? ਪਹਿਲਾਂ ਤੇ ਉਧਰ ਜਾਂਦੇ ਸੀ ਨਾ ਸਾਡੇ ਵਾਲੇ ਇਲਾਕੇ 'ਚ। ਹੁਣ ਵੀ ਮੈਨੂੰ ਲੱਗਦਾ ਉਧਰ ਹੀ ਜਾਣ ਡੇ। ਉਹ ਨੈਟ ਨਹੀਂ ਗਿਆ। ਜਲਸੇ ਤੇ ਆਉਣਾ ਵਾ ਇਨਸ਼ਾਅੱਲਾ। ਇਹ ਥੱਲੇ ਰਹੀਲ ਨਾਮ ਦੀ ਜਿਹੜੀ ਆਈਡੀ ਹੈ ਨਾ, ਇਹਨੂੰ ਬਲਾਕ ਮਾਰ ਦੋ। ਇਹ ਕਿਹੜਾ ਰੇਲ ਹੈ? ਇਹ ਫੇਕ ਆਈਡੀ ਬਣਾ ਕੇ ਆਇਆ ਵਾ। ਰਹੀਲ ਅਫਜ਼ਲ ਬੜਾਚ। ਗਾਲੀ ਥੱਲੇ ਨਾ ਲਿਖੇ, ਇਹ ਕਦੀ ਹੋ ਹੀ ਨਹੀਂ ਸਕਦਾ। ਮੁਸਲਮਾਨ ਹੋਵੇ ਤੇ ਗਾਲੀ ਨਾ ਲਿਖੇ, ਇਹ ਕਦੀ ਹੋ ਨਹੀਂ ਸਕਦਾ। ਗਾਲਾਂ ਲਿਖੇ ਇਹਦਾ ਮਤਲਬ ਹੁੰਦਾ ਵਾ ਕਿ ਥੱਲੇ ਮੁਸਲਮਾਨ ਆ ਗਏ। ਜੋ ਹਾਂਜੀ ਯਾਰ ਕਾ ਜਲਸੇ ਤੇ ਭਾਵੇਂ ਬਾਰਿਸ਼ ਹੋ ਜਾਵੇ, ਕਿਉਂਕਿ ਟਾਈਮ ਉਸ ਤਰ੍ਹਾਂ ਦਾ ਆ ਗਿਆ ਵਾ। ਨਹੀਂ ਸਤੰਬਰ 'ਚ ਗਰਮੀ ਹੋਏਗੀ ਵੈਸੇ। ਅੱਜ ਜੁਮੇ ਨੂੰ ਤਾਂ ਬਹੁਤ ਗਰਮੀ ਹੈ। ਅੱਜ ਜੁਮੇ ਨੂੰ ਗਰਮੀ ਅੱਜ ਤੇ ਵੀ ਯਾਰ ਬਹੁਤ ਗਰਮੀ। 45 ਦਾ ਟੈਂਪਰੇਚਰ ਸੀ ਕੱਲ ਵੀ ਸਾਡਾ। ਸਾਡੀ ਅੱਜ ਚੰਗੀ ਭਲੀ ਮਾਰਕੀਟ ਰਹਿ ਗਈ ਹੈ। ਅੱਜ ਸ਼ਾਮ ਦੀ ਮਾਰਕੀਟ ਸੀ, ਉਹ ਕੱਲ ਦਾ ਡੱਬਾ ਦਿੱਤਾ ਠੀਕ ਕਰਾਉਣ। ਇਹ ਡੱਬਾ ਭੈਣ ਚ ਸਹੀ ਨਹੀਂ ਆਇਆ। ਨਹੀਂ ਉਹ ਕਈ ਫਿਰ ਚੱਲਦੇ ਗੱਡੀ ਕਈ ਨੁਕਸ ਨਿਕਲਦੇ ਰਹਿੰਦੇ ਨੇ। ਮੇਰੀ ਤੇ ਆਪਣੀ ਗੱਡੀ ਦਾ ਇੱਕ ਦਿਨ ਕੰਪਰੈਸਰ ਭੈਣ ਉਹਦੇ ਬੈਰਿੰਗ ਟੁੱਟ ਗਏ। ਮੈਂ ਨਵਾਂ ਪਤਾ ਕੀਤਾ ਤੇ ਉਹਨਾਂ ਦੱਸਿਆ ਕਿ 400 ਦਾ ਵਾ, 400 ਯੂਰੋ ਦਾ ਤੇ ਹੈ ਵਾ ਉਹ ਕੀ ਕਹਿੰਦੇ ਉਹਨੂੰ, ਕੋਈ ਜਿਹੜਾ ਉਹ ਇੱਥੇ ਇੱਕ ਵੈਬਸਾਈਟ ਹੈ ਉਹਦੇ ਤੋਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਨੇ ਵੈਸੇ।
ਕਿੱਥੇ ਜਰਮਨੀ 'ਚ ਹਾਂਜੀ ਈਬੇ ਕਲਾਈਨ? ਆਟੋ ਡਾਟ ਹੈ ਤੇ ਉਹਦੇ ਤੋਂ ਬੜੇ ਅੱਛੀਆਂ ਚੀਜ਼ਾਂ ਨਹੀਂ ਨਹੀਂ ਸਸਤੀਆਂ ਨਹੀਂ, ਈਬੇ ਕਲਾਈਨ ਹੈ ਤਾਂ ਉਸ ਤੋਂ ਵੀ ਸਸਤੀਆਂ ਮਿਲਦੀਆਂ ਜੋ। ਉਹ ਲੇਕਿਨ ਵੇਖੋ ਜੀ ਉਹ ਹੈ ਸੀ ਜਿਹੜੀਆਂ ਗੱਡੀਆਂ ਐਕਸੀਡੈਂਟ ਸਾਡੇ ਉਹ ਵੀ ਹੈ ਸੀ ਇੱਥੇ ਨਾ। ਕੰਪਰੈਸਰ ਨਹੀਂ ਹੁੰਦਾ ਇਹਦਾ, ਜਿਹੜਾ ਹੁੰਦਾ ਟਰਬੋ ਨੂੰ ਆਂਦੇ ਕੰਪਰੈਸਰ ਨੂੰ। ਨਹੀਂ ਨਹੀਂ ਨਹੀਂ, ਇੱਥੇ ਟਰਬੋ ਹੋਰ ਆਉਂਦੇ ਚੀਜ਼ ਨੇ ਹੁੰਦੀ ਹੈ, ਟਰਬੋ ਹੋਰ ਚੀਜ਼ ਹੁੰਦੀ, ਕੰਪਰੈਸਰ ਹੋਰ ਚੀਜ਼ ਹੁੰਦਾ। ਹਾਂਜੀ ਸੋਰੀ ਕੰਪਰੈਸਰ ਨਿਕਲਿਆ ਟਰਬੋ ਨੂੰ। ਉਹ ਟਰਬੋ ਦਾ ਨਾ ਨਵੀਂ ਗੱਡੀ ਹੈ ਨਾ ਉਹਦਾ ਸੈਂਸਰ ਕਿਤੇ ਖਰਾਬ ਹੋ ਗਿਆ। ਅੱਛਾ, ਉਹ ਪ੍ਰੈਸ਼ਰ ਸਾਡਾ ਬੰਦਾ ਉਹਦੇ ਕੋਲ ਨਾ ਕੰਪਿਊਟਰ ਹੈ ਛੋਟਾ, ਉਹਨੇ ਲਾਇਆ ਤੇ ਉਹ ਕੋਡ ਆ ਗਿਆ ਨਾ ਉਹ ਟਰਬੋ ਦਾ ਸੈਂਸਰ ਦਾ। ਉਹ ਟਰਬੋ ਸੈਂਸਰ ਦਾ ਉਹ ਮਤਲਬ ਕਿ ਉਹ ਸੈਂਸਰ ਤੇ ਲੱਭ ਗਿਆ। ਉਹ ਸੈਂਸਰ 37,000 ਉਹਦਾ ਲੱਭਿਆ, ਉਥੋਂ ਬਸਟੇਲ ਕਰਾਇਆ ਤੇ ਫਾਵੇ ਵਾਲਿਆਂ ਦੇ ਗਰਾਜ 'ਚ ਗਏ ਤੇ ਉਹ ਆਂਦੇ 137 ਦਾ। ਤੇ ਅਸੀਂ ਕਿਹਾ ਵੀ ਇਹਦੇ 'ਚ ਕੀ ਫਰਕ ਹੈ ਤੇ ਉਹਦੇ 'ਚ ਕੀ ਫਰਕ, ਇਹ ਸਾਡਾ ਓਰੀਜਨਲ ਹੈ। ਉਹ ਜਦੋਂ ਅਸੀਂ ਵੇਖਿਆ ਤੇ ਉਹ ਨਾ ਸਾਰਾ ਉਹ ਹੀ ਚੀਜ਼ ਨਿਕਲੀ। ਉਹ ਪਤਾ ਨਾ ਲੱਗੇ ਵੀ ਪਾਣਾ ਕਿੱਥੇ, ਉਹ ਕਿਤੇ ਥੱਲੇ ਕਰਕੇ ਲੱਗਾ ਸੀ ਤੇ ਉਹ ਗੱਡੀ ਤਾਂ ਚੁੱਕਣੀ ਪੈਂਦੀ ਹੈ ਜ਼ਾਹਿਰ। ਉਹ ਆਂਦੇ ਇੱਥੇ ਗੱਡੀ ਲਿਆਓ ਤੇ ਫੇਰ ਅਸੀਂ ਪਾ ਕੇ ਦਾਂਗੇ ਤੇ ਫੇਰ ਤੁਹਾਨੂੰ ਦੱਸਾਂਗੇ ਵੀ ਕਿੱਥੇ ਲੱਗਿਆ। ਤੇ ਉਂਝ ਉਹਨਾਂ ਦੱਸਤਾ ਵੀ ਇੱਥੇ ਲੱਗਿਆ ਤੇ ਪਾ ਕੇ ਨਹੀਂ ਉਹਨਾਂ ਦਿੱਤਾ। ਤੇ ਹੁਣ ਉਹ ਜਿਹਦੇ ਕੋਲ ਗੱਡੀ ਲਈ ਸੀ ਉਹਨੂੰ ਦਿੱਤਾ ਕੱਲ ਦਾ, ਤੇ ਉਹ ਆਂਦਾ ਮੈਂ ਸਾਰਾ ਕੰਮ ਚੱਲੇ ਨਾ, ਉਹ ਨਾ ਪਤਾ ਚੱਲੇ ਨਾ ਤੇ ਉਹ ਇੱਕ ਮੈਂ ਤੁਹਾਨੂੰ ਦੱਸਾਂਗਾ ਐਪ, ਉੱਥੇ ਜਾ ਕੇ ਦੱਸੋ ਨਾ ਕਿ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਚੱਲ ਰਿਹਾ, ਉਹ ਬਕਾਇਦਾ ਤੁਹਾਨੂੰ ਵੀਡੀਓ ਭੇਜ ਦੇਣਗੇ ਕਿ ਇਸ ਜਗ੍ਹਾ 'ਚ ਨਹੀਂ ਲੱਗਣਾ ਜੋ। ਤਾਹਿਰ ਸਾਹਿਬ अस्सलाम वालेकुम, सिसी जी साहब अस्सलाम वालेकुम। ਅਸਲਾਮ ਜੱਟ ਸਾਹਿਬ, ਕੀ ਹਾਲ ਜੇ? ਜੱਟ ਸਾਹਿਬ ਤੁਸੀਂ ਤਾਂ ਕਹਿ ਕੇ ਸੀ ਮੈਂ ਲਾਈਵ ਨਹੀਂ ਲਾਣੀ, ਤੁਸੀਂ ਹੁਣ ਰੋਜ਼ ਲਾਉਂਦੇ ਮੈਂ ਨਹੀਂ ਲਾਉਂਦਾ, ਤੈਨੂੰ ਕਿਹਨੇ ਆਖਿਆ ਵੀ ਮੈਂ ਲਾਣਾ ਵਾ? ਫੇਰ ਝੂਠ ਬੋਲਦੇ ਜੇ। ਹੁਣ ਚਲੋ ਕੀ ਕਹਿਣਾ ਤੁਹਾਨੂੰ, ਵੱਡੇ ਬੰਦੇ। ਉਹ ਚਲੋ 10 ਮਿੰਟ ਲਾਈ ਹੋਏਗੀ, ਉਹ ਇੱਕ ਬੰਦਿਆਂ ਨੇ ਆਪਣੇ ਮੇਰੇ ਪਿੰਡ ਦੇ, ਮੈਂ ਉਹਨਾਂ ਨਾਲ ਗੱਪ ਲਾਣ ਕੇ ਲਾਈ ਸੀ ਕਿ ਮੈਂ ਤੁਹਾਡੇ ਹੱਥ ਲਾਈ। ਨਹੀਂ, ਜਿਹੜੇ ਬੰਦੇ ਬੈਠੇ ਸਨ ਉਹ ਸਾਨੂੰ ਪਤਾ ਕਿਹੜੇ ਬੈਠੇ ਸਨ, ਐਵੇਂ ਪਿੰਡ ਦੇ ਕਹਿ ਆਈਏ ਤੇ ਹੁਣ ਕਿਸੇ ਨੇ ਥੱਲੇ ਤੇ ਨਹੀਂ ਲਾਇਆ ਜਾਂਦਾ। ਨਹੀਂ ਅਸੀਂ ਕਦੋਂ ਆਨੇ ਲਾਓ। ਤੈਨੂੰ ਕਿਉਂ ਮਸਲਾ ਇੰਨੇ ਲੋਕਾਂ ਦੀ ਮਸਲਾ ਖਿੱਚ ਪਈ ਹੈ, ਤੈਨੂੰ ਕਿਉਂ ਐਡੀ ਪਰੇਸ਼ਾਨੀ ਲੈ ਚੱਲੀ ਹੈ? ਮੈਂ ਸਾਫ ਗੋ ਬੰਦਾ, ਜਿਹੜਾ ਮੈਨੂੰ ਪੰਗਾ ਲਏਗਾ ਮੈਂ ਤੇ ਉਹਦੇ ਨਾਲ ਲੈਣਾ। ਤੁਸੀਂ ਚੰਗੇ ਸਾਹਬ ਕੋ, ਜਿਹੜੇ ਗਰੀਬ ਪਾਕਿਸਤਾਨ ਵਾਸਤੇ ਉਹਨਾਂ ਦਾ ਹੀ ਬੇੜਾ ਰੋਡ ਦੇ ਉੱਪਰ ਤੁਸੀਂ ਲੋਕੀ ਆਪਣੇ ਫੁੱਲ ਮਾਰ। ਜਿਹੜਾ ਅਸੀਂ ਬੇੜਾ ਗਰਕ ਰੋਡ, ਬੇੜਾ ਤੇ ਫਰਕਾਨ ਰੋਡਨ ਡਿਆ, ਜਿਹੜਾ ਕਿਤਾਬਾਂ ਪੜ੍ਹ ਕੇ ਸਾਰੇ ਹੀ ਰੋਡ ਦੇ ਉੱਪਰ ਜਿਹੜੇ ਵੀ ਹੈ ਉਹ ਕੋਈ ਸਹੀ ਗੱਲ ਹੈ, ਕਿਤਾਬਾਂ ਪੜ੍ਹਨ ਡਿਆ। ਇਹ ਰੋਡ ਦਾ ਬੇੜਾ ਤੇ ਇਹ ਰੋਡ ਦਾ ਐਮ ਦੀ ਸਾਡੇ ਜਿਹੜੇ ਨੇ ਲੈ ਕੇ ਬੈ ਚੱਲੇ ਨੇ ਸਾਰੀ ਦੁਨੀਆ, ਜਿਹੜੇ ਵਿਚਾਰੇ ਸ਼ਰੀਫ ਲੋਕੀ ਪਾਕਿਸਤਾਨ ਰਹਿੰਦੇ ਉਹਨਾਂ ਨੂੰ ਵੀ ਨਹੀਂ ਜਿਉਣ ਦਿੰਦੇ ਪਏ। ਇਹ ਬਰਾਟਾਂ ਵਾਲੇ ਲੋਕ ਕੀ ਹੋਣ ਡਿਆ ਪਾਕਿਸਤਾਨ ਦੇ ਆਪਣੀਆਂ ਦਿਹਾੜੀਆਂ ਲਾਉਣ ਵਾਸਤੇ। ਤੁਸੀਂ 1.5 ਕਰੋੜ ਹਰ ਸਾਲ ਦਾ ਪਾਕਿਸਤਾਨੀ ਰੁਪਈਆ ਉੱਥੇ ਘੱਲਣ ਡੇ ਜੇ। ਉਹ ਮੈਂ 1.5 ਕਰੋੜ ਘੱਲਾਂ, ਮੈਂ 5 ਕਰੋੜ ਮੈਂ ਕਰਾਂ ਕਿਸੇ ਦੀ ਜੇਬ ਚ ਚੋਰੀ ਕਰ ਚਾਹੁੰਦੇ, ਤੁਸੀਂ 1.5 ਕਰੋੜ ਘੱਲ ਲੈਂਦੇ ਜੇ। ਪਤਾ ਨਹੀਂ ਕਿਹੜੀ ਜਾਤ ਤੁਸੀਂ ਸ਼ੁਰੂ ਕੀਤੀ। ਉਹ ਮੈਂ ਨਾ ਮੈਂ 2 ਕਰੋੜ ਘੱਲਾਂ, ਮੈਂ ਚੋਰੀ ਜਿਹੜਾ ਤੁਸੀਂ 1.5 ਕਰੋੜ ਘੱਲ ਲੈਂਦੇ ਜੇ ਮਹੀਨੇ ਦੀ। ਤੁਹਾਨੂੰ ਇਹ ਇਜਾਜ਼ਤ, ਤੁਸੀਂ ਲੋਕੀ ਜੁੱਤੀਆਂ ਖਾਂਦੇ ਰਹੋ। ਸਹੀ ਮਸਲਾ ਛੱਡ ਦੋ ਤੁਸੀਂ, ਇਹ ਗੱਲ ਕਰਨ ਵਾਲੀ ਹੈ ਜਿਹੜੀ ਇਹ ਕਰਦਾ ਪਿਆ, ਇਹ ਗੱਲ ਇਹ ਕਰਨ ਵਾਲੀ। ਛੱਡ ਦੋ ਤੁਸੀਂ ਆਪ ਹੀ ਕਿਹਾ ਮੈਂ 1.5 ਕਰੋੜ ਘੱਲਣਾ। ਕਿਹੜੇ ਤੈਨੂੰ ਭੈਣ ਦੀ ਫੁੱਦੀ ਨੇ ਆਖਿਆ ਕਿ ਮਹੀਨੇ ਦੇ ਵਿੱਚ ਮਹੀਨੇ ਘੱਲਣਾ ਵਾ? ਦੱਸਾਂ ਮੈਨੂੰ। ਤੇ ਗਾਲ ਕੱਢਣ ਦਾ ਕੀ ਤੋਕੇ ਯਾਰ, ਤੇਰੇ ਕੋ ਝੂਠ ਰੁਕਦਾ ਕਿਹਾ, ਹੁਣ ਫਿਰ ਉਹਨੂੰ ਗਾਲਾਂ ਪਵਾ ਦੋਗੇ। ਜਿੰਨੇ ਮਹੀਨੇ 'ਚ ਤੈਨੂੰ ਆਖਿਆ ਵੇ, ਅਤੇ ਚਾਰ ਉਹਨੇ ਤੁਹਾਡੇ ਮੂੰਹ ਤੇ ਕਿਹਾ 1.5 ਕਰੋੜ ਘੱਟ ਲੈ। ਮੈਂ ਨਾ ਛੱਡਣਾ ਜੀ ਨਹੀਂ ਜੇ ਲੋਕਾਂ ਦਾ ਕੁਛ। ਤੁਸੀਂ ਆਪਣੀਆਂ ਦਿਹਾੜੀਆਂ 'ਚ ਮਕਾਨ ਵਾਸਤੇ ਬਰਾਟਾ ਲਾ ਲੈਂਦੇ ਹੋ। ਉਹ ਗੱਲ ਕਰਿਆ ਕਰੋ ਮੇਰੇ ਨਾਲ ਸਿੱਧੀ। ਮੈਂ ਸਿੱਧਾ ਬੰਦਾ, ਮੈਂ ਨਹੀਂ ਕਿਸੇ ਦੀ ਸੁਣਦਾ। ਉਹ ਭਾਗ ਕੇ ਸ਼ਾਤਮੀਅਤ ਕਰਾਉਂਦੇ ਅਲੀ ਅਕਬਰ ਕੋਲੋਂ, ਉਹ ਕੀ ਉੱਥੇ ਉਹ ਨਹੀਂ ਕਰਦਾ ਸ਼ਾਤਮੀਅਤ, ਸਾਰਿਆਂ ਨੂੰ ਵੱਡੇ ਤੁਸੀਂ ਇਹ ਸ਼ਾਤਮੀਅਤ। ਉਹ ਜਿਹੜਾ ਅਲੀ ਅਕਬਰ ਸ਼ਾਤਮੀਅਤ ਕਰਦਾ ਉਹ ਕਿ ਦਰੂਦ ਸ਼ਰੀਫ ਪੜਨ ਗਿਆ। ਮੇਰੀ ਬਰਾੜ ਤੇ ਨਹੀਂ ਕਰਦਾ, ਜੇ ਲਾਂਬੇ ਜਿੱਥੇ ਮਰਜ਼ੀ ਕਰੇ। ਮੈਂ ਨਹੀਂ ਕਰਦਾ, ਮੈਂ ਹੁਣੇ ਵੀਡੀਓ ਕਾਲ ਦਿੰਦਾ, ਨਹੀਂ ਕਰਦਾ। ਉਹ ਲਾਂਬੇ ਜਿੱਥੇ ਮਰਜ਼ੀ ਕਰੇ ਨਾ ਤੁਹਾਡੀ ਬਰਾੜ ਤੇ ਬਹਿ ਕੇ। ਯਾਰ ਤਾਹਰ ਸਾਹਿਬ, ਮੇਰੀ ਇੱਕ ਗੱਲ ਸੁਣੋ, ਹਰ ਵੇਲੇ ਬੰਦਾ ਅੱਛਾ ਨਹੀਂ ਲੱਗਦਾ। ਬੈਸ ਸਬਸਾਈ ਕਰਦੇ ਆ। ਵੇਖੋ ਮੈਂ ਤੁਹਾਡੀ ਇੱਜ਼ਤ ਕਰਨਾ, ਤੁਹਾਨੂੰ ਚਾਹੀਦਾ ਮੇਰੇ ਕੋਲ। ਉਹ ਮਤਲਬ ਕਿ ਯਾਰ ਉਹ ਕਰਦਾ ਨਾ ਤੇ ਤੇਰਾ ਉਹਦਾ ਮਾਮਲਾ ਹੈ, ਤੂੰ ਜਾਣਦੇ ਹੋ। ਗੱਲ ਅੱਧੀ ਮੂੰਹ 'ਚ ਗੱਲ ਕਰਦਾ ਤੇ ਉਹ ਲੋਕਾਂ ਨੂੰ ਥੱਲੇ ਲਾ ਦਿੰਦਾ, ਤੇ ਤੁਸੀਂ ਉਹਨੂੰ ਮੋਢੇ ਤੇ ਰੱਖਿਆ। ਮੈਂ ਸਾਰੇ ਮੋਢੇ ਤੇ ਰੱਖਿਆ। ਤੇਰੇ 'ਚ ਇੰਨੀ ਹਿੰਮਤ ਹੈ ਤੇ ਤੂੰ ਵੀ ਉਹਨੂੰ ਗਾਲਾਂ ਕੱਢਣਾ। ਮੈਂ ਤੈਨੂੰ ਹਟਾਤੇ ਨੇ, ਮੈਂ ਤੇ ਲਾਹਨਤ ਭੇਜਣਾ ਉਹ ਜਿਹੇ ਬੰਦੇ ਤੇ। ਹਾਂ ਤੇ ਗੱਲ ਛੱਡ ਜਿਹੜੇ ਰਾਹ ਨੇ ਜਿਹਨਾਂ ਦਾ ਨਾਂ ਲੈਣ ਦਾ ਕੀ ਫਾਇਦਾ? ਜਿੱਦਾਂ ਮੇਰਾ ਨਾਂ ਲਏਗਾ ਮੈਂ ਆਪੇ ਪੁੱਛ ਲਾਂਗਾ ਉਹਨੂੰ। ਹਾਂ ਤੇ ਫਿਰ ਤੈਨੂੰ ਕਿਉਂ ਫਿਰ ਇਹ ਗੱਲ ਆਣਾ ਮੈਂ ਜੀ ਤੇਰਾ ਨਾਂ ਹੀ ਨਹੀਂ ਲੈਂਦਾ ਉਹਨੂੰ। ਯਾਰ ਮੇਰੀ ਗੱਲ ਸੁਣੋ, ਚੰਗੇ ਭਲੇ ਸਿਆਣੇ ਤੁਸੀਂ ਬੰਦੇ ਹੋ।
ਇੱਜ਼ਤ ਕਰਾਇਆ ਕਰੋ ਮੈਨੂੰ ਪਾ ਕੇ ਗਾਲਾਂ ਨਾ ਕਢਾਇਆ ਇਸ ਕਰੋ। ਤਰ੍ਹਾਂ ਦੀਆਂ ਨਾ ਗੱਲਾਂ ਕਰਿਆ ਇਹ ਕਰੋ ਸਿਆਣੇ ਮੇਰੇ ਨਾਲ ਬਹੁਤੇ ਸਿਆਣੇ ਤੇ ਤੁਸੀਂ ਮੈਂ ਜੇ। ਮਾਨੀ ਕਰਾਨੀ ਜਿਹਨੂੰ ਤੇਰੇ ਦਿਆਂ ਤੇ ਜਾਂ ਮੈਂ ਦੂਸਰੇ ਨੂੰ ਕੁਝ ਵੀ ਨਹੀਂ ਸਮਝਦਾ। ਮੈਂ ਇੱਜ਼ਤ ਕਰਾਉਣ ਵਾਲਾ ਬੰਦਾ, ਇੱਜ਼ਤ ਕਰਾਂ ਮੈਂ ਤੇ ਫਿਰ ਇੱਥੇ ਅੰਬਲਾਂ ਨਹੀਂ ਬੈਠਾ ਨਹੀਂ ਬੈਸਾਂ ਦਾ ਨਹੀਂ ਪਤਾ ਮੈਨੂੰ, ਬੈਸਾਂ ਦਾ ਨਹੀਂ ਪਤਾ। ਹੁਣ ਮੈਂ ਇੱਜ਼ਤ ਕਰਾਉਣ ਵਾਲਾ ਤੇ ਇੱਜ਼ਤ ਕਰਨ ਵਾਲਾ ਵਾਂ ਤੇ ਮੈਨੂੰ ਨਹੀਂ ਵਾਰਾਂ ਖਾਂਦੀਆਂ। ਤੁਸੀਂ ਲੋਕਾਂ ਦੇ ਬੇੜਾ ਰੋਡ ਜਿਹੜੇ ਆਉਂਦੀਆਂ ਨੇ ਆਪਣੀਆਂ ਦਿਹਾੜੀਆਂ ਲਾਉਣ ਵਾਸਤੇ ਤੇ ਆਪਣੇ ਚਮਕਾਉਣ ਵਾਸਤੇ, ਲੋਕਾਂ ਦਾ ਬੇੜਾ ਰੋਡ ਜਿਹੜਾ ਸ਼ਾਤਮ ਸਾਰੇ ਵੱਡੇ ਤੇ ਲੋਕਾਂ ਨੂੰ ਬਦਨਾਮ ਕਰ ਛੜਿਆ ਜੇ ਤੁਸੀਂ। ਮੇਰੇ ਕੋਲ ਜਿੰਨੇ ਜੁੱਤੀਆਂ ਨਹੀਂ ਪਾਉਣੀਆਂ ਤੇ ਸਹੀ ਨਹੀਂ ਰਹਿਣਾ। ਮੈਂ ਤੇਰੀ ਇੱਜ਼ਤ ਕਰਨਾ ਤੇ ਇੱਜ਼ਤ ਕਰਵਾਇਆ ਕਰ ਤੈਨੂੰ 50,000। ਕੀ ਹੋ ਗਿਆ ਜੱਟ ਸਾਹਿਬ, ਤੁਹਾਨੂੰ ਕੀ ਹੋ ਗਿਆ? ਖਮੋਸ਼ ਹੋ ਜਾਓ ਯਾਰ ਮੈਂ ਕਦੀ ਇਹਦੇ ਨਾਲ ਭਾਸ ਸੀਸੀਡੀ ਕੀਤੀ ਹੋਏ। ਮੇਰੀ ਗੱਲ ਸੁਣ ਸੀਸੀਡੀ, ਤੂੰ ਦੱਸ ਅੱਜ ਤੱਕ ਮੈਂ ਅੰਕਲ ਸਮਝਣਾ ਵਾ ਜਾਂ ਮੇਰੇ ਤੋਂ ਵਡੇਰਾ? ਮੈਂ ਇਹਦੇ ਨਾਲ ਅੱਜ ਤੱਕ ਨਹੀਂ ਬਦਤਮੀਜ਼ੀ। ਤੂੰ ਮੈਨੂੰ ਅੰਕਲ ਨਾ ਸਮਝ, ਤੂੰ ਜੋ ਸਮਝਦਾ ਸਮਝ। ਆ ਸਮਝ ਲੈ, ਵੇਖ ਲੈ ਹੈਰੇ ਦਾ ਕੰਮ। ਮੈਂ ਤੈਨੂੰ ਬਲਾਕ ਨਹੀਂ ਕਰਦਾ ਨਾ ਮੈਂ ਤੈਨੂੰ ਲੰਨਾ। ਅੱਛਾ ਯਾਰ ਮੈਨੂੰ ਚੁੱਕੇ ਨਾ ਕਰ, ਜੇ ਇੱਜ਼ਤ ਨਹੀਂ ਕਰਨੀ ਤੇ ਕਰਾਣੀ ਮੇਰੇ ਕੋਲੋਂ। ਫਿਰ ਚੁੱਕਣ ਦਾ ਕੀ ਫਾਇਦਾ? ਮੇਰੀ ਬਰਾੜ ਫਰੀ ਬਰਾੜ ਜਿਹੜਾ ਮਰਜੀ ਆਏ ਯਾਰ ਨਾ ਚੁੱਕਿਆ ਕਰ। ਮਸਾਂ ਤੂੰ ਇੱਜ਼ਤ ਨਹੀਂ ਕਰਾਣੀ ਤੇ ਕਰਨੀ ਨਹੀਂ ਤੇ ਫਾਇਦਾ ਕੀ ਚੁੱਕਣ ਦਾ? ਵੇਖ ਲਓ ਮੈਂ ਤਾਂ ਕੋਈ ਬੰਦੇ ਵੀ ਨਹੀਂ ਭਾਏ, ਫਿਰ ਵੀ 27 ਲੋਕ ਵੇਖਣ ਦੇ ਨੇ ਮੇਰੀ ਬਰਾੜ। ਉਹ ਯਾਰ ਮੇਰੇ ਵੇਖਣਾ ਬੇਈਮਾਨੀ ਦੀ ਕਿੰਨੀ ਕੁ ਹੱਦ ਹੈ। ਆਪਣੇ ਪੈਸੇ ਕਮਾਉਣ ਵਾਸਤੇ ਤੁਸੀਂ ਲੋਕਾਂ ਪਾਕਿਸਤਾਨ ਦਾ ਬੇੜਾ ਰੋਡ ਚੜਿਆ। ਸਹੀ ਗੱਲ ਮੈਂ ਕਰਾਂ ਤੇ ਤੁਸੀਂ ਲੋਕਾਂ ਛੱਡਿਆ ਬੰਦੇ ਵੇਖਣ ਤੋਂ ਪੈਸੇ ਕਮਾਏ ਜਾਂਦੇ ਆਪਣੀਆਂ ਦਿਹਾੜੀਆਂ ਲਾਉਣ ਵਾਸਤੇ। ਅੱਛਾ ਯਾਰ ਉਹ ਜੱਟ ਸਾਹਿਬ ਇੱਕ ਮਿੰਟ ਸਬਰ ਕਰਿਓ, ਇੱਕ ਮਿੰਟ ਯਾਰ ਜਦੋਂ ਮੈਂ ਜਾਂਦਾ ਤੁਸੀਂ ਦੱਸੋ ਸੀਸੀਟੀਵੀ ਮੈਂ ਪੈਸੇ ਕਮਾਏ ਜਾਂਦੇ ਨੇ ਯਾਰ ਮੈਨੂੰ ਦੱਸੋ। ਇੱਕ ਮਿੰਟ ਸਬਰ ਕਰੋ, ਇੱਕ ਮਿੰਟ। ਸ਼ਾਰਪ ਸ਼ੂਟਰ ਸਾਹਿਬ, ਜੇ ਫੁਰਕਾਨ ਬਗੈਰ ਕਿਸੇ ਤੁਹਾਡੀ ਕਿਤਾਬ ਤੋਂ ਕੱਢ ਦੇਣਾ ਫਿਰ ਤੁਸੀਂ ਗੱਲ ਕਰੋ ਕਿ ਹਾਂ ਜੀ ਇਹ ਤੁਹਾਡੀ ਕਿਤਾਬ ਤੋਂ ਬਗੈਰ ਕੱਢ ਰਿਹਾ ਨਾ। ਤੁਹਾਡੀਆਂ ਕਿਤਾਬਾਂ ਵਾ, ਜੇ ਨਹੀਂ ਤੇ ਜਾਓ ਉਹਨੂੰ ਜਾ ਕੇ ਪੁੱਛੋ, ਉਹਨੂੰ ਕਹੋ ਵੀ ਹਾਂ ਵੀ ਆਹ ਜਿਹੜੀਆਂ ਨੇ ਕਿੱਥੋਂ ਪੜ੍ਹਨੇ ਆ ਸਾਨੂੰ ਦਿਖਾ। ਤੁਹਾਡੀਆਂ ਹੀ ਕਿਤਾਬਾਂ ਨੇ, ਜਾਂ ਤੇ ਕਿਤਾਬਾਂ ਨੂੰ ਬੈਨ ਕਰਵਾਓ ਉੱਥੇ। ਕਾਮਨ ਅਹਿਮਦੀ ਸਾਹਿਬ ਆਏ ਨੇ, ਆ ਜਾਓ ਜੀ ਕਾਮਨ ਅਹਿਮਦੀ ਸਾਹਿਬ। ਬੈਨ ਜ਼ਾਹਿਰ ਉਹ ਫਿਰ ਅਹਿਮਦੀਆਂ ਦੀਆਂ ਛਾਪਣ ਨਹੀਂ ਦਿੰਦੇ ਤੇ ਆਪਣੀਆਂ ਕਿੱਦਾਂ ਬੈਨ ਕਰਾ ਸਕਦੇ ਨੇ? ਨਹੀਂ ਉਹਨਾਂ ਦੀਆਂ ਕਿਤਾਬਾਂ ਦੇ ਉਹਨਾਂ ਦੇ ਵਿੱਚੋਂ ਹਵਾਲੇ ਕੱਢ ਕੇ ਪੜ੍ਹਨਾ ਕੋਈ ਗੁਸਤਾਖੀ ਤੇ ਨਹੀਂ, ਕਿਉਂਕਿ ਲਿਖਣ ਦੇ ਡੇ ਨੇ। ਨਹੀਂ ਪਰ ਆਪਣੇ ਸੀਸੀਡੀ ਸਾਹਿਬ ਜਦੋਂ ਮੁਖਾਲਫਤ ਤੇ ਪੜਨ ਦੀ ਜ਼ਰੂਰਤ ਕੀ ਹੈ? ਨਹੀਂ ਆਪਣੀ ਲਾਈਫ ਤੇ ਕੰਡਕਟ ਕਰਦੇ ਰਹੇ ਜੋ ਜ਼ਾਹਿਰ ਹੈ। ਉਹ ਤੇ ਮੁਖਾਲਫੀਨ ਨੂੰ ਫਿਰ ਪਤਾ ਹੀ ਅੱਗੋਂ ਗਾਲਾਂ ਪੈਣੀਆਂ ਤੇ ਹੋਰ ਕਿਸੇ ਕਿਸਮ ਦੀ ਮੌਜੂ ਤੇ ਉਹ ਬਰਾੜ ਲਾ ਲਿਆ ਕਰਨ। ਆਪਣੀ ਉਹ ਇਹ ਹੁਣ ਸ਼ਾਰਪ ਸ਼ੂਟਰ ਇਨਬਾਕਸ ਚ ਆਣ ਕੇ ਗਾਲਾਂ ਕੱਢਦਾ ਵਾ। ਹਵਾਲੇ ਜਿਹੜੇ ਕਿਤੇ ਹੋਰ ਦੇ ਮਨਸੂਬ ਹੁੰਦੇ ਨੇ ਨਾ, ਉਹ ਲਿਆ ਕੇ ਦੇਣ ਡਿਆ ਹੁੰਦਾ ਕਿ ਇਹ ਜੀ ਇਹ ਲਿਖਿਆ ਮਿਰਜ਼ਾ ਸਾਹਿਬ ਨੇ, ਇਹ ਲਿਖਿਆ। ਉਹ ਕਿਸੇ ਦੀ ਗੱਲ ਪੜ੍ਹ ਰਹੇ ਹੁੰਦੇ, ਪਿਛਲੀ ਲਾਈਨਾਂ ਕੱਟ ਦਿੰਦੇ ਨੇ ਕਿ ਇਹ ਪਿੱਛੋਂ ਜਾ ਕੇ। ਸਾਨੂੰ ਜ਼ਰੂਰਤ ਨਹੀਂ, ਅਸੀਂ ਤੇ ਵੇਖਦੇ ਨਹੀਂ। ਪਹਿਲੀ ਗੱਲ ਮੈਂ ਜਿਹੜੇ ਬੰਦੇ, ਮੈਂ ਹੁਣ ਗਿਣਤੀ ਦੇ ਬੰਦੇ ਇੱਥੇ ਦੱਸ ਦਿੰਦਾ ਵਾਂ ਜਿਨ੍ਹਾਂ ਦੇ ਮੈਂ ਵੈਸੇ ਹੀ ਮਿਊਟ ਕੀਤਾ ਹੋਇਆ। ਨੋਟੀਫਿਕੇਸ਼ਨ ਉਹਨਾਂ ਦਾ ਮੈਸੇਜ ਵੀ ਆਉਂਦਾ ਹੈ ਨਾ ਤੇ ਮੈਨੂੰ ਸ਼ੋ ਹੋਏਗਾ, ਲੇਕਿਨ ਮੈਨੂੰ ਦੇਖਦਾ ਨਹੀਂ, ਮੈਨੂੰ ਬੈਲ ਨਹੀਂ ਵੱਜਦੀ। ਸ਼ਾਰਪ ਸ਼ੂਟਰ ਹੋ ਗਿਆ, ਮੈਂਟੀ ਹੋ ਗਿਆ, ਸਿੱਧੂ ਜੱਟ ਹੋ ਗਿਆ, ਉਹਨੂੰ ਤਾਂ ਖੈਰ ਮੈਂ ਬਲਾਕ ਕਰ ਦਿੱਤਾ। ਮੈਂਟੀ ਵੀ ਜਿਹੜਾ ਵੀ ਬਲਾਕ ਸੀ, ਹੁਣ ਪਤਾ ਨਹੀਂ ਕਿਸੇ ਨੇ ID ਪਰਸੋਂ ਖੋਲੀ, ਕਿਸੇ ਨੇ ਓਪਨ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਦੇ ਇੱਕ ਦੋ ਹੋਰ ਬੰਦੇ ਨੇ ਜਿਹੜੇ ਪੱਕੇ ਜਿਹੜੇ ਮਿਊਟ ਨੇ ਤੇ ਬਾਕੀ ਵੈਸੇ ਹੀ ਬਲਾਕ ਨੇ। ਜੱਜ ਸਾਹਿਬ ਕੋਲ ਬੈਠਾ ਨਹੀਂ ਜਾਂਦਾ, ਕਦੀ ਨੱਸ ਕੇ ਚੜ ਜਾਂਦੇ, ਕਦੀ ਉਤਰ ਜਾਂਦੇ। ਕੀ ਗੱਲ ਚੁੱਕ ਲੈਂਦਾ ਘੜੀ ਮੁੜੀ, ਮੈਂ ਕੀ ਕਰਾਂ? ਨਹੀਂ ਤਾਂ ਤੁਸੀਂ ਦੇਖਦੇ, ਤੁਸੀਂ ਰਿਕੁਐਸਟ ਪਾਈ ਹੈ ਤਾਂ ਤੁਹਾਨੂੰ ਚੁੱਕਿਆ। ਉਦਾਂ ਬੰਦਾ ਵੀ ਉਹ ਯਾਰ ਤਾਹਿਰ ਸਾਹਿਬ ਲੈਵੇ ਯਾਰ ਤੁਸੀਂ ਲੜਿਓ ਨਾ, ਮਿਹਰਬਾਨੀ ਕਰਿਓ, ਲੜਨਾ ਨਹੀਂ। ਤਾਹਿਰ ਸਾਹਿਬ ਮੇਰੀ ਗੱਲ ਸੁਣੋ। ਮੈਂ ਬੰਦਾ ਅਸਮਾਨੋਂ ਥੋੜਾ ਡਿੱਗ ਪੈਣਾ। ਇੱਕ ਗੱਲ ਸੁਣੋ, ਮੈਂ ਮਾਨੀ ਸੀਸਾ ਦੇ ਅਸਲਾਮ ਦੇ ਜਿਹੜੇ ਅਸਮਾਨੋਂ ਡਿੱਗ ਪੈਣੇ ਨੇ। ਮੈਂ ਮਾਨੀ ਕਰਾਣੀ ਇੱਜ਼ਤ ਕਰਨਾ ਵਾ, ਇੱਜ਼ਤ ਕਰਾਇਆ ਕਰੋ ਤੇ ਆ ਮਾਫੀ ਤੇ ਹੱਸ ਕੇ ਗੱਲ ਕਰਿਆ ਕਰ। ਮੇਰੇ ਅੱਗੇ ਨਾ ਕਿਸੇ ਅਕਬਰ ਦਾ ਨਾਂ ਲਿਆ ਕਰ ਤੇ ਨਾ ਦੂਸਰੇ ਦਾ ਲਿਆ ਕਰ। ਤੇਰੀ ਮੁਕਾਬਲਾ ਫਰਕਾਨ ਸਾਹਿਬ ਐਵੇਂ ਇਨਬਾਕਸ ਮੈਸੇਜ ਘੱਲੀ ਜਾਂਦੇ ਨੇ, ਕਦੀ ਕੋਈ ਕਦੀ ਕੋਈ। ਦਿਹਾੜੀ ਲਾਉਣ ਵਾਲਾ ਬੰਦਾ ਵੇ, ਫਰਕਾਨ ਦਿਹਾੜੀ ਲਾਉਂਦਾ ਪਿਆ, ਆਪਣੀ ਦਿਹਾੜੀ ਲਾਉਂਦਾ ਪਿਆ, ਲੋਕਾਂ ਨੂੰ ਬਿਸਤ ਕਰਦੇ ਨੇ ਪਏ ਸੇ ਨਾ ਛੱਡਿਆ ਕੁਝ ਨਹੀਂ। ਦਿਹਾੜੀ ਲਾਉਣ ਵਾਲੇ ਬੰਦੇ ਨੇ ਜਿਹੜੇ ਬਿਲਕੁਲ ਆ ਤੁਹਾਡਾ ਵੀ ਮੌਕਫ ਇਹ ਹੀ ਆ ਗਿਆ ਨਾ। ਫਰਕਾਨ ਗਲਤ ਕਰਨ ਡਿਆ, ਜੋ ਵੀ ਕਰਨ ਡਿਆ ਗਲਤ ਕਰਨ ਦੇ ਨੇ, ਸਾਰੇ ਗਲਤ ਕਰਨ ਦੇ ਨੇ। ਐਵੇਂ ਲੋਕਾਂ ਨੂੰ ਪੇ ਟੰਗ ਦੇ ਰਿਹਾ, ਐਵੇਂ ਲੋਕਾਂ ਨੂੰ ਪੇ ਮਾਰਦੇ ਨੇ ਵਿਚਾਰੇ ਗਰੀਬ ਲੋਕੀ। ਕੋਈ ਲੈਂਦਾ ਉੱਥੇ ਕੋ ਉੱਥੇ ਕਿਸੇ ਨੂੰ ਬਿਸਤ ਕਰਵਾਉਣਾ। ਬਰਾਟਾਂ ਦੇ ਕੀ ਆਪਣੀ ਗੱਪ ਸ਼ੱਪ ਲਾਓ, ਆਪਣਾ ਸਿੱਧੀ ਆਸਟ੍ਰੇਲੀਆ ਬੈਠਾ ਤੇ ਲੋਕਾਂ ਨੂੰ ਇੱਥੇ ਬਿਜ਼ਤ ਕਰਵਾਉਣ ਡਿਆ। ਤੂੰ ਜਾ ਕੇ ਬੱਸ ਬੁੱਸ ਚਲਾ ਜਿਹੜੀ ਚਲਾਉਣ ਡਿਆ।
ਜਿਹੜਾ ਬਸ ਤੇਰੇ ਨਾਲ ਚਲਾਉਣਾ ਕਿਹੜੀ ਮਾੜੀ ਗੱਲ ਵਾ, ਬਸ ਭੈਣ ਦੇ ਲੋਕੀ ਤਾਰ ਸਾਹਿਬ ਅੱਗੂ ਤੋਂ ਲਾ ਕੇ ਮੇਰੇ ਨਾਲ ਤੁਹਾਂ ਅਕਬਰ ਦੀ ਗੱਲ ਨਹੀਂ ਕਰਨੀ। ਤੁਸੀਂ ਕਿਉਂ ਜਿੱਦਾਂ ਮੇਰੀ ਬਰਾੜ ਦੀ ਤੁਹਾਡੇ ਬਾਰੇ ਚ ਕੋਈ ਗੱਲ ਕਰੇਗਾ ਨਾ ਤੇਰੇ ਤੋਂ ਕਰਨੀ ਹੈ ਲਾਂਬੇ ਦਾ। ਮੈਂ ਜਦੋਂ ਆਉਂਦੇ ਆ ਤੇ ਉਹ ਸਾਨੂੰ ਥੱਲਿਓਂ ਕੱਟ ਦਿੰਦਾ ਤੇ ਫਿਰ ਸਾਨੂੰ ਦੁੱਖ ਲੱਗਦਾ ਵੀ ਮੈਂ ਜਦੋਂ ਤੁਸੀਂ ਆਉਂਦੇ ਹੋ ਤੁਸੀਂ ਕਾਲ ਪਾਇਆ ਕਰੋ, ਮੈਂ ਤੁਹਾਨੂੰ ਚੁੱਕਾਂਗਾ ਤੇ ਬਦਤਮੀਜ਼ੀ ਨਹੀਂ ਮੈਂ ਮੋਡੀਏਟਰ ਤੋਂ ਲਾਓ ਫਿਰ ਅਸੀਂ ਆ ਸਕਦੇ ਹਾਂ ਆ ਗਿਆ। ਇਹ ਮੋਡਰੇਟਰ ਇਦਾਂ ਦਾ ਲਾਓ ਜਿੱਦਾਂ ਨੇਠਵਾਲ ਸਾਹਿਬ ਨੇ ਲਾ ਕੇ ਤੇ ਹਟਾਇਆ ਵਾ। ਹੁਣ ਲੱਗਦਾ ਕਾਲ ਆ ਗਈ ਆ, ਹੁਣ ਫਿਰ ਇਹਨੇ ਕਹਿਣਾ ਮੈਨੂੰ ਥੱਲੇ ਸੁੱਟ ਦਿੱਤਾ। ਤੁਹਾਡੀ ਕਾਲ ਨਹੀਂ ਮੈਂ ਚੁੱਕ ਸਕਿਆ ਅਸਮਾਨ ਸਾਹਿਬ, ਸੋਰੀ ਯਾਰ। ਅਸਮਾਨ ਸਾਹਿਬ ਤੁਸੀਂ ਸੁਣਨ ਦੇ ਹੋਣੇ, ਮੈਂ ਜਿਹੜਾ ਉਹ ਮੈਨੂੰ ਮੈਸੇਜ ਫਰਕਾਨ ਨੇ ਭੇਜਿਆ, ਮੈਂ ਯਾਰ ਸ਼ੂਟਰ ਤੇ ਹੁਣ ਗਾਲਾਂ ਕੱਢਦਾ ਸੀਸੀਟੀ ਮੈਂ ਵੇਖਿਆ ਕਦੀ ਪਹਿਲਾਂ ਕਰਦਾ ਹੁੰਦਾ ਸੀ, ਹੁਣ ਤੇ ਨਹੀਂ ਕਦੀ ਜੱਟ ਸਾਹਿਬ ਨਹੀਂ ਕੱਢਦਾ ਹੁਣ ਨੇ ਮੈਂ ਕਦੀ ਵੇਖਿਆ, ਮੈਂ ਕੋਈ ਬਰਾੜ ਨਹੀਂ ਵੇਖਦਾ ਹੁਣ ਮੈਂ ਉਂਝ ਵੇਖਿਆ ਹੀ ਨਹੀਂ ਕਦੀ ਕਿਸੇ ਨੂੰ। ਚੁੱਪ ਕਰੋ, ਮੈਨੂੰ ਇੱਕ ਬੰਦਾ ਫੋਨ ਕਰਨ ਡਿਆ, ਉਹਨੂੰ ਮੈਂ ਮੈਸੇਜ ਦੇ ਦਾਂ। ਚਲੋ ਠੀਕ ਹੈ, ਮੈਂ ਕੰਮ ਤੇ ਯਾਰ ਥੋੜਾ ਤੇ ਮੇਰਾ ਟਾਈਮ ਖਤਮ ਹੋ ਗਿਆ 15 ਮਿੰਟਾਂ ਨੂੰ। ਠੀਕ ਉਹ ਮੈਂ ਗਰੁੱਪ ਦੇ ਵਿੱਚ ਮੈਸੇਜ ਸੈਂਡ ਕੀਤਾ ਜਿਹੜਾ ਫਰਕਾਨ ਨੇ ਮੈਨੂੰ ਕੀਤਾ, ਉਹ ਤੁਸੀਂ ਪੜ੍ਹ ਲਓ, ਫਿਰ ਮੈਨੂੰ ਫੋਨ ਕਰ ਲਿਓ ਤੇ ਮੈਂ ਬਰਾੜ ਉਹਦੇ ਤੇ ਬੰਦ ਕਰ ਦਿੰਦਾ। ਇਦਾਂ ਤੇ ਨਹੀਂ ਨਾ ਚਾਹੀਦਾ ਤੁਹਾਨੂੰ, ਐਵੇਂ ਤੁਸੀਂ ਬੇਤੁਕੇ ਫੋਨ ਕਰੀ ਜਾਓ। ਜਿਹੜਾ ਮੈਨੂੰ ਮੈਸੇਜ ਕੀਤਾ ਉਹ ਮੈਂ ਮੈਸੇਜ ਗਰੁੱਪ ਦੇ ਵਿੱਚ ਸ਼ੇਅਰ ਕੀਤਾ, ਤੁਸੀਂ ਉਹ ਪੜ੍ਹ ਲਓ ਤੇ ਉਹ ਤੁਸੀਂ ਫਿਰ ਮੈਨੂੰ ਗੱਲ ਕਰਿਓ ਕਿ ਤੁਸੀਂ ਝੂਠ ਬੋਲਣ ਡੇ ਜੇ ਜਾਂ ਗਲਤ ਕਰਨ ਡੇ ਜੇ। ਤੁਹਾਨੂੰ ਜਿਹੜਾ ਮਸਲਾ ਵਾ ਉਹਦੇ ਨਾਲ ਗੱਲ ਕਰ ਲੈਣੀ, ਇਹ ਤੇ ਨਹੀਂ ਆ ਹੁਣ ਕਿ ਠਵਾਲ ਸਾਹਿਬ ਉੱਠ ਕੇ ਬੰਦਾ ਬਰੋਡ ਲਾ ਦੇ। ਜਿਹੜਾ ਉਹਦੇ ਨਾਲ ਮਸਲਾ ਵਾ ਉਹ ਅਸੀਂ ਹੱਲ ਕਰ ਲੈਨੇ, ਫੁਰਕਾਨ ਨੂੰ ਪੁੱਛ ਲੈਨੇ ਆ ਕਿ ਮੈਸੇਜ ਕਿਉਂ ਕੀਤਾ। ਚੁੱਕੋ ਕਾਮਨ ਅਹਿਮਦੀ ਨੂੰ ਵੀ ਚੁੱਕੋ ਤੇ। ਹਾਂਜੀ, ਕਾਮਨ ਅਹਿਮਦੀ ਸਾਹਿਬ ਤੇ ਵਿਚਾਰੇ ਅੱਗੇ ਉਹ ਮਜ਼ਲੂਮ ਨੇ ਮੇਰੇ ਤਰ੍ਹਾਂ, ਉਹਨਾਂ ਤੇ ਤਾਂ ਬਹੁਤ ਬਰਾਡਾਂ ਲੱਗਦੀਆਂ ਨੇ। ਨਾ ਜੇ ਤੁਹਾਡੇ ਤਰ੍ਹਾਂ ਦੇ 2-4 ਮਜ਼ਲੂਮ ਹੋ ਗਏ, ਯਕੀਨ ਜਾਣਾ ਕਾਮਨ ਅਹਿਮਦੀ ਸਾਹਿਬ ਆ ਜਾਓ। ਕਰਨੀ ਪੈ ਜਾਣੀ ਆ। ਨਹੀਂ ਵੇਖੋ ਜੀ, ਮੈਂ ਤੁਹਾਨੂੰ ਦੱਸਾਂ, ਇੱਕ ਬਰਾੜ ਤੇ ਮੈਂ ਇੱਕ ਦਿਨ ਨਾ ਐਵੇਂ ਕਿਤੇ ਹੋਰ ਕਿਤੇ ਮੈਂ ਉਸ ਬਰਾੜ ਤੇ ਡਿੱਗ ਪਿਆ। ਉਹ ਹਲੇ ਉਹ ਬੰਦੇ ਦੀ ਮੈਂ ਬੜੀ ਇੱਜ਼ਤ ਕਰਨਾ, ਉਹ ਬੰਦਾ ਮੇਰੀ ਬਹੁਤ ਇੱਜ਼ਤ ਕਰਦਾ, ਬਹੁਤ ਫੇਮਸ ਬੰਦਾ ਉਹ। ਬਰਾਡਾਂ ਵੀ ਉਹਦੀਆਂ ਬਹੁਤ ਲੋਕੀ ਸੁਣਦੇ ਨੇ, ਆਪਣੇ ਨਾਦਰ ਭਾਈ ਜਿਹੜੇ ਨੇ, ਛੋਟਾ ਫਿਰ ਵੀ ਮੈਂ ਉਹਨੂੰ ਨਾਦਰ ਭਾਈ ਜਾਂਦਾ ਤੇ ਮੇਰੀ ਬੜੀ ਇੱਜ਼ਤ ਕਰਦਾ, ਬਲਕਿ ਲੋਕਾਂ ਦੇ ਪਿੱਛੇ ਮੇਰੇ ਕੋਲੋਂ ਖੁਦ ਮਾਜ਼ਰ ਕਰ ਦਿੰਦਾ। ਮੈਂ ਥੱਲੇ ਬੈਠਾ ਵਾਂ ਤੇ ਉਹ ਮਾਨੀ ਨਹੀਂ, ਜਿਹੜਾ ਮਾਨੀ ਉਹ ਗਿਟਕ ਜੀ ਜਿਹੜੀ ਚਪੇੜ ਮਾਰੋ ਤੇ ਥੱਲੇ ਹੀ ਉਹ ਨੱਪ ਕਰਦਾ। ਨਹੀਂ ਯਾਰ ਅਗਲੇ ਨੂੰ ਕੁਛ ਨਹੀਂ ਕਹੀਦਾ, ਗੱਲ ਕਰੀ ਦਿੰਦੀ ਬਸ। ਉਹ ਮਲਕ ਤਲਤ ਦੀ ਕਿਤੇ ਗੱਲ ਕਰਨ ਦੇ ਨਾਦਰ ਭਾਈ ਤੇ ਮੈਂ ਥੱਲੇ ਬੈਠਾ, ਕੋਈ ਮੈਂ ਉਂਝ ਹੀ ਬੈਠਾ, ਪਤਾ ਨਹੀਂ ਡਿੱਗ ਪਿਆ ਰਾਤ ਦੇ ਕਿਤੇ 12-1 ਵਜੇ, ਮੈਨੂੰ ਪਤਾ ਹੀ ਨਹੀਂ। ਉਹਨਾਂ ਮੈਸੇਜ ਕਰਤਾ ਜੀ ਇਹ ਵੀ ਉਸ ਗਰੁੱਪ ਦਾ ਬੰਦਾ ਹੈ, ਇਹ ਵੀ ਉਸ ਗਰੁੱਪ ਦਾ ਹੀ ਬੰਦਾ। ਮੈਨੂੰ ਯਾਰ ਬੜਾ ਆਇਆ, ਮੈਂ ਕਿਹਾ ਵੀ ਮੈਂ ਕੀ ਕਹਿਤਾ ਇਹਨਾਂ ਨੂੰ। ਮੈਂ ਤੇ ਠੀਕ ਹੈ, ਜੇ ਗਲਤੀ ਨਾਲ ਡਿੱਗ ਪਿਆ ਤੇ ਉਹ ਬੰਦਾ ਡਿੱਗ ਹੀ ਪੈਂਦਾ ਨਾ ਕਿਸੇ ਬਰਾੜ ਤੇ। ਤੂੰ ਚਲਾ ਜਾ ਤੇ ਮੈਨੇ ਤੇ ਛੱਟਾ ਮਾਰਨਾ ਹੀ ਆ ਤੇ ਤੇਰੀਆਂ ਨਸਲਾਂ ਯਾਦ ਕਰਨੀਆਂ ਕਰੋਗਾ। ਆਪਣੇ ਉਹ ਬੰਦਾ ਡਿੱਗ ਹੀ ਪੈਂਦਾ ਨਾ ਬਰਾੜ ਕਿਸੇ ਤੇ। ਮੈਂ ਸਕਰੀਨਸ਼ਾਟ ਦੀ ਕਾਪੀ ਲੈ ਲਈ, ਮੈਂ 1-2 ਵਾਰੀ ਰਿਕੁਐਸਟ ਪਾਈ, ਉਹ ਜੀ ਉਹਨਾਂ ਕੱਟਤੀ ਰਿਕੁਐਸਟ ਨੂੰ। ਉਹ ਤੀਸਰੀ ਵਾਰੀ ਕਿਤੇ ਉਹ ਨਾਦਰ ਸਾਹਿਬ ਨੇ ਚੁੱਕ ਲਿਆ। ਮੈਂ ਉਹਨਾਂ ਨੂੰ ਕਿਹਾ ਜੀ ਆਂਦੇ ਗੱਲ ਤੁਹਾਡੀ ਸੁਣਨੇ ਮਰਬੀ ਸਾਹਿਬ ਕਰ ਲੈਣ। ਮੈਂ ਆਖਿਆ ਵੀ ਗੱਲ ਕੋਈ ਨਹੀਂ, ਮੈਂ ਤੇ ਆਉਣਾ ਨਹੀਂ ਸੀ, ਮੈਂ ਕਿਤੇ ਹਾਂਜੀ ਕੁਦਰਤੀ ਬੈਠਾ ਤੇ ਆ ਮਾਨੀ ਸਾਹਿਬ ਨੇ ਤੇ ਮੈਸੇਜ ਕਰਤਾ ਤੇ ਇਹ ਪਤਾ ਨਹੀਂ ਕੀ ਜ਼ਰੂਰਤ ਨਾ ਪਈ। ਉਹ ਨਾਦਰ ਸਾਹਿਬ ਨੇ ਮੇਰੇ ਕੋਲ ਮਾਜ਼ਰ ਕਰ ਲਈ ਹੈਂ। ਉਹ ਮੈਂ ਕਿਹਾ ਮਾਨੀ ਮਾਜ਼ਰ ਕਰ ਲਏ ਤੇ ਗੱਲ ਖਤਮ ਹੋ ਜਾਂਦੀ, ਉਹਨੇ ਉਸੇ ਵੇਲੇ ਮਾਜ਼ਰ ਕਰ ਲਈ, ਗੱਲ ਖਤਮ ਹੋ ਗਈ। ਉਹ ਕਈ ਥੱਲੇ ਮੈਸੇਜ ਲਿਖਣ ਦੇ ਜੀ, ਉਹ ਤੂੰ ਥੱਲੇ ਬਹਿ ਕੇ ਟੈਪ ਕਰ, ਤੂੰ ਕਰ, ਤੇਰਾ ਜਮਾਤ ਨਾਲ ਨਹੀਂ ਤਲਕ, ਤੇਰਾ ਫਲਾਣੇ ਨਾਲ ਨਹੀਂ ਤਲਕ। ਜਿਹੜੇ ਥੱਲੇ ਬੈਠੇ ਲਿਖਣ ਦਿਆ ਕਰੋ, ਲਿਖਣ ਦਿਆ ਕਰੋ। ਮਾਨੀ ਨੂੰ ਮੈਂ ਇਨਬਾਕਸ 'ਚ ਕਿਹਾ, ਉਹਨੇ ਉੱਥੇ ਹੀ ਮਾਫੀ ਮੰਗ ਲਈ, ਗੱਲ ਖਤਮ ਹੋ ਗਈ, ਗੱਲ ਖਤਮ ਹੋ ਗਈ। ਇਹ ਫਰਕਾਨ ਨੇ ਇਨਬਾਕਸ ਵਿੱਚ, ਇਹਨੂੰ ਕੀ ਜ਼ਰੂਰਤ ਸੀ ਮੈਨੂੰ ਮੈਸੇਜ ਕਰੇ ਯਾਰ। ਉਹਨਾਂ ਦੇ ਸਾਰਿਆਂ ਨੂੰ ਕਈਆਂ ਬੰਦਿਆਂ ਨੇ ਅਸੀਂ ਤਾਂ ਦੂਜੀ ਆਈਡੀ ਤੋਂ ਬਹਿ ਕੇ ਜੀ ਬਰਾੜ ਸੁਣ ਲੈਂਦੇ ਆ। ਹੁਣ ਮੈਂ ਥੱਲੇ ਤੇ ਲਿਖ ਕੇ ਆਇਆ ਕਿ ਮੈਂ ਤੇਰੇ ਤੇ ਬਰਾੜ ਆਉਣ ਲੱਗਾ ਤੇ ਆ ਫਿਰ ਲਾਈ ਉਹ, ਫਿਰ ਜੋ ਕਰਨ ਹੁੰਦਾ ਹੀ ਕਰ ਲੈ। ਜਿਹੜਾ ਥੱਲੇ ਡਿਕੋਡਰ ਲਿਖ ਰਿਹਾ ਨਾ ਤੁਹਾਡਾ, ਜਿਹੜਾ ਵਾ ਨਾ ਤੁਹਾਡਾ ਆਈਡੀ ਦਾ ਨਾਂ, ਹੁਣ ਤੁਸੀਂ ਪਿਛਵਾੜਾ ਗਰੁੱਪ ਰੱਖ ਲਓ, ਕਿਉਂਕਿ ਤੁਸੀਂ ਅੱਲਾਹ ਤਾਲਾ ਨੂੰ ਤੇ ਪਿਛਵਾੜੇ ਚ ਅਸਤਗਫਿਰੁੱਲਾਹ ਵਾਰਦੇ ਜੋ, ਨਬੀਆਂ ਨੂੰ ਤੁਸੀਂ ਅਸਲ ਨਾ ਉਹ ਕਾਜ਼ਮੀ ਸਾਹਿਬ ਤੇ ਕਾਜ਼ਮੀ ਜਿਹੜਾ ਨਾ ਇਹ ਹੁਣ ਮਤਲਬ ਕਿ ਵਾਹਵਾ ਚਿਰ ਵਿੱਚ ਗਾਇਬ ਰਿਹਾ, ਹੁਣ ਫਿਰ ਇਹ ਐਕਟਿਵ ਹੋ ਗਿਆ। ਤੇ ਇੱਕ ਆਦਮੀ ਵੈਸੇ ਗੱਲ ਪਹਿਲਾਂ ਅੱਛੀ ਕਰ ਲੈਂਦਾ ਹੁੰਦਾ ਸੀ, ਹੁਣ ਪਤਾ ਨਹੀਂ ਇਹਨੂੰ ਕੀ ਹੋਇਆ। ਜਿਹੜਾ ਹਸਨ ਕਾਜ਼ਮੀ,
ਇਹ ਸਿੱਕਰ ਗਰੁੱਪ ਦਾ ਕਾਜ਼ਮੀ ਨਹੀਂ ਜਿਹੜਾ ਉਹ ਵੇ ਇਹਨੇ ਹੀ ਉਹੀ ਆ, ਏਡੀ ਦੀ ਇਹ ਪਛਵਾੜਾ ਗਰੁੱਪ ਕਿਆ ਕਰੋ ਹੁਣ ਤੁਸੀਂ ਸੀਕਰ ਸੂਕਰ ਗਰੁੱਪ ਪਛਵਾੜਾ ਗਰੁੱਪ ਜਿਹੜਾ ਇਹ ਏਡੀ ਵਾਲੇ ਜਿਹੜੀ ਇਹ ਬਣਾਈ ਵੀ ਇਹਨੇ ਹੀ ਸੀ ਆ ਡੀਪੀ। ਇਹਨੇ ਉਦੋਂ ਇੱਕ ਵਾਰੀ ਮੁਹੰਮਦ ਖਾਨ ਜੀ ਇੱਥੇ ਆਇਆ ਸੀ, ਬਰਾੜ ਤੇ ਅਬਦੁੱਲਾ ਤੇ ਮੁਹੰਮਦ ਖਾਨ ਨੂੰ ਜੁੜਿਆ ਸੀ, ਇਹਨੇ ਉਹ ਰਿਕਾਰਡ ਕਰਕੇ ਤੇ ਉਹਨੂੰ ਦਿੱਤੀ ਉਹ ਜਿਹੜਾ ਨਾ ਉਹ ਪਛਵਾੜੇ ਗਰੁੱਪ ਦਾ ਰਹਿਨੁਮਾ ਜਿਹੜਾ ਸੀਕਰ। ਮੈਂ ਤੁਹਾਨੂੰ ਉਹਨਾਂ ਕੀ ਗੱਲ ਲਾਓ ਸਾਹਮਣੇ ਪਛਵਾੜੇ ਗਰੁੱਪ ਦੀ ਨਾ, ਮੈਂ ਟੀਪੀ ਭੇਜ ਦਿੰਦਾ ਨਾ। ਲਾਨੇ ਆ ਕੋਈ 2-4 ਦਿਨ ਫਰਕਾਨ ਸਾਹਿਬ ਨੂੰ ਕੋਈ ਥੋੜਾ ਜਿਹਾ ਜੋੜ ਲਈਏ। ਮੈਨੇ ਫਰਕਾਨ ਨਾਲ ਗੱਲ ਕਰ ਲੈਣੇ, ਕੀ ਐਡੀ ਕਿਹੜੀ ਗੱਲ ਭੈਣ ਚੋ ਕੋ ਪਹਾੜ ਡਿੱਗ ਪਿਆ ਵਾ। ਗੱਲ ਬਸ ਇਹ ਜੇ ਗੱਲ ਜੇ ਕਰਨੀ ਜੇ ਮੇਰੇ ਵੱਲੋਂ ਤੇ ਇਹ ਕਰਨੀ ਜੇ ਵੀ ਤੂੰ ਉਹਨੂੰ ਮੈਸੇਜ ਕਿਉਂ ਭੇਜਿਆ। ਕਰ ਲਾਂਗੇ ਨਾ ਗੱਲ, ਤੁਹਾਨੂੰ ਜਦੋਂ ਕਹਿ ਦਿੱਤਾ ਫਿਰ ਕਰ ਲਵਾਂਗੇ ਗੱਲ। ਕਰ ਲੋ ਟਾਈਮ ਨਾਲ ਤੇ ਬਿਹਤਰ ਹੀ ਹੈ, ਫਿਰ ਚਲੋ ਅਸੀਂ ਵੀ ਕਰ ਲਾਈਵ ਲਾਂਗੇ ਨਾ, ਤੁਸੀਂ ਇਹਨੂੰ ਹਟਾ ਦਵੋ ਹੁਣ, ਇਹਨੂੰ ਪੋਸਟਰ ਨੂੰ ਹਟਾ ਦਿਓ। ਕੋਈ ਫਰਕ ਨਹੀਂ ਪੈਂਦਾ, ਬਸ ਉਹ ਤੇ ਫਰਕਾਨ ਸਾਹਿਬ ਦੀ ਮਸ਼ਹੂਰੀ ਵੈਸੇ ਹੀ ਹੋ ਰਹੀ ਹੈ। ਕਿਉਂਕਿ ਉਹਨਾਂ ਦੇ ਦਾ ਤੁਸੀਂ ਬਿਠਾਇਆ ਸੀ ਨਾ ਇੱਥੇ ਜ਼ਾਹਿਦ ਜਮੀਲ, ਮੈਂ ਇੱਕ ਹੁਣ ਤੁਹਾਨੂੰ ਮੈਸੇਜ ਇੱਕ ਭੇਜਣ ਲੱਗਾ ਵਾਂ ਉਹਦੇ ਤੇ WhatsApp ਦੇ ਉੱਤੇ, ਚੈੱਕ ਕਰੋ ਇਸ ਕੁੱਤੀ ਦੇ ਬੱਚੇ ਨੇ ਕੀ ਲਿਖਿਆ ਵਾ। ਜੇ ਹਜੇ ਵੀ ਤੁਸੀਂ ਇਹਨੂੰ ਬਿਠਾਵੋ ਨਾ ਤੇ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ। ਮੈਂ ਤੁਹਾਨੂੰ ਦੂਸਰੇ WhatsApp ਤੋਂ ਭੇਜਾਂਗਾ, ਇਹ ਜਿਹਦੇ ਤੋਂ ਇੱਥੇ ਲੋ ਚੁੱਕੋ, ਅਲਤਾਫ ਭਾਈ ਕਮਨ ਭਾਈ ਦੀ ਚੁੱਕੋ ਕਾਲ। ਅਲਤਾਫ ਭਾਈ ਨਜ਼ਰ ਤੇ ਥੱਲੇ ਆਉਂਦੇ ਨਹੀਂ ਤੇ ਤੁਸੀਂ ਨਹੀਂ, ਉਹ ਪ੍ਰਾਈਵੇਟ ਆਈਡੀ ਹੈ ਨਾ, ਤੇ ਇਸ ਕਰਕੇ ਸਿਰਫ ਤੁਹਾਨੂੰ ਨਜ਼ਰ ਆਉਣਾ। ਆ ਮੈਂ ਤੁਹਾਨੂੰ ਹੁਣ ਭੇਜਣ ਲੱਗਾ, ਮੈਂ ਹਰਾਮਜ਼ਾਦੇ ਦਾ ਮੈਸੇਜ ਕਾਲ ਪਾਓ ਅਲਤਾਫ ਭਾਈ। ਜਿਹੜਾ ਥੱਲੇ ਨਹੀਂ ਆਇਆ ਹੁਣ ਫਿਰ ਦੁਬਾਰਾ ਖੋਤੀ ਦਾ ਬੱਚਾ ਜਿਹੜਾ ਉਹ, ਇੱਕ ਮਿੰਟ ਆ ਹੁਣ ਮੈਂ ਤੁਹਾਨੂੰ ਵੀ ਮੈਂ ਭੇਜਣ ਲੱਗਾ, ਜੋ ਕਮਨ ਅਹਿਮਦੀ ਸਾਹਿਬ ਤੁਹਾਨੂੰ ਮੈਂ ਭੇਜਣ ਲੱਗਾ। ਭੇਜ ਦਿਓ। ਅਸਲਾਮ ਵਾਲੇਕੁਮ ਰਹਿਮਤੁਲਾਹ। ਬੜੋ ਹਰਾਮਜ਼ਾਦੇ ਦਾ ਮੈਂ ਇਹ ਸਾਰੇ ਖਾਨਦਾਨੀ ਬਗੈਰਤ ਲੋਕ ਨੇ। ਤੁਸੀਂ ਕਿਹਨਾਂ ਨੂੰ ਤਾਹਿਰ ਭਾਈ, ਤੁਸੀਂ ਤਾਂ ਮਾਸ਼ਾਅੱਲਾ ਠਵਾਲ ਜੱਟ ਬੰਦੇ ਯਾਰ, ਤੁਹਾਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਨੇ। ਉੱਥੇ ਠਵਾਲ ਸਾਹਿਬ ਵੀ ਬੈਠੇ ਤੇ ਇਹਨਾਂ ਨੂੰ ਮੈਂਸ਼ਨ ਕੀਤਾ ਵਾ, ਹੁਣ ਮੈਂ ਮੈਸੇਜ ਭੇਜਿਆ ਵਾ, ਪੜੋ। ਇਹ ਸਾਰੇ ਹਰਾਮ ਦੇ ਜਮੇ ਨੇ, ਸਾਰੇ ਇੱਕ ਤੋਂ ਲੈ ਕੇ ਇੱਕ ਵੱਧ ਹਰਾਮ ਦਾ ਹੈ। ਅਮਨ ਨਜ਼ੀਰ ਤੋਂ ਲੈ ਕੇ ਸ਼ਾਹਪੁਰ ਸਭ ਹਰਾਮ ਦੇ ਨੇ। ਸ਼ਾਹਪੁਰ ਜੇ ਤੂੰ ਬਕਵਾਸ ਕੀਤੀ ਤਾਂ ਮੈਂ ਤੇਰੇ ਮਾਮਾ ਨੂੰ ਤੋੜਾਂਗਾ ਜਿੱਥੋਂ ਨਿਕਲੇ ਨੇ ਤੇਰੇ ਸਾਰੇ ਮਾਮਾ। ਕੋਈ ਗੱਲ ਨਹੀਂ, ਇਸ ਤਰ੍ਹਾਂ ਦੀ ਮੈਂ ਤੇਰਾ ਮਾਮ ਜਿਹੜਾ ਜੁਗਾਰ ਚ ਲੁਕਿਆ ਨਾ, ਉਹਨੂੰ ਮੈਂ ਉੱਥੇ ਜਾ ਕੇ ਠੋਕ ਕੇ ਆਵਾਂਗਾ ਯਾਰ। ਚਲੋ ਮੋਡੀਏਟਰ ਜੇ ਕੋਈ ਹੈ ਤੇ ਕਮੈਂਟ ਮਿਊਟ ਕਰ ਦੇਣਗੇ, ਮੋਡੀਏਟਰ ਜਿਹੜਾ ਵੀ ਹੈ ਕੋਈ। ਇਹ ਕਮਨ ਅਹਿਮਦੀ ਸਾਹਿਬ, ਫਰਕਾਨ ਸਾਹਿਬ ਨੇ ਜਿਹੜਾ ਮੈਸੇਜ ਭੇਜਿਆ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਗੱਲ ਸੁਣੋ ਤਾਹਿਰ ਭਾਈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੈ, ਸਾਨੂੰ ਚਾਹੀਦਾ ਹੁੰਦਾ ਕੋਈ ਨਾ ਕੋਈ ਮੌਕਾ ਕਿਸੇ ਗੱਲ ਕਰਨ ਦਾ, ਠੀਕ ਹੋ। ਮੈਂ ਤੁਹਾਨੂੰ ਇਸ ਵਿੱਚ ਬੁਰਾ ਨਹੀਂ ਕਹਿੰਦਾਗਾ। ਇਹ ਸਾਰੇ ਅਸੀਂ ਸਾਰੇ ਇਸੇ ਸਾਡੀ ਕੌਮ ਜਿਹੜੀ ਨਾ ਪਾਕਿਸਤਾਨੀ, ਅਸੀਂ ਮਿਨ ਹਾਸਲ ਕੌਮ ਇਸ ਤਰ੍ਹਾਂ ਦੇ ਆ ਕਿ ਸਾਨੂੰ ਕੋਈ ਨਾ ਕੋਈ ਮੇਰੇ ਨਾਲ ਕਿਹੜਾ ਜ਼ਮੀਨ ਦਾ ਸੁਣ ਤੋਂ ਨਾ ਮੇਰੀ ਸੁਣ ਤੋਂ ਤੁਸੀਂ, ਤੁਹਾਨੂੰ ਤਾਂ ਮੈਂ ਹਮੇਸ਼ਾ ਐਡਮਾਇਰ ਕਰਨਾ, ਤੁਸੀਂ ਬਹੁਤ ਸਮਝਦਾਰ ਹੋ ਮੇਰੇ ਨਾਲ, ਤੁਸੀਂ ਕਿਤੇ ਬਹੁਤ ਜ਼ਿਆਦਾ ਸਮਝਦਾਰ ਹੋ। ਅਸੀਂ ਤਾਂ ਕੁਝ ਵੀ ਨਹੀਂ ਹੈਗੇ, ਅਸੀਂ ਤੁਹਾਡੇ ਬੱਚੇ ਵਰਗੇ ਆ। ਇਹਨਾਂ ਨੂੰ ਸਮਝਾਈਏ ਤੇ ਹਟ ਜਾਂਦੇ ਨੇ ਇਹਨਾਂ ਚ। ਗੱਲ ਸਿਰਫ ਇਹ ਵੇ, ਤੁਸੀਂ ਲਿਖਿਆ ਕਿ ਲੋਕੀ ਫਾਇਦਾ ਉਠਾਉਂਦੇ ਨਾ ਆਪਣੇ। ਸੁਣੋ ਨਾ, ਤੁਹਾਡੇ ਪੋਸਟਰ ਲਿਖਿਆ ਕਿ ਉਹ ਅਹਿਮਦੀ ਨਹੀਂ, ਤੁਹਾਡੇ ਕੋਲ ਕੀ ਸਬੂਤ ਹੈ ਕਿ ਅਹਿਮਦੀ ਨਹੀਂ ਹੈਗਾ? ਨਹੀਂ ਹੈਗਾ ਜਿਹੜਾ ਰੋਜ਼ ਗਾਲਾਂ ਪਾਉਂਦਾ ਜਮਾਨ ਨੂੰ, ਅਹਿਮਦੀ ਨਹੀਂ ਹੋ ਸਕਦਾ। ਨਹੀਂ ਅਹਿਮਦੀ ਨਹੀਂ, ਤਾਂ ਸਾਰੇ ਜਿਹੜੇ ਗਾਲਾਂ ਪਾਉਂਦੇ ਨੇ ਉਹ ਅਹਿਮਦੀ ਨਹੀਂ ਹੈਗੇ। ਹੁਣ ਉਹ ਨਟਰ ਦੇ ਨਾਲ ਉਹਨੂੰ ਤਸ਼ਬੀਹ ਦੇਣ ਦੇ ਨੇ ਲੋਕੀ। ਯਾਰ ਮੇਰੀ ਗੱਲ ਸੁਣੋ, ਉਹ ਲੋਕਾਂ ਨੂੰ ਦੇਣ ਦਿਓ, ਲੋਕਾਂ ਦਾ ਛੱਡੋ। अच्छा, कमन अहमदी साहब ने लिखा कि मैं आप लोगों को इसलिए ब्राड पे नहीं लेता कि आप लोगों की ब्राडों पे जाते हैं जिधर अहमदियों को गालियां पड़ती हैं और आप उस गालियों में का हिसाब नहीं इन्हें मेरी को गाली करे ना जिथे मैं ਤਾਹਿਰ ਭਾਈ ਮੇਰੀ ਗੱਲ ਸੁਣ ਲਓ ਪਲੀਜ਼। ਤਾਹਿਰ ਭਾਈ ਗੱਲ ਇਹ ਵੇ, ਉਹਨੇ ਤੁਹਾਨੂੰ ਪ੍ਰਾਈਵੇਟ ਮੈਸੇਜ ਭੇਜਿਆ ਸੀ ਨਾ? ਪ੍ਰਾਈਵੇਟ ਭੇਜਿਆ, ਹਾਂਜੀ। ਕਿਸੇ ਨੂੰ ਉਹਨੇ ਕਿਸੇ ਦੇ ਸਾਹਮਣੇ ਕਿਸੇ ਦਾ ਨਾਮ ਲੈ ਕੇ ਆਪਣੀ ਬ੍ਰੌਡ ਤੇ ਕਿਹਾ ਹੋਵੇ ਕਿ ਇਹਨਾਂ ਬੰਦਿਆਂ ਨੂੰ ਮੈਂ ਬਲੌਕ ਕੀਤਾ? ਨਹੀਂ ਆ ਨਾ, ਰੀਜ਼ਨ ਵੇਖੋ ਤੁਸੀਂ ਪ੍ਰਾਈਵੇਟ ਚ ਰੱਖੋ, ਤੁਸੀਂ ਇਸ ਕੰਮ ਨੂੰ ਪ੍ਰਾਈਵੇਟ ਸਾਡੇ ਕੋਲ ਆ ਕੇ ਕਿਉਂ ਫਿਰ ਉੱਥੇ ਲੋਕਾਂ ਦੇ ਨਾਲ ਕਿਤਾਬਾਂ ਪੜ੍ਹ ਕੇ ਤੇ ਦੱਸਦਾ ਰਿਹਾ ਤੇ ਲੋਕਾਂ ਨੂੰ ਸਾਡੇ ਖਿਲਾਫ ਕਰਦਾ ਰਿਹਾ ਹੈ। ਆਪਣੀ ਬਰਾੜ ਤੇ ਬਹਿ ਕੇ ਕਿਤਾਬਾਂ ਪੜ੍ਹੇ। ਤਾਹਿਰ ਭਾਈ ਪਹਿਲੇ ਆਪਣੀ ਗੱਲ ਕਰੋ। ਮੈਨੂੰ ਇਹ ਕਿ ਮੈਂ ਫਿਰ ਲੋਕਾਂ ਨੂੰ ਬਹਾ ਲੈਣਾ ਤੇ ਫਿਰ ਮੇਰੇ ਨਾਲ ਲੋਕਾਂ ਨੂੰ ਥੋੜੀ ਦੇਰ ਬਾਅਦ ਨਾ ਇਖਤਲਾਫ ਹੋ ਜਾਂਦਾ ਆਪਣੇ।
ਕਮਨ ਅਹਿਮਦੀ ਸਾਹਿਬ ਨਹੀਂ ਜਿੱਦਾਂ ਉਹ ਅਲੀ ਤਾਂ ਅਕਬਰ ਨੂੰ ਵੀ ਹੋ ਗਿਆ। ਜਿਹੜਾ ਤਾਹਿਰ ਭਾਈ ਜਿਹੜਾ ਤੁਹਾਨੂੰ ਅਲੀ ਅਕਬਰ ਕੀ ਇੱਥੇ ਆ ਕੇ ਉਹ ਮਤਲਬ ਕਿ ਤਾਹਿਰ ਭਾਈ ਜਿਹੜਾ ਸੀ ਉਹ ਹਦੀਸਾਂ ਪੜ੍ਹਦਾ ਹੁੰਦਾ ਸੀ, ਉਹ ਵੀ ਤਾਂ ਲੋਕਾਂ ਨੂੰ ਇੱਥੇ ਮੇਰੀ ਬਰਾਤ ਤੇ ਬਹਿ ਗਾਲਾਂ ਕੱਢਦਾ ਹੁੰਦਾ ਸੀ ਨਾ। ਤਾਹਿਰ ਭਾਈ ਤੇ ਕਈਆਂ ਨਾਲ ਲੜਾਈ ਕਰਾਈ ਉਹਨੇ ਮੇਰੇ ਕੋਲੋਂ। ਤਾਹਿਰ ਭਾਈ ਸੁਣੋ ਮੇਰੀ ਗੱਲ ਸੁਣੋ। ਸਿੰਪਲ ਜੀ ਗੱਲ ਇਹ ਵੇ ਕਿ ਜਿਸ ਚੀਜ਼ ਨੂੰ ਉਹਨੇ ਪ੍ਰਾਈਵੇਟ ਰੱਖਿਆ ਤੁਸੀਂ ਉਹਨੂੰ ਪ੍ਰਾਈਵੇਟ ਰੱਖੋ। ਸਭ ਨਾਲ ਪਹਿਲੀ ਗੱਲ ਹੈ ਉਹਨੂੰ ਉਹਦਾ ਸ਼ੋਰ ਮਚਾਉਣ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਮੈਨੂੰ ਵੀ ਉਹਨੇ ਨਹੀਂ ਸ਼ੋਰ ਨਹੀਂ, ਮੈਨੂੰ ਤੇ ਇਹ ਵੇ ਕਿ ਕਿਹਾ ਕਿਉਂ ਹੈ ਉਹਨੇ ਉਹਨੇ ਪ੍ਰਾਈਵੇਟ ਪ੍ਰਾਈਵੇਟ ਪੁੱਛੋ ਤੁਹਾਨੂੰ ਕੀ ਜ਼ਰੂਰਤ ਹੈ, ਤੁਸੀਂ ਆ ਕੇ ਮੈਸੇਜ ਆ ਕੇ ਐਲਾਨ ਕਰ ਦਿਓ। ਪ੍ਰਾਈਵੇਟ ਮੈਨੂੰ ਜਵਾਬ ਦੇ ਤੇ ਜਵਾਬ ਲਿਖ ਕੇ ਦੇ ਤੇ ਮੈਂ ਉਹਦਾ ਜਵਾਬ ਲਾ ਦਾਂਗਾ ਵੀ ਆ ਉਹਨੇ ਜਵਾਬ ਦੇ ਦਿੱਤਾ। ਹਾਂ ਬਸ ਗੱਲ ਖਤਮ ਹੋ ਗਈ, ਉੱਥੇ ਉਹਦੀ ਗੱਲ ਖਤਮ ਕਰ ਦਿਓ। ਤੁਹਾਨੂੰ ਕੀ ਜ਼ਰੂਰਤ ਹੈ ਕਿ ਤੁਸੀਂ ਮੈਸੇਜ ਨਹੀਂ ਜਵਾਬ ਦੇਗਾ ਉਹਨਾਂ ਚ ਤੇ ਨਹੀਂ ਲੱਗਾ। ਤਾਹਿਰ ਭਾਈ ਸਮਝਿਆ ਕਰੋ, ਜਵਾਬ ਦੇ ਦੇ ਕਿਉਂ ਨਹੀਂ ਹੋ। ਆਹੋ ਤਾਹਿਰ ਭਾਈ ਤੁਸੀਂ ਮੇਰੇ ਨਾਲ ਮਾਸ਼ਾਅੱਲਾ ਕਿਤੇ ਜ਼ੀਰਕ ਇਨਸਾਨ ਹੋ, ਤੁਸੀਂ ਮਾਸ਼ਾਅੱਲਾ ਨਿੱਕੀ ਗਹਿਰਾਈ ਪਕੜ ਲੈਂਦੇ ਹੋ। ਮੇਰਾ ਇਲਮ ਜਿਹੜਾ ਉੱਥੇ ਖਤਮ ਹੋ ਜਾਂਦਾ ਜਿੱਥੇ ਕੋਈ ਮੇਰੇ ਨਾਲ ਕੋਈ ਪੰਗਾ ਲੈਂਦਾ। ਨਹੀਂ ਤਾਹਿਰ ਭਾਈ ਤੁਹਾਡਾ ਕਿਸੇ ਉਹਨੇ ਤੁਹਾਡੇ ਨਾਲ ਅਗਰ ਤੇ ਖਾਲੀ ਤੁਹਾਨੂੰ ਨੇ ਮੈਸੇਜ ਕੀਤਾ ਬੰਨਾ ਫਿਰ ਤੇ ਮੈਂ ਐਗਰੀ ਹਾਂ ਤੁਹਾਡੇ ਨਾਲ। ਉਹਨੇ ਸਾਰਿਆਂ ਨੂੰ ਮੈਸੇਜ ਕੀਤਾ ਟੋਟਲ, ਜਿਹੜੀ ਉਹਦੀ ਲਿਸਟ ਹੈ ਨਾ ਉਹ ਜਿਹੜੇ ਨਾਲ ਵੀ ਬੰਦੇ ਨੇ ਉਹਨਾਂ ਨੂੰ ਵੀ ਉਹਨੇ ਮੈਸੇਜ ਕੀਤਾ। ਉਹ ਤੇ ਕਿਉਂ ਬੰਦਾ ਫਿਰ ਨਾਲ ਕੱਲਾ ਬਰਾੜ ਫਿਰ ਉਹੀ ਗੱਲ ਹੀ ਨਹੀਂ। ਅਗਰ ਤੁਹਾਨੂੰ ਕੀਤਾ ਹੁੰਦਾ ਫਿਰ ਮੈਂ ਕਿਸੇ ਨੂੰ ਭੇਜਣ ਡਿਆ ਉਹ ਜਿਹੜੀਆਂ ਨੇ ਰਿਕਾਰਡਿੰਗਾਂ ਵੀ ਤੁਸੀਂ ਇੱਥੇ ਬਹਿ ਕੇ ਚਲਾਓ, ਕਿਸੇ ਨੂੰ ਕੁਛ ਕਰਨ ਡਿਆ, ਕਿਸੇ ਨੂੰ ਇਹਨੂੰ ਕਿਤਾਬਾਂ ਭੇਜ ਦੇਣ ਤੇ ਜਾ ਕੇ ਪਾਕਿਸਤਾਨ ਪੜ੍ਹੇ ਕਿਤਾਬਾਂ ਇਹਦੀਆਂ ਅਗਲੇ ਕਿਤਾਬਾਂ। ਨਹੀਂ ਪਾਕਿਸਤਾਨ ਨਹੀਂ ਤੇ ਕੀ ਮਤਲਬ ਤੁਸੀਂ ਕੀ ਕਹਿੰਦੇ, ਤੁਸੀਂ ਚਾਹੁੰਦੇ ਹੋ ਉਹਨੂੰ ਮਰਵਾ ਦੇ, ਤੁਸੀਂ ਕੀ ਚਾਹੁੰਦੇ ਹੋ ਮਰਵਾ ਦਈਏ, ਕੱਲ ਕੀ ਚਾਹੁੰਦੇ ਹੋ ਮਰਵਾ ਦਈਏ ਸਰ ਤੁਹਾਡੇ, ਤੁਸੀਂ ਉਹਦੇ ਉੱਤੇ ਕਮੈਂਟ ਕਿਉਂ ਨਹੀਂ ਕੀਤਾ ਕੋਈ? ਮੈਂ ਕਿਸੇ ਦੀ ਸਾਈਡ ਨਹੀਂ ਰਿਹਾ, ਮੈਨੂੰ ਉਹਨੂੰ ਮਰਵਾ ਦਈਏ, ਉਹਨੂੰ ਮਰਵਾ ਦਈਏ। ਜਿਹੜਾ ਕੱਲ ਪੋਸਟਰ ਤੁਹਾਡੇ ਬਾਰੇ ਲੱਗਾ ਸੀ ਤੁਸੀਂ ਉਹਦੇ ਉੱਤੇ ਮੈਨੂੰ ਕੋਈ ਮਸਲਾ ਨਹੀਂ, ਮੈਨੂੰ ਕੋਈ ਅੱਲਾ ਦੀ ਕਸਮ ਕੋਈ ਮਸਲਾ ਨਹੀਂ। ਮੈਨੂੰ ਨੰਗਾ ਕਰਕੇ ਵੀ ਟਾਲ ਦੇਣਗੇ, ਆਈ ਡੋਂਟ ਗਿਵ ਡੈਮ। ਮੈਨੂੰ ਤਾਂ ਮਸਲਾ ਨਾ, ਮੈਨੂੰ ਮਸਲਾ ਤਾਹਿਰ ਭਾਈ ਮੈਨੂੰ ਨੰਗਾ ਕਰਕੇ ਮੇਰੀ ਮਾਂ ਪਿਓ ਜਿੰਨੂੰ ਮਰਜ਼ੀ ਗਾਲਾਂ ਕੱਢਣ, ਆਈ ਡੋਂਟ ਗਿਵ ਡੈਮ। ਹੁਣ ਤੁਹਾਨੂੰ ਜਰਮਨ ਬਹਿ ਕੇ ਮਸਲਾ ਉਹਨੇ ਸਾਰਿਆਂ ਨੂੰ ਘੱਲਿਆ ਵਾ ਯਾਰ, ਇੰਜ ਨਾ ਕਰੋ ਯਾਰ, ਕੀ ਹੋ ਗਿਆ? ਸਮਝਾ ਰਹੇ ਆ ਕਿ ਸਾਰਿਆਂ ਨੂੰ ਆਇਆ ਵਾ, ਐਡੀ ਨਹੀਂ ਲਈਦੀ ਹੁੰਦੀ ਟੈਨਸ਼ਨ ਉਹਨਾਂ ਕਿਸੇ ਨਹੀਂ। ਉਹ ਕੱਲਾ ਬੰਦਾ ਹੀ ਐਡਾ ਵੱਡਾ ਜਵਾਬ ਆ ਗਿਆ ਕਿ ਲੋਕਾਂ ਨੂੰ ਮੈਸੇਜ। ਓ ਯਾਰ ਤਾਹਿਰ ਭਾਈ ਤੁਸੀਂ ਸਮਝਦਾਰ ਬੰਦੇ ਹੋ, ਫਿਰ ਵੀ ਸਾਡੇ ਲਈ ਛੋਟੇ ਬੰਦੇ ਨੂੰ ਧਿਆਨ ਆਪਣਾ ਕੀ ਨਾ ਹੈ ਸੋਮਨ ਭਾਈ। ਦੇਖੋ ਸੁਭਾਨ ਅੱਲਾ ਭਾਈ, ਇੱਕ ਵਾਰੀ ਹੁੰਦਾ ਹੁਣ ਨਹੀਂ ਮੁੜਦੇ, ਕੀ ਕਰੀਏ ਫਿਰ ਕਹਿਣਾ ਹੀ ਹੁੰਦਾ ਨਾ। ਹਾਂ ਉਹਨਾਂ ਕਰਨੀ ਆਪਣੀ ਮਰਜ਼ੀ ਹੈ। ਹੁਣ ਅਸੀਂ ਤੁਰ ਜਾਾਂਗੇ ਜੰਗ ਲਈ, ਤੁਹਾਨੂੰ ਚੁੱਕ ਲੈਣਗੇ, ਉਹ ਕੱਢਣਗੇ ਗਾਲਾਂ, ਫਿਰ ਉਹ ਚੰਗਾ ਹੈ ਨਾ। ਨਹੀਂ ਮੇਰੀ ਬਰਾੜ ਤੇ ਕੋਈ ਜਿਹੜਾ ਗਾਲ ਕੱਢਦਾ ਤਾਹਿਰ ਭਾਈ ਮੈਂ ਤੁਹਾਡੇ ਨਹੀਂ ਤਾਹਿਰ ਭਾਈ ਨਾ ਕਰੋ ਯਾਰ, ਖੁਦਾ ਜਿਹੜਾ ਗੰਦਿਆ ਛੱਡ ਤੁਸੀਂ ਆ ਕੇ ਗਾਲ ਕੱਢਦਾ ਆਮਦੀ ਨੂੰ, ਮੇਰੀ ਬਰਾੜ ਤੇ ਨਹੀਂ ਕੱਢਦਾ ਕੋਈ ਵੀ ਨਹੀਂ ਕੱਢਦਾ। ਉਹਨੇ ਵੀ ਤੁਹਾਨੂੰ ਕਿਸੇ ਕਮੈਂਟ ਦੇ ਵਿੱਚ ਗਾਲ ਨਹੀਂ ਕੱਢੀ ਜਿਹੜੀ ਤੁਸੀਂ ਇੱਥੇ ਭਾਈ ਮੈਂ ਤੁਹਾਨੂੰ ਆਡੀਓ ਕੱਢਦੇ ਨੇ। ਮੈਂ ਇਹ ਕਹਿਣ ਲਿਆ ਵਾਂ ਕਿ ਤੁਹਾਨੂੰ ਆਡੀਓ ਭੇਜਿਆ ਤੁਹਾਨੂੰ ਗਾਲਾਂ ਕੱਢੀਆਂ ਹੋਈਆਂ ਨੇ, ਭੇਜਾਂ ਮੈਂ ਤੁਹਾਨੂੰ। ਮੈਨੂੰ ਬਹੁਤ ਮੈਸੇਜ ਗਾਲ ਕੱਢੀ ਹਾਂ ਤੇ ਫਿਰ ਨਾ ਕਰਨਾ ਇਸ ਤਰ੍ਹਾਂ ਦੇ ਕੰਮ, ਜ਼ਰੂਰਤ ਹੀ ਕੋਈ ਨਹੀਂ ਹੈਗੀ। ਮੈਨੂੰ ਗੈਰ ਅਹਿਮਦੀ ਬੇਸ਼ੱਕ ਕੱਢਣ, ਜਿੰਨੀਆਂ ਮਰਜ਼ੀ ਕੱਢਣ, ਮੈਨੂੰ ਅਹਿਮਦੀ ਕਿਉਂ ਕੋਈ ਮੈਸੇਜ ਕਰੇ? ਤੂੰ ਹੋਰ ਰੋਜ਼ਾਨਾ ਕਰਦਾ ਕਾਜ਼ਮੀ ਤੁਹਾਡਾ, ਤੂੰ ਮੇਰੇ ਨਾਲ ਕਰੇਗਾ ਉਹਨੂੰ ਉਹਦੇ ਨਹੀਂ। ਉਹ ਮੇਰੀ ਗੱਲ ਸੁਣੋ ਨਾ, ਤੁਸੀਂ ਉਹ ਸਾਰਿਆਂ ਨੂੰ ਉਹਨੇ ਮੈਸੇਜ ਕੀਤਾ, ਤੁਹਾਡੀ ਮਿਹਰਬਾਨੀ ਤੁਸੀਂ ਇਹ ਲਾ ਦਿਓ। ਤੇ ਜੇ ਇਹ ਗੱਲ ਆ ਕਿ ਉਹ ਤੁਹਾਨੂੰ ਆ ਕੇ ਸੋਰੀ ਕਰੇ, ਮੈਨੂੰ ਜਿਹੜਾ ਮੈਸੇਜ ਦਿੱਤਾ ਦੇਖੋ ਸੋਰੀ ਤਾਂ ਬੰਦਾ ਤਾਂ ਕਰੇ ਨਾ ਜੇ ਵਿੱਚ ਦੇ ਵਿੱਚ ਕੋਈ ਗਾਲ ਛਾਲ ਲਿਖੀ ਹੋਵੇ। ਕੋਈ ਗਾਲ ਨਹੀਂ, ਉਹਨੇ ਪੈਗਾਮ ਪਹੁੰਚਾਇਆ ਵਾ, ਉਹਨੇ ਪੈਗਾਮ ਪਹੁੰਚਾਇਆ। ਜੋ ਮਰਜ਼ੀ ਮੈਸੇਜ ਕਰੇ, ਮੈਨੂੰ ਜਿਹੜਾ ਮੈਸੇਜ ਦਿੱਤਾ ਉਹਦਾ ਰੀਜ਼ਨ ਦੱਸ ਦੇ ਸਰ। ਮੈਂ ਦੱਸਣਾ ਹੁਣ ਇੱਕ ਗੱਲ ਸੁਣੋ ਤਾਹਿਰ ਭਾਈ, ਇੱਕ ਹੁੰਦਾ ਹੈ ਉਹਨੇ ਪੰਜ ਸਰ ਪਾਕ ਸਾਹਿਬ ਥੱਲੇ ਲਿਖਣ ਦੇ ਨੇ, ਇਹ ਹੈ ਇਹਦੀ ਸ਼ਾਰਪ ਸ਼ੂਟਰ, ਇਹ ਚੱਲ ਲਿਖੀ ਜਾ ਜੋ ਮਰਜ਼ੀ ਲਿਖੀ ਜਾ ਭਾਈ। ਮੇਰੀ ਗੱਲ ਤੋਂ ਛੱਡ, ਜੇ ਤੁਹਾਡੀ ਅਸੀਂ ਗੱਲ ਕਰਾ ਦਈਏ ਉਹਦੇ ਨਾਲ, ਸਫਵਾਨ ਨਾਲ, ਨਹੀਂ ਜ਼ਰੂਰਤ ਨਹੀਂ ਹੈ। ਨਹੀਂ ਮੇਰਾ ਨੰਬਰ ਹੈ, ਮੇਰੇ ਕੋਲ ਵੀ ਆ, ਗੱਲ ਉਹਨੇ ਕਰਨੀ ਹੈ। ਤਾਹਿਰ ਭਾਈ ਸੁਣੋ, ਤਾਹਿਰ ਯਾਰ ਇੱਕ ਮਿੰਟ ਮਲੰਗ ਭਾਈ ਮੈਨੂੰ ਗੱਲ ਕਰਨ ਦਿਓ। ਤਾਹਿਰ ਭਾਈ ਗੱਲ ਇਹ ਵੇ ਕਿ ਇੱਕ ਸਰਕੂਲਰ ਬਣਦਾ ਹੈ, ਠੀਕ ਹੈ ਨਾ। ਜੇ ਉਹਨੇ ਆਪਣੇ ਦੋਸਤਾਂ ਨੂੰ ਵੀ ਭੇਜਿਆ, ਸਾਰਿਆਂ ਨੂੰ ਭੇਜਿਆ, ਤੇ ਇਹਦਾ ਮਤਲਬ ਹੈ ਕਿ ਇੱਕ ਸਰਕੂਲਰ ਸੀਗਾ ਉਹ, ਠੀਕ। ਉਹਨੂੰ ਮੇਰੀ ਗੱਲ ਸੁਣਨਾ ਪੂਰੀ, ਪਹਿਲੀ ਸੁਣ ਲਓ। ਅਗਰ ਤੁਸੀਂ ਇਸ ਚੀਜ਼ ਨੂੰ ਹੁਣ ਮੈਂ ਜੇ ਸ਼ੈਤਾਨ ਹੁੰਦਾ ਕਮਨ ਅਹਿਮਦੀ ਸਾਹਿਬ ਸੁਣੋ ਨਾ ਪਿਆਰੇ ਭਾਈ, ਸੁਣ ਤੇ ਲੋ, ਤੁਹਾਨੂੰ ਮੈਂ ਸਕਰੀਨਸ਼ਾਟ ਭੇਜ ਦਿੰਦਾ ਹੈ ਜੇ ਅਲਤਾਫ ਸਾਹਿਬ ਤੁਹਾਡੇ ਸੁਣ ਤੇ ਲੋ। ਤਾਹਿਰ ਭਾਈ ਸੁਣ ਤੇ ਲੋ, ਅਗਰ ਮੇਰੀ ਗੱਲ ਸੁਣੋ, ਸਰਕੂਲਰ ਨੇ ਭੇਜਿਆ, ਅਗਰ ਤੁਸੀਂ ਇਸ ਗੱਲ ਤੇ ਵੀ ਰਾਜ਼ੀ ਨੂੰ ਤੁਸੀਂ ਕਹਿੰਦੇ ਉਹ ਕੋ ਵੱਡਾ ਆਪਣੇ ਆਪ ਨੂੰ ਨਹੀਂ, ਉਹ ਗੱਲ ਉਹ ਆਪਣੀ ਬਰਾਡ ਚਲਾਉਂਦਾ, ਉਹਨੇ ਆਪਣੇ ਤਰੀਕੇ ਨਾਲ ਚਲਾਣੀ, ਉਹਨੂੰ ਚਲਾਉਣ ਦਿਓ। ਉਹਨੇ ਤੁਹਾਨੂੰ ਕਿ ਰੱਖਿਆ ਅਮਨ ਨਜ਼ੀਰ ਵਰਗੇ ਜਿਹੜੇ ਨਾ ਬੇਗੈਰਤ ਬੇਸ਼ਰਮ ਇਨਸਾਨ
ਉਹਦੀ ਬਰੋਡ ਤੇ ਜਾਣ ਦੀ ਨਹੀਂ ਹਿੰਮਤ ਨਹੀਂ ਅਮਨ ਕਰਦੇ ਨਜ਼ੀਰ ਤਾਂ ਨਹੀਂ ਨਾ ਇੱਥੇ ਹੈ, ਜਾਂ ਤੇ ਅਮਨ ਨਜ਼ੀਰ ਹੋਏ ਨਾ ਫਿਰ ਅਮਨ ਤੁਸੀਂ ਨਜ਼ੀਰ, ਉਹਨੂੰ ਕਹੋ। ਇਹ ਬਗੈਰਤ ਅਮਨ ਨਜ਼ੀਰ ਹੋ ਗਿਆ, ਬਗੈਰਤ ਤੁਹਾਡਾ ਕੀ ਕਹਿੰਦੇ ਨੇ ਮੁਫਤੀ ਮੁਬਸ਼ਰ ਸ਼ਾਹ ਹੋ ਗਿਆ, ਬਗੈਰਤ ਜ਼ਿਆ ਰਸੂਲ ਹੋ ਗਿਆ, ਇਹ ਜਾ ਨਹੀਂ ਸਕਦੇ ਉਹ। ਮੁਫਤੀ ਬਸ਼ਰ ਤੇ ਲਾਂਤੀ ਉਹਦਾ ਤੇ ਨਾਮ ਹੀ ਨਹੀਂ ਮੈਂ ਤੇ ਲੈਂਦਾ। ਅਮਨ ਨਜ਼ੀਰ ਕਿਹੜਾ ਨਹੀਂ ਲਾਂਤੀ ਨਹੀਂ ਹੈ, ਇਹਨੇ ਨਹੀਂ ਗੱਲ ਨਹੀਂ ਕਹੀ, ਤੇ ਉਹ ਹੈ ਇਹਨੇ ਨਹੀਂ ਤਸਵੀਰਾਂ ਇਹਦਾ ਕਲਾਸ ਫੈਲੋ ਆ ਆਪਣਾ ਇਹਨੇ ਅਸਲ ਦਫਾ ਜਾਂਦੀਆਂ ਪਹਿਲੇ ਉਹ ਅਮਨ ਨਜ਼ੀਰ ਜਿਹੜਾ ਨਾ ਇਹਨਾਂ ਦਾ ਕਲਾਸ ਫੈਲੋ ਆ, ਉਹ ਇਹਨਾਂ ਦਾ ਕਲਾਸ ਫੈਲੋ ਆ। ਨਹੀਂ ਛੱਡੋ, ਉਹ ਨਹੀਂ ਮੰਨਦਾ ਮੈਂ ਕਲਾਸ ਫੈਲੋ ਤੇ ਇਹ ਗੱਲ ਨਹੀਂ ਕਰਨ ਦੀ ਉਹ ਲੋੜ ਹੀ ਕਲਾਸ ਨਹੀਂ। ਵੀ ਡੋਨਟ ਆਹੋ, ਗਿਵ ਇਟ ਬਿਲਕੁਲ। ਲੇਕਿਨ ਤੁਹਾਨੂੰ ਅਟਵਾਲ ਸਾਹਿਬ ਤੁਹਾਨੂੰ ਪਤਾ ਨਹੀਂ, ਬੰਦਾ ਪੜ੍ਹ ਇਸ ਤਾਂ ਕਿਸੇ ਨਾਲ ਬਗੈਰਤ, ਸਕਦਾ ਇਸ ਨਾ, ਬੇਸ਼ਰਮ ਸਾਹਿਬ ਨੇ ਅਟਵਾਲ ਭਾਈ, ਕੋਈ ਇਸ ਬੰਦਾ ਕਿਸੇ ਬਗੈਰਤ ਨਾਲ ਪੜ੍ਹ ਅਮਨ ਸਕਦਾ ਨਜ਼ੀਰ, ਹੈ, ਕਿਹੜਾ ਬੇਸ਼ਰਮ ਕੋਈ ਅਮਨ ਗੱਲ ਨਜ਼ੀਰ ਨੇ ਹਜ਼ਰਤ ਅਮਾ ਜਾਨ ਦੀ ਤਸਵੀਰਾਂ ਪਹਿਲੇ ਲਗਵਾਈਆਂ ਸੀ, ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ ਸਟਾਰਟ ਇਹਨੇ ਕੰਮ ਬਿਲਕੁਲ ਕੀਤਾ। ਬਿਲਕੁਲ ਇੱਕ ਗੱਲ ਨੂੰ ਤੁਸੀਂ ਕਹਿੰਦੇ ਹੋ ਸਾਰੇ ਸਾਡੇ ਭਾਈ ਜੇ ਤਾਏ ਸਾਹਿਬ, ਉਹ ਤਸਵੀਰਾਂ ਬਾਅਦ ਤੇ ਇੱਥੇ ਮੇਰੀ ਸਾਰੇ ਸਾਡੇ ਭਾਈ ਆ, ਅਸੀਂ ਤਾਬੇਦਾਰ ਤੇ ਹੁਣ ਤਾਬੇਦਾਰ ਤੁਸੀਂ ਉਹ ਕੰਮ ਪੈ ਗਿਆ ਇੱਕ ਦਫਾ ਲੱਗ ਤਸਵੀਰਾਂ ਤੋਂ ਬਾਅਦ ਕਦੀ ਇੱਥੇ ਬਰਾੜ ਤੇ ਵੇਖਿਆ ਜੇ ਉਹਨੂੰ ਮੇਰੀ ਤੇ ਮੈਂ ਤੇ ਇਹ ਤੇ ਗੱਲ ਕਰਨਾ ਨਾ ਮੇਰੀ ਤੇ ਨਹੀਂ ਨਾ ਲਾ ਸਕਦਾ। ਨਹੀਂ ਤੁਸੀਂ ਹੁਣ ਇੱਕ ਬੰਦਾ ਤੁਹਾਡੇ ਕੋਲ ਆ ਕੇ ਰਿਕੁਐਸਟ ਕਰ ਰਿਹਾ, ਤੁਸੀਂ ਕਹਿੰਦੇ ਅਸੀਂ ਤਾਬੇਦਾਰ, ਹੁਣ ਲਾ ਦਿਓ। ਉਹ ਫਰਕਾਨ ਨੂੰ ਪੁੱਛ ਕੇ ਉਹਨੇ ਕਿਉਂ ਮੈਸੇਜ ਕੀਤਾ? ਫਰਕਾਨ ਨੂੰ ਬਾਅਦ ਚ ਪੁੱਛ ਲਿਆ, ਤੁਸੀਂ ਲਾ ਦਿਓ, ਫਿਰ ਤੁਹਾਨੂੰ ਕਾਲ ਮਿਲਾਉਣੇ ਆ, ਫਿਰ ਤੁਹਾਡੇ ਤੁਹਾਨੂੰ ਕੁੱਕੜ ਦੀ ਕਾਲ ਇੱਕ ਹੀ ਮਿਲਾ ਲੱਤ ਲੈਣੀ। ਰਹਿਣੀ ਮਿਲਾਦਾ ਹੈ ਤਾਰ ਭਾਈ, ਜੀ ਜੀ ਤੁਹਾਡੇ ਕੁੱਕੜ ਦੀ ਇੱਕ ਹੀ ਲੱਤ ਰਹਿਣੀ, ਦੂਜੀ ਲੱਤ ਨਹੀਂ ਆਉਣੀ। ਹਾਂਜੀ, ਉਹ ਮੇਰਾ ਜੇ ਇੱਕ ਲੱਤ ਵਾਲਾ ਕੁੱਕੜ ਬੜਾ ਕਈ ਵਾਰੀ ਕਾਮਯਾਬ ਹੁੰਦਾ। ਇਹ ਬੜੀ ਸਿਆਰ ਤਾਰ ਭਾਈ ਨੇ ਨਾ ਜਵਾਬ ਘੜ ਕੇ ਰੱਖਿਆ ਹੁੰਦਾ, ਲੋੜ ਪੈਂਦੀ ਆ। ਬੋਲੇ ਸਹੀ। ਕਿਉਂਕਿ ਮੈਂ ਬਹੁਤ ਜ਼ਿਆਦਾ ਹੁਣ ਤੁਸੀਂ ਗੱਲਾਂ ਤੇ ਬੜੀਆਂ ਕਰਦੇ ਜੇ ਅਸੀਂ ਤਾਬੇਦਾਰ, ਹੁਣ ਤਾਬੇਦਾਰੀ ਪੂਰੀ ਕਰ ਲਓ ਨਾ। ਮੰਨ ਕੇ ਗਰੀਬ ਆ ਹੁਣ ਤੁਹਾਡੇ ਭਾਈ ਅਸੀਂ ਤੇ ਚਲੋ ਤੁਹਾਡੇ ਕੁਝ ਨਹੀਂ ਲੱਗਦੇ, ਸੁਭਾਨ ਭਾਈ ਦੀ ਗੱਲ ਮੰਨ ਲਓ, ਉਹਦੇ ਤੁਹਾਡੇ ਹਾਣੀਆਂ ਨਾ, ਤੇ ਮੈਂ ਉਹਨਾਂ ਕੋਲ ਨਹੀਂ ਡਰਿਆ। ਕੋਈ ਵੀ ਨਹੀਂ ਧਮਕੀਆਂ ਦਿੰਦਾ ਐਸੀ ਦੀ ਤੈਸੀ ਕਿਸੇ ਦੀ। ਨਹੀਂ ਮੈਂ ਵੈਸੇ ਨਾ ਖੋਲ ਕੇ ਇੱਕ ਦਿੰਦਾ ਹਿਸਾਬ ਲਾਇਆ ਹੈ ਮਲੰਗ ਭਾਈ ਤੇ ਸੀਸੀਟੀ ਭਾਈ, ਮੈਂ ਇੱਕ ਹਿਸਾਬ ਲਾਇਆ ਤਾਇਰ ਭਾਈ ਨੂੰ ਨਾ ਹਰ ਹਫਤੇ ਦੀ ਇੱਕ ਦਫਾ ਨਾ ਇੱਕ ਕਿਤੇ ਨਾ ਕਿਤੇ ਨਾ ਹੁਣ ਦਿਮਾਗ ਲੋਕ ਮੰਨਵਾਉਂਦੇ ਨੇ ਜੀ ਇਹ ਆਪਣੀ ਬਰਾੜ ਚਮਕਾਉਣ ਲਈ ਇਦਾਂ ਦੇ ਕੰਮ ਕਰਦਾ। ਇੱਕ ਬੰਦਾ ਚਾਹੀਦਾ ਭੈਣ ਦੀ ਸੀਰੀ, ਲੋਕਾਂ ਦੀ ਭੈਣ ਦੀ ਸੀਰੀ ਕਿਉਂ ਕਹਿਣ? ਤੁਸੀਂ ਨਾ ਸੁਣੋ, ਨਾ ਸੁਣੋ ਤੁਸੀਂ ਉਹਨਾਂ ਦੀ। ਅਸੀਂ ਚਮਕਾਉਂਦੇ ਆ ਬਰਾੜ ਲੋਕੀ, ਤੁਸੀਂ ਉਹਨਾਂ ਨੂੰ ਜਵਾਬ ਦਿਓ ਜਿਵੇਂ ਹੁਣ ਤੁਸੀਂ ਜਵਾਬ ਦਿੱਤਾ। ਤਾਇਰ ਭਾਈ ਅੱਜ ਨਾ ਮੈਂ ਅੱਜ ਮਤਲਬ ਜਿਹਨੂੰ ਕਹਿੰਦੇ ਨਾ ਦਿਲੋਂ ਸੀਰੀਅਸਲੀ ਹੋ ਕੇ ਜਰਮਨ ਚ ਕਹਿੰਦੇ ਨੇ ਫਰਾਈਵਿਲੀ, ਯਾਨੀ ਕਿ ਵੋਲੰਟੀਅਰਲੀ ਮੈਂ ਆਪਣਾ ਨੂੰ ਪੇਸ਼ ਕਰਨਾ, ਮੈਂ ਆਪਣੀ ਫੋਟੋ ਵੀ ਭੇਜ ਦੇਣਾ ਤੁਹਾਨੂੰ, ਠੀਕ ਹੈ ਨਾ? ਮੈਨੂੰ ਰੋਜ਼ਾਨਾ ਟੰਗ ਦਿਆ ਭਾਈ ਜ਼ਰੂਰ, ਤੁਹਾਡਾ ਮਕਸਦ ਪੂਰਾ ਹੁੰਦਾ, ਕੋਈ ਮਸਲਾ ਨਹੀਂ ਹੈ। ਤੁਹਾਡੀ ਚ ਅੱਗੇ ਫੋਟੋ ਹੈ, ਕਿਹੜਾ ਕੋਈ ਮਸਲਾ? ਮੈਨੂੰ ਟੰਗ ਦਿਆ ਕਰੋ ਰੋਜ਼ਾਨਾ। ਛੱਡੋ ਬਾਬੇ ਨੂੰ ਟੰਗੇ ਥੱਲੇ ਇੱਕ ਬਾਬਾ ਆਇਆ ਵਾ, ਇਹਨੂੰ ਟੰਗੋ, ਬਾਬਾ ਮੰਜੀ ਦਾ ਪਾਵਾ, ਇਹਦੀ ਫੋਟੋ ਹੈ ਸਾਰੇ। ਜਿਹੜੇ ਮੌਲਵੀ ਨੂੰ ਟੰਗਣੇ ਨੇ ਨਾ ਉਹਨਾਂ ਨੂੰ ਨਾ ਛੇੜੋ ਪਲੀਜ਼, ਬਸ ਮੇਰਾ ਬਾਬਾ ਮੰਜੀ ਦਾ ਪਾਵਾ ਆ ਜਾ ਉੱਤੇ ਯਾਰ। ਹਾਂ ਇਹਨੂੰ ਟੰਗੋ ਉੱਤੇ ਬਾਬਾ ਮੰਜੀ ਦਾ ਮੈਨੂੰ ਪਾਵਾ ਤੁਸੀਂ ਮੈਸੇਜ ਰੋਜ਼ਾਨਾ ਟੰਗ ਦਿਆ ਕਰੋ, ਕਦੀ ਨਹੀਂ ਤੁਹਾਨੂੰ ਕਹਾਂਗਾ। ਸੀਸੀਟੀ ਨੂੰ ਟੰਗ ਦਿਆ ਕਰੋ, ਮੈਂ ਸੀਸੀਟੀ ਦੀ ਫੋਟੋ ਭੇਜ ਦੇਣਾ ਤੁਹਾਨੂੰ, ਇਹਨੂੰ ਟੰਗ ਦਿਆ ਕਰੋ ਰੋਜ਼ਾਨਾ। ਇੱਕ ਦਫਾ ਵੀ ਆ ਕੇ ਅਸੀਂ ਕੁਝ ਕਿਹਾ ਦੇਗਾ ਮੇਰੇ ਨਾਲ ਜਦੋਂ ਕੋਈ ਪੰਗਾ ਲੈਂਦਾ ਉਹਦੇ ਮੈਂ ਗੱਲ ਕਰਨਾ ਨਾਰਮਲ, ਮੈਂ ਕਿਸੇ ਬਾਰੇ ਕੋਈ ਗੱਲ। ਚਲੋ ਵੀ ਸੀਸੀਟੀ ਅੱਜ ਤੋਂ ਮੈਂ ਤੇ ਤੂੰ ਤਾਇਰ ਭਾਈ ਨੇ ਪੰਗਾ ਲੈਣਾ ਕਰਨਾ। ਕੋਈ ਗੱਲ ਨਹੀਂ ਲਿਖੀ ਹੋਈ ਇਹਦੇ ਚ, ਕੋਈ ਗੱਲ ਲਿਖੀ ਹੋਈ ਹੈ ਤਾਂ ਕੋਈ ਦੱਸੋ। ਇੱਕ ਮਿੰਟ ਸੁਣ ਲਓ ਬਾਜਵਾ ਸਾਹਿਬ, ਫਰਕਾਨ ਭਾਈ ਨੇ ਕੋਈ ਮੈਸੇਜ ਭੇਜਿਆ ਤੇ ਉਹ ਲਾਇਆ ਮੈਂ। ਤੁਸੀਂ ਪੜ੍ਹ ਕੇ ਸੁਣਾਉਂਦੇ ਕਿਉਂ ਨਹੀਂ? ਤਾਇਆ ਸਾਹਿਬ ਪੜ੍ਹ ਕੇ ਵੀ ਸੁਣਾਓ ਨਾ, ਵਿੱਚ ਕੀ ਇਸ਼ਾਰਿਆਂ ਤੇ ਲਿਖੀ ਹੈ, ਪੜ੍ਹ ਕੇ ਲਓ ਨਾ, ਸਕਰੀਨਸ਼ਾਟ ਗੱਲ ਲਿਖੀ ਹੈ। ਉਹਨਾਂ ਨੇ ਇੱਕ ਖੂਬਸੂਰਤ ਪੈਗਾਮ ਪਹੁੰਚਾਇਆ, ਸਾਰਿਆਂ ਤੱਕ ਪਹੁੰਚਾਇਆ। ਕੀ ਹੋ ਗਿਆ ਤੁਹਾਨੂੰ? ਆਪ ਜੋ ਮਰਜ਼ੀ ਕਰੇ ਤੇ ਲੋਕਾਂ ਨੂੰ ਖੂਬਸੂਰਤ ਪੈਗਾਮ ਹੈ। ਲੋ ਜੀ, ਉਹਨਾਂ ਨੇ ਕੀ ਕਿਹਾ? ਉਹ ਲੋਕਾਂ ਦੀਆਂ ਕਿਤਾਬਾਂ ਪੜ੍ਹ ਕੇ ਸੁਣਾਉਂਦਾ। ਹਾਂ, ਆਪ ਉਹਦੀ ਵਜ੍ਹਾ ਨਾਲ ਸਾਰੇ ਅਹਿਮਦੀਆਂ ਨੂੰ ਗਾਲਾਂ ਪੈਣ ਤੇ ਇਹਦਾ ਇੱਕ ਹੋਰ ਇਨਕਸ਼ਾਫ ਹੋਇਆ ਵਾ। ਮੁਹੰਮਦ ਭਾਈ ਕਹਿੰਦੇ ਮੈਨੂੰ ਵੀ ਆਇਆ ਵਾ। ਹੈਲੋ, ਹੁਣ ਕਿਹਦੇ ਕੋਲੋਂ ਸੁਣੋਦੇ? ਮੁਹੰਮਦ ਭਾਈ ਤੇ ਬਰਿਆਮ ਰਹਿ ਗਿਆ। ਮੁਹੰਮਦ ਭਾਈ ਤੇ ਬਰਾੜ ਹੀ ਨਹੀਂ ਲਾਉਂਦੇ ਉਹ ਸਰ ਉਹਨੇ ਨਹੀਂ ਥੱਲੇ ਤੇ ਰਹਿੰਦੇ ਨਾ। ਉਹਨੇ ਨਾ ਪੋਡਕਾਸਟ ਬਣਾਈ ਹੋਈ, ਉਹਦੇ ਚ WhatsApp ਨਾ ਪੋਡਕਾਸਟ ਹੁੰਦੀ ਹੈ, ਉਹ ਜਿਹੜੇ ਨੰਬਰ ਉਹ ਸਣ ਉਹਨੇ ਇੱਕ ਮੈਸੇਜ ਕੀਤਾ, ਸਾਰਿਆਂ ਨੂੰ ਚਲਾ ਗਿਆ। ਇਹ ਚ ਕੋਈ ਇੰਡੀਵਿਜੂਅਲ ਬੰਦਾ ਨਹੀਂ ਹੈ। ਨਹੀਂ ਇਹ ਨਹੀਂ ਗੱਲ, ਇਹੀ ਗੱਲ ਮੈਂ ਨਾ ਗਰੰਟੀ ਇਹੀ ਗੱਲ। ਮੈਂ ਤੁਹਾਨੂੰ ਇਹ ਦੱਸਣਾ, ਕੱਲ ਤੁਸੀਂ ਗਏ ਉਹਨੂੰ ਰਿਕਵੈਸਟ ਪਾਈ ਜੇ ਕੋਈ ਲਾਈਵ ਉਹਦੀ ਤੇ? ਹਾਂਜੀ ਮੈਂ ਪਾਈ ਉਹਨੂੰ। ਤੁਸੀਂ ਸਿੱਧੀ ਤਰ੍ਹਾਂ ਕਹੋ ਨਾ ਕਿ ਮੈਨੂੰ ਉਹਨੇ ਚੁੱਕਿਆ ਨਹੀਂ, ਤੁਸੀਂ ਉਹਨੇ ਮੈਨੂੰ ਨਹੀਂ ਚੁੱਕਿਆ, ਮੈਨੂੰ ਕੋਈ ਮਸਲਾ ਨਹੀਂ ਹੈਗਾ। ਨਹੀਂ ਤੁਹਾਨੂੰ ਉਹਨੇ ਚੁੱਕਿਆ ਨਹੀਂ, ਤੁਸੀਂ ਇਹ ਵਾਲਾ ਮੌਜੂਦ ਰੱਖੋ ਨਾ। ਉਦੋਂ ਸਾਰੇ ਉੱਥੇ ਖਾਨੇ ਵੀ ਖਾਲੀ ਸਨ ਤੇ ਮੈਂ ਰਿਕਵੈਸਟ ਪਾਈ, ਉਹਨੇ ਚੁੱਕਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, 4 ਵਜੇ ਪਾਈ। ਗੱਲ ਨਹੀਂ, ਤੁਹਾਨੂੰ ਕੋਈ ਹੋ ਰਿਹਾ? ਨਹੀਂ ਮੈਂ ਇੱਕ ਦੋ ਪਾਈ, ਉਹਨੇ 6 ਆ ਗਈ ਤੇਰਾ ਬਰਿਆਮ, ਹੁਣ ਬੋਲ। ਤੁਸੀਂ ਗੱਲ ਸੁਣਦੇ ਜੇ ਕਿ ਨਹੀਂ ਯਾਰ? ਵਿੱਚ ਬਰਿਆਮ ਤੇਰਾ 6 ਆ ਗਿਆ, ਬੋਲ ਹੁਣ। ਵਾਲੇਕੁਮ ਸਲਾਮ ਰਹਿਮਤੁल्लाह ਜੀ ਬਰਿਆਮ ਸਾਹਿਬ, ਇੱਕ ਮਿੰਟ ਗੱਲ ਸੁਣ ਲਓ, ਮੈਂ ਫਿਰ ਤੁਹਾਨੂੰ ਦੱਸਣਾ।
ਰਿਕੁਐਸਟ ਪਾਈ ਹੈ ਕਿਉਂਕਿ ਮੇਰਾ ਉਹਨਾਂ ਨਾਲ ਪਹਿਲਾਂ ਕਨੈਕਟ ਹੈ, ਅਸੀਂ WhatsApp ਤੇ ਇੱਕ ਦੂਜੇ ਨੂੰ ਵੀਡੀਓ ਭੇਜਦੇ ਆ ਜਾਂ ਜੇ ਉਹ ਜਾਂ ਉਹ ਮੈਨੂੰ ਭੇਜਦੇ ਮੈਂ ਵੀ ਭੇਜਣਾ, ਮੈਨੂੰ ਹਵਾਲੇ ਸ਼ਵਾਲੇ ਭੇਜਦੇ ਮੈਂ ਵੀ ਭੇਜਣਾ। ਮੈਂ ਕਈ ਵਾਰ ਬਰਾੜ ਲਾਨਾ, ਇੱਥੇ ਆ ਕੇ ਪੜ੍ਹਦੇ ਨੇ, ਸਭ ਕੁਝ ਕਰਦੇ ਨੇ, ਲੋਕਾਂ ਦੇ ਹਵਾਲੇ ਪੜ੍ਹਦੇ ਜਿਹਦੇ ਤੇ ਮੈਨੂੰ ਕ੍ਰਿਟੀਸਾਈਜ਼ ਵੀ ਹੁੰਦਾ, ਗਾਲਾਂ ਛਾਲਾਂ ਪੈਂਦੀਆਂ ਨੇ। ਵੈਸੇ ਤਾਂ ਮੈਨੂੰ ਇੰਗਲਿਸ਼ ਵਗੈਰਾ ਕੋਈ ਨਹੀਂ ਆਉਂਦੀ, ਕ੍ਰਿਟੀਸਾਈਜ਼ ਦਾ ਹੁਣ ਮੈਨੂੰ ਮਤਲਬ ਨਹੀਂ ਪਤਾ ਕੀ ਇਹ ਕੰਮ ਨਾਮ ਦੀ ਸਭ ਤੁਸੀਂ ਦੱਸ ਦਿਓ। ਕੀ ਤਨਕੀਦ ਲੋਕੀ ਅਕਸਰ ਆਉਂਦੇ ਨੇ ਵੀ ਤੈਨੂੰ ਨਹੀਂ ਇੰਗਲਿਸ਼ ਆਉਂਦੀ। ਤਨਕੀਦ ਹਾਂਜੀ ਤਨਕੀਦ ਹੁੰਦੀ ਹੈ। ਤੇ ਉਹ ਮਤਲਬ ਕਿ ਬਾਅਦ ਦਫਾ ਮੈਨੂੰ ਮਤਲਬ ਕਿ ਉਹਦਾ ਸਾਹਮਣਾ ਕਰਨਾ ਪੈਂਦਾ। ਤੇ ਉਹ ਇਹ ਗੱਲ ਹੋਈ ਹੈ ਕਿ ਮੈਂ ਉਹਨਾਂ ਨੂੰ WhatsApp 'ਚ ਮੈਸੇਜ ਕੀਤਾ, ਮੈਂ ਕਿਹਾ ਫਰਕਾਨ ਸਾਹਿਬ ਚਲੋ ਠੀਕ ਹੈ ਤੁਸੀਂ ਨਹੀਂ ਚੁੱਕਿਆ ਤੇ ਬੜੀ ਮਿਹਰਬਾਨੀ ਜਜ਼ਾਕੱਲਾ, ਜਾਂ ਤੇ ਸ਼ਾਇਦ ਤੁਹਾਡੀ ਗਲਤੀ ਨਾਲ ਮੋਡੀਏਟਰਾਂ ਨੇ ਡਿਸਕਨੈਕਟ ਕਰਤਾ। ਉਹ ਫਰਕਾਨ ਸਾਹਿਬ ਨੇ ਉਹਦਾ ਜਵਾਬ ਨਹੀਂ ਦਿੱਤਾ। ਉਹਨਾਂ ਕਿਹੜੀ ਮੈਨੂੰ ਗੱਲ ਹੈ ਯਾਰ, ਤੁਸੀਂ ਆਪਣੀ ਲਾ ਲਿਆ ਨਾ। ਹੁਣ 35 ਬੰਦੇ ਬੈਠੇ, ਤੁਸੀਂ ਮਿਊਟ ਲਾ ਕੇ ਸਿਗਰਟ ਪੀ ਲਓ ਇੱਕ। ਹੁਣ 35 ਬੰਦੇ ਵਹਿੰਦੇ ਨੇ ਨਾ ਪਏ ਤੇ ਤੁਸੀਂ ਹੁਣ ਸਟicker ਢਾ ਦਿਓ। 100 ਵੀ ਬਹਿ ਸਕਦੇ ਨੇ ਜੇ ਬਹਿਣਾ ਚਾਹਣ ਬੰਦਿਆਂ ਦਾ। ਯਾਰ ਲਿਖਿਆ ਅੱਛਾ ਅਠਵਾਲ ਭਾਈ, ਮੈਂ ਅਸਲਾਮ ਵਾਲੇਕੁਮ ਰਹਿਮਤੁਲਾਹ। ਮੈਂ ਕਿਹਾ ਲਿਖਿਆ ਬੜਾ ਬਰੀਕ ਹੋਇਆ, ਕੋਈ ਬਹੁਤਾ ਖਤਰਨਾਕ ਤਾਂ ਨਹੀਂ ਲਿਖਿਆ। ਕੁਛ ਵੀ ਨਹੀਂ ਲਿਖਿਆ ਯਾਰ, ਕੁਛ ਵੀ ਨਹੀਂ ਲਿਖਿਆ। ਅਠਵਾਲ ਸਾਹਿਬ ਐਨਕ ਪਾ ਕੇ ਪੜ੍ਹ ਕੇ ਨਹੀਂ ਸੁਣਾਓ। ਮੈਸੇਜ ਤੁਸੀਂ ਆਪਣੇ ਵਰਿਆਮ ਸਾਹਿਬ ਲੈ ਲਓ, ਸਕਰੀਨਸ਼ਾਟ ਤੇ ਪੜ੍ਹ ਲਓ। ਇਹ ਕੀ ਨਹੀਂ ਪੜ੍ਹਨਾ ਨਹੀਂ ਨਾ ਆ ਰਿਹਾ, ਪੜ੍ਹਨਾ ਨਹੀਂ ਨਾ ਆ ਲਿਖਿਆ ਰਿਹਾ। ਗਿਆ ਕਿ ਅਹਿਮ ਦੀ ਗੱਲ ਸੁਣ ਲਓ ਨਾ, ਗੱਲ ਸੁਣੋ। ਜਿੱਦਾਂ ਵੀ ਅਹਿਮ ਦੀ ਵਰਿਆਮ ਸਾਹਿਬ ਤਾਹਰ ਹੋ ਗਿਆ, ਇਹ ਕੋਈ ਗਾਲੀਬਾਜ਼ਾਂ ਲੋਕਾਂ ਨੂੰ ਭਾਂਦੇ ਨੇ ਜਾਂ ਨਹੀਂ ਕਿਸੇ ਨਾਂ ਨਹੀਂ ਲਿਖਿਆ, ਕਿਸੇ ਨਾਂ ਨਹੀਂ ਲਿਖਿਆ। ਤਾਂ ਨਾ ਕਰੋ, ਮੈंने ਕਿਸੇ ਨੂੰ ਮੈਂਸ਼ਨ ਨਹੀਂ ਕੀਤਾ। ਤੁਹਾਡੀ ਮਿਹਰਬਾਨੀ ਮੈਂਸ਼ਨ ਨਾ ਕਰੋ। ਇਹ ਕੰਮ ਨਾ ਕਰੋ। ਇੱਕ ਬੰਦਾ ਵਾ, ਤੁਸੀਂ ਬੰਦੇ ਨਾ ਵਧਾਓਗੇ, ਤੁਹਾਡੀ ਮਿਹਰਬਾਨੀ। ਪ੍ਰੋਗਰਾਮ ਤੇ ਆਮ ਦੀਆਂ ਲਈ ਹੈ ਨਾ, ਵਰਿਆਮ ਵੀ ਬੰਦੇ ਨਾ ਵਧਾਓ। ਮੈਂ ਇਹ ਕਹਿ ਰਿਹਾ ਬੰਦੇ ਨਾ ਵਧਾਓ, ਨੇ ਕਿਸੇ ਨੂੰ ਮੁਖਾਤਬ ਨਹੀਂ ਕੀਤਾ। ਗੱਲ ਸੁਣੋ, ਵਰਿਆਮ ਸਾਹਿਬ ਨੇ ਬੜੇ ਹੁਟੰਗ ਹੋਈ ਉਹਨਾਂ ਤੇ, ਬੜੇ ਵਰਿਆਮ ਸਾਹਿਬ ਨੂੰ ਛੱਡੋ, ਜਦੋਂ ਵਰਿਆਮ ਨੂੰ ਉਹ ਕਰੇਗਾ ਨਾ, ਵਰਿਆਮ ਆਪ ਹੀ ਵੇਖ ਵਰਿਆਮ ਲੂਗਾ। ਸਾਹਿਬ ਨੂੰ ਜਿਹੜੀ ਗੱਲ ਯਾਰ ਦੱਸਣੀ ਹੈ, ਮਲੰਗੀ ਤੂੰ ਚੁੱਪ ਕਿਉਂ ਨਹੀਂ ਕਰਦਾ? ਫਿਰ ਮੈਂ ਤੈਨੂੰ ਥੱਲੇ ਲਾ ਦੇਣਾ। ਗੱਲ ਇਹ ਵੇ ਕਿ ਉਹਨਾਂ ਅੱਗੋਂ ਲਿਖਤਾ ਜੀ ਮੇਰੀ ਬਰਾੜ ਹੈ, ਮੈਂ ਅਹਿਮ ਦੀ ਦੋਸਤ ਜਿਹੜੇ ਨੇ ਇਨਵਾਲਵ ਨੇ ਫਲਾਣੀਆਂ ਸਰਗਰਮੀਆਂ 'ਚ। ਸਮਝੇ ਨਾ ਸਮਝੇ? ਉਹਦੇ ਮੇਰੇ ਬਾਰੇ ਉਹਨਾਂ ਲਿਖਿਆ ਵੀ ਤੁਸੀਂ ਇਨਵਾਲਵ ਹੋ, ਪਾਏ ਗਏ ਹੋ ਫਲਾਣੀਆਂ ਸਰਗਰਮੀਆਂ 'ਚ। ਤੁਸੀਂ ਜਿੱਥੇ ਕੋਈ ਗੱਲਬਾਤ ਹੁੰਦੀ ਹੈ, ਗਾਲੀਬਾਜ਼ੀ ਦਾ ਮੁਕਾਬਲਾ ਹੁੰਦਾ, ਉੱਥੇ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਜੇ ਤੇ ਗਾਲਾਂ ਦਿੰਦੇ ਜਾਂ ਗਾਲਾਂ ਕੱਢਦੇ ਜਾਂ ਗਾਲਾਂ ਪੜਵਾਉਂਦੇ ਜੇ। ਪਰ ਮੈਨੂੰ ਤੁਹਾਡਾ ਨਾਂ ਨਹੀਂ ਨਜ਼ਰ ਆ ਰਿਹਾ, ਤੁਹਾਡਾ ਨਾਂ ਨਹੀਂ ਨਜ਼ਰ ਆ ਰਿਹਾ ਇਹਦੇ 'ਚ ਕਿਤੇ ਵੀ। ਤੇ ਨਾਂ ਨਹੀਂ ਆ, ਤੁਹਾਡੀ ਮਿਹਰਬਾਨੀ। ਨਾ ਵੇਖੋ, ਜਦੋਂ ਤੁਹਾਨੂੰ ਉਹਨੇ ਮੈਂਸ਼ਨ ਹੀ ਨਹੀਂ ਕੀਤਾ। ਹਾਂ ਬਸ ਤੁਹਾਡਾ ਨਾਂ ਕਿਸੇ ਕੋਲੋਂ ਤਾਂ ਨਹੀਂ ਲਿਆ, ਮੇਰੇ ਇਨਬਾਕਸ ਨਹੀਂ ਅਠਵਾਲ ਸਾਹਿਬ, ਮਕਸਦ ਹੈ ਕਿ ਨਾ ਤੁਹਾਡਾ ਹੀ ਹੋਣਾ, ਮਕਸਦ ਲੜਨਾ ਤੁਸੀਂ ਇਹ ਸਿਰਫ। ਗੱਲ ਸੁਣੋ ਮੇਰੀ ਵਰਿਆਮ ਸਾਹਿਬ, ਵਰਿਆਮ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ, ਇਹ ਮੈਸੇਜ ਤੁਹਾਡੇ ਤੇ ਵੀ ਲਾਗੂ ਹੁੰਦਾ, ਸਾਰਿਆਂ ਤੇ ਲਾਗੂ ਹੁੰਦਾ। ਫਿਰ ਕਹਿੰਦੇ ਮੇਰਾ ਉਹਦੇ ਵਿੱਚ ਲਿਖਿਆ ਕਿ ਮੇਰਾ ਨਾ ਦਿਲ ਬੜਾ ਖਾਮੋਸ਼ੀ ਹੈ ਨਾ, ਆਪ ਨਾ ਕਰੋ, ਠੀਕ ਹੈ, ਬੜੀ ਪਹੁੰਚਦੀ ਹੈ। बस करो, खत्म करो यार। बाबा जी एक मिनट चुप करो। ब्लॉक मार दूंगा फिर, ठीक है ना? ਤੁਰ ਗਏ ਜੇ ਨੀਸ ਭਾਈ ਐਡੇ ਪਿਆਰ ਨਾਲ ਬੋਲਦੇ ਤੇ ਤੁਹਾਨੂੰ ਪਤਾ ਨਹੀਂ ਲੱਗਦਾ। ਅੱਛਾ ਗੱਲ ਸੁਣੋ, ਤੁਸੀਂ ਮਿਹਰਬਾਨੀ ਕਰੋ, ਅੱਗੇ ਵਰਿਆਮ ਸਾਹਿਬ ਲਿਖਿਆ ਕਿ ਮੇਰਾ ਦਿਲ ਬਹੁਤ ਦੁਖਦਾ ਤੁਹਾਡੇ ਜੇ ਆਮ ਦੀ ਲੋਕਾਂ ਨੂੰ। ਨਹੀਂ ਤੁਸੀਂ ਦਿਲ ਨਾ ਦਿਖਾਓ, ਉਹਦਾ ਦਿਲ ਹੈ, ਬਰਦਾਸ਼ਤ ਕਰ ਲੈਂਦਾ ਵਾ। ਤੁਸੀਂ ਇੰਨੀ ਮਤਲਬ ਗੁਸਤਾਖੀ ਨਾ ਕਰੋ ਕਿ ਮੇਰੀ ਬਰਾੜ ਤੇ ਰਿਕੁਐਸਟ ਵੀ ਪਾਓ। ਤੁਸੀਂ ਸੁਣੋ ਤੇ ਟੈਪ ਕਰੋ। ਸ਼ਾਹਰੁਖ ਨੂੰ ਉਹ ਤੇਰੀ ਬਰਾੜ ਜਿਹੜੀ ਮਾਮੇ ਖਾਂ, ਤੂੰ ਅਰਸ਼ਾਂ ਤੋਂ ਬਰਾੜ ਲਾ। ਉਹ ਸ਼ਾਹਰੁਖ ਨੂੰ ਚੁੱਕ ਲੋ, ਚਲੋ ਸ਼ਾਹਰੁਖ ਨੂੰ। ਉਹ ਸ਼ਾਹਰੁਖ ਵਾਲੀ ਆਈਡੀ ਫੇਕ ਆ। ਨਹੀਂ ਤੇ ਵੈਸੇ ਯਾਰ ਗੱਲ ਇਹ ਕਿ ਜਿਹੜਾ ਵੀ ਸ਼ਾਹਰੁਖ ਵਾਲੀ ਆਈਡੀ ਜਿਹੜੀ ਫੇਕ ਆ, ਉਹਦੀ ਮਰਜ਼ੀ ਹੈ। ਕਰਨਾ ਤੂੰ ਨਾ ਚੁੱਕ ਸਾਨੂੰ ਵਰਿਆਮ ਨੂੰ ਅੱਜ ਤੱਕ ਅਸੀਂ ਮੈਸੇਜ ਕੀਤਾ ਕੋਈ? ਮੇਰੇ ਆ ਸਾਡੇ ਵਰਿਆਮ ਸਾਹਿਬ ਜੀ ਤੁਹਾਨੂੰ ਕਿੱਦਾਂ ਅਸੀਂ ਕਿਹਾ ਤੁਹਾਨੂੰ ਚੁੱਕਦੇ ਹੋ ਕਿ ਨਹੀਂ ਚੁੱਕਦੇ? ਨਹੀਂ ਕਦੇ ਵੀ ਨਹੀਂ। ਜਿਹੜਾ ਨਹੀਂ ਕਿਸੇ ਨੂੰ ਚੁੱਕਦਾ ਨਾ ਚੁੱਕੇ, ਕਰਨ ਦੀ ਕੀ ਜ਼ਰੂਰਤ ਹੈ? ਵਰਿਆਮ ਕੋ ਬੈਠੇ ਹੋ ਨਾ ਦਾਦੇ ਹੋਰੀ, ਮੈਨੂੰ ਨਹੀਂ ਚੁੱਕਦਾ ਹੈਗਾ, ਜਾ ਵੇਖ ਲੋ ਫਿਰ। ਚਲੋ ਨਾ ਚੁੱਕੋ ਵਰਿਆਮ, ਲੜਾਈ ਨਾ ਹੋਵੇ। ਇਹਨੂੰ ਮਰਵਾਓ ਹੁਣ ਵਿਚਾਰੇ। ਨਹੀਂ ਹੁਣ ਤੁਸੀਂ ਲਾ ਗਏ ਨਾ, ਹੁਣ ਬੰਦਾ ਵੇਖੋ 33 ਬੰਦਾ ਹੋ ਗਿਆ ਵੇਂਦਾ ਪਿਆ ਤੁਹਾਨੂੰ, ਤੇ ਲਾ ਛੜੋ ਹੁਣ। ਸਾਨੂੰ ਤਾਂ ਵਰਿਆਮ ਚੁੱਕਦਾ, ਮੈਂ ਤੇ ਵਰਿਆਮ ਦੇ ਹੱਕ 'ਚ ਵੀ ਬੋਲਣਾ ਬੜੀ ਵਾਰੀ। ਅੱਛਾ ਗੱਲ ਸੁਣੋ ਅਠਵਾਲ ਸਾਹਿਬ, ਇੱਕ ਗੱਲ ਕਰਨੀ ਛੋਟੀ ਜੀ, ਮਲੰਗ ਸਾਹਿਬ ਇੱਕ ਗੱਲ ਕਰਨੀ। ਦੇਖੋ ਇੱਥੇ ਜਿੰਨੀਆਂ ਵੀ ਬਰੋਡਾਂ ਲੱਗਦੀਆਂ ਨੇ ਨਾ, ਤੇ ਜਿਹੜੀਆਂ ਤਬਲੀਗੀ ਨੂੰ ਉਹਨਾਂ ਨੂੰ ਛੱਡ ਦਿਓ, ਜਿਹੜੇ ਵੈਸੇ ਹੈ ਜਿਸ ਤਰ੍ਹਾਂ ਤੁਸੀਂ ਲਾਈ, ਉਹਨਾਂ ਚੋਂ ਵਾਹਦ ਵਰਿਆਮ ਸਾਹਿਬ ਨੇ ਜਿਹੜੀ ਗੱਲ ਹੋਇਆ ਸੱਚ ਦੀ ਕਰਨੀ ਚਾਹੀਦੀ ਹੈ। ਇਸ ਬੰਦੇ ਨੇ ਕਦੀ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ।
ਜੀ ਮੁਹੰਮਦ ਤੇਰੇ ਸਾਹਿਬ ਨਾਲ ਤਾਂ ਸਾਹਿਬ ਕਰਨਾ ਗੱਲ ਇਹ ਵਾ। ਵੇ ਕਿ ਆ ਜਿਹੜਾ ਮੁਹੰਮਦ ਸਾਹਿਬ ਨੂੰ ਡੋਨ ਸਾਹਿਬ ਮੈਂ ਵੇਖਿਆ ਤੁਸੀਂ ਗਾਲਾਂ ਬਹੁਤ ਕੱਢਦੇ ਜੇ। ਨਹੀਂ ਡੋਨ ਝੂਠ ਬੋਲਦਾ ਵਾ, ਡੋਨ ਨਾਲ ਤੇ ਮੈਂ ਕਰਨਾ ਵਾ ਬਦਤਮੀਜ਼ੀ। ਭਾਈ ਡੋਨ ਮਾਰਦਾ ਮੇਰਾ ਹੀ ਵੀ ਝੂਠ ਆ। ਵਰਿਆਮ ਇੱਕਦਮ ਮੇਰੇ ਨਾਲ ਲੜ ਪਿਆ ਸੀ, ਮੇਰੇ ਨਾਲ ਲੜ ਪਿਆ ਸੀ, ਪਰ ਉਹ ਆਪਣਾ ਵਕਤ ਦੀ ਗੱਲ ਹੁੰਦੀ ਹੈ, ਉਹ ਨਿਕਲ ਜਾਂਦੀ ਹੈ, ਕੌਣ ਯਾਦ ਰੱਖਦਾ ਵੀ ਚੀਜ਼। ਲੇਕਿਨ ਮੈਂ ਇੱਕ ਹਿਸਾਬ ਲਾਇਆ, ਵਰਿਆਮ ਹੁਣ ਕਾਫੀ ਚੇਂਜ ਹੋ ਗਿਆ, ਹੁਣ ਨਾ ਉਹਨੂੰ ਬਦਨਾਮ ਕਰੋ। ਉਹਦਾ ਵਿਆਹ ਉਹ ਰਿਸ਼ਤਾ ਲੱਭ ਲਿਆ, ਉਹਨੂੰ ਠੀਕ ਲੈਣਾ ਨੇ। ਉਹਨੂੰ ਜਿਹੜੀਆਂ ਜਿੱਥੋਂ ਸੱਟਾਂ ਪਈਆਂ ਨੇ ਨਾ, ਉਹ ਉਹੀ ਜਾਣਦਾ। ਉਹ ਜਿਹੜਾ ਸਕਰੀਨਸ਼ਾਟ ਘੱਲਿਆ ਉਹਨੇ ਆਪਣੇ ਸਰਕਾਰ ਨੇ, ਅਠਵਾਲ ਸਾਹਿਬ ਫੋਟੋ ਖਿੱਚ ਕੇ ਪੜ ਲਓ। ਅਠਵਾਲ ਸਾਹਿਬ ਕੱਲ ਮੁਹੰਮਦ ਸਾਹਿਬ ਨੂੰ ਮਿਊਟ ਨਾ ਕਰੋ ਯਾਰ, ਕੋਈ ਮੋਟੀਵੇਟਰ ਉਹ ਛੱਡ ਦੋ ਯਾਰ, ਮਿਊਟ ਨਾ ਕਰੋ। ਅੱਛਾ ਅਠਵਾਲ ਸਾਹਿਬ ਕੱਲ ਨਾ ਵਰਿਆਮ ਦੀ ਬਰਾੜ ਤੇ ਬੈਠੇ ਸਨ ਤੇ ਵਰਿਆਮ ਮੁਹੰਮਦ ਸਾਹਿਬ ਆਪਣੇ ਅਹਿਮਦੀ ਭਾਈ ਨੇ, ਕੋਈ ਮਸਲਾ ਨਹੀਂ। ਅਠਵਾਲ ਸਾਹਿਬ ਮੇਰੀ ਗੱਲ ਸੁਣ ਲਓ, ਤੁਸੀਂ ਉਹਨਾਂ ਨੂੰ ਉੱਤੇ ਚੁੱਕ ਵਰਿਆਮ ਆਂਦਾ ਹੈ ਕਿ ਮੇਰੀ ਹੋ ਗਈ 40 ਤੇ ਮੈਂ 45 ਨਹੀਂ ਟੱਪਣ ਦੇਣੀ ਤੇ ਹੁਣ ਮੈਂ ਵਿਆਹ ਕਰ ਲੈਣਾ, ਤੇ ਇਸ ਲਈ ਉਹਦਾ ਬੜਾ ਤਾਂ ਖੁਸ਼ਗਵਾਰ ਜਿਹਾ ਮੂਡ ਹੈ ਅੱਜ ਕੱਲ ਦਾ। ਨਹੀਂ ਸਵੇਰੇ ਕੰਮ ਹੋ ਗਿਆ ਕਿ ਬੰਦੇ ਨੇ ਆ ਕੇ ਆਖਿਆ ਕਿ ਤੁਸੀਂ ਕਾਦੀਆਨੀ ਮੁਸਲਮਾਨਾਂ 'ਚ ਵੀ ਸ਼ਾਦੀ ਕਰਦੇ ਹੋ ਜਾਂ ਆਪਸ 'ਚ ਕਰਦੇ ਹੋ। ਨਾਸਰ ਭਾਈ ਦੇ ਆਪਣੇ ਬੱਚੀ ਦੀ ਸ਼ਾਦੀ ਕੀਤੀ ਨਾ, ਤੇ ਉਹਨੇ ਸਵਾਲ ਕਰਦਾ ਕਿ ਤੁਸੀਂ ਕਾਦੀਆਨੀ ਆਪਸ 'ਚ ਕਰਦੇ ਹੋ ਮੁਸਲਮਾਨਾਂ 'ਚ ਕਰਦੇ ਹੋ, ਤੇ ਨਾਸਰ ਭਾਈ ਨੇ ਬੜਾ ਸੁਤਰਾ ਜਵਾਬ ਕਹਿੰਦਾ ਭਾਈ ਅਸੀਂ ਕਰਦੇ ਹੀ ਮੁਸਲਮਾਨਾਂ 'ਚ ਹੈਗੇ ਆ। ਤੁਸੀਂ ਅੱਗੇ ਦੱਸੋ। ਨਹੀਂ ਨਾਸਰ ਭਾਈ ਨੇ ਨਹੀਂ ਸੀ ਕਿਹਾ। ਨਾਸਰ ਭਾਈ ਨੇ ਪਤਾ ਕੀ ਅਸੀਂ ਤੋਂ ਉਹਨੂੰ ਦੁਬਾਰਾ ਤੇਰੇ ਕੋਲ ਰਿਕਾਰਡਿੰਗ ਨਹੀਂ ਪੜੀ, ਉਹਨਾਂ ਨੇ ਕਿਹਾ ਸੀ ਅਸੀਂ ਆਂਦੇ ਕਰਨੇ, ਅਸੀਂ ਤੁਹਾਡੇ ਵਰਗੇ ਮੁਸਲਮਾਨਾਂ ਨਹੀਂ ਕਰਦੇ। ਨਹੀਂ ਉਹਨਾਂ ਨੇ ਕਿਹਾ ਅਸੀਂ ਨਹੀਂ ਤੁਹਾਡੇ ਵਾਂਗੂ ਮੁਸਲਮਾਨਾਂ ਹੀ ਨਹੀਂ, ਉਹਨਾਂ ਨੇ ਕਿਹਾ ਅਸੀਂ ਜਿਹੜੇ ਆ ਨਾ ਅਹਿਮਦੀ ਮੁਸਲਮਾਨਾਂ 'ਚ ਕਰਨੇ ਆ। ਨਹੀਂ ਉਹਨੇ ਉਹਨਾਂ ਦਾ ਵੀ ਨਾਂ ਨਹੀਂ ਲਿਆ, ਉਹਨੇ ਆਪਣਾ ਨਾਮ ਵੀ ਨਹੀਂ ਲਿਆ, ਉਹਨੇ ਕਿਹਾ ਅਸੀਂ ਨਾ ਸ਼ਾਦੀ ਕਰਦੇ ਹੀ ਮੁਸਲਮਾਨਾਂ 'ਚ ਆ, ਹੋਰ ਕਿਸੇ ਮਜ਼ਹਬ 'ਚ ਨਹੀਂ ਕਰਦੇ। ਉਹਨਾਂ ਨੇ ਕਿਹਾ ਸੀ। ਅੱਛਾ ਮੈਂ ਫਿਰ ਉਹ ਗੌਰ ਨਾਲ ਨਹੀਂ ਸੁਣਿਆ, ਪਰ ਇੱਕ ਰਿਕਾਰਡਿੰਗ ਮੈਨੂੰ ਵੀ ਭੇਜੋ। ਨਹੀਂ ਉਹ ਮੈਂ ਚਿੱਤਰ ਮਾਰਿਆ। ਮੈਂ ਆਪਣਾ ਰਿਸ਼ਤਾ ਪੇਸ਼ ਕਰਦਾ, ਆਪਣਾ ਤੇ ਵਰਿਆਮ ਦਾ ਰਿਸ਼ਤਾ ਪੇਸ਼ ਕਰਤਾ। ਸਾਹਿਬ ਸਾਹਿਬ ਨੂੰ ਤੁਸੀਂ ਕਹਿ ਦਿੱਤਾ ਵੇ, ਤੇ ਇਹਨਾਂ ਨੂੰ ਕਹੋ ਹੁਣ ਇਹ ਲਾ ਛੜਨ ਹੁਣ। ਅਠਵਾਲ ਭਾਈ ਇਹ ਕੋਈ ਗੱਲਾਂ ਚੋਂ ਗੱਲ ਨਹੀਂ ਹੈ, ਨਾ ਕੋਈ ਵਿੱਚ ਗਾਲ ਲਿਖੀ, ਨਾ ਤੁਹਾਡਾ ਨਾਂ ਲਿਖਿਆ, ਇਹ ਸਾਰਿਆਂ ਨੂੰ ਉਹਨਾਂ ਮੈਸੇਜ ਕੀਤਾ ਵਾ। ਨਾ ਮੈਂ ਤਾਂ ਲਾਇਆ ਵੀ ਦੋਸਤ ਸਕਰੀਨਸ਼ਾਟ ਲੈ ਕੇ ਤੇ ਪੜਨ ਭਾਈਆਂ ਨੂੰ ਪੜ ਲਾਂਦੇ। ਮੇਰੀ ਕਹਿਣ ਦਾ ਮਕਸਦ ਤੁਹਾਨੂੰ ਜੇ ਬਹੁਤਾ ਹੀ ਇਖਤਲਾਫ ਆ, ਅਸੀਂ ਉਹਨਾਂ ਨੂੰ ਕਾਲ ਮਿਲਾ ਲੈਂਦੇ ਆ, ਤੁਹਾਨੂੰ ਵਿੱਚ ਪਾਉਂਦੇ ਆ, ਉਹਨਾਂ ਨੂੰ ਤੁਸੀਂ ਪੁੱਛ ਲਓ ਭਾਈ ਕਿਉਂ ਮੈਨੂੰ ਕੱਲਿਆ। ਮੇਰੀ ਖਾਤਰ ਤੁਸੀਂ ਕਾਲ ਨਾ ਮਿਲਾਓ, ਉਹਨਾਂ ਦੀ ਲਾਈਵ ਚੱਲਣ ਦਿਓ। ਮੁਹੰਮਦ ਸਾਹਿਬ ਨੂੰ ਯਾਰ ਮਿਊਟ ਨਾ ਕੋਈ ਕਰੇ। ਆ ਜਾਓ ਮੁਹੰਮਦ ਸਾਹਿਬ। ਮਾਫੀ ਦੇ, ਅਸੀਂ ਕਿਸੇ ਨੂੰ ਮਿਊਟ ਕਰਦੇ ਹੀ ਨਹੀਂ। ਅਟਵਾਲ ਸਾਹਿਬ ਜ਼ਿਆਦਤੀ ਹੈ ਨਾ, ਹੁਣ ਜੇ ਨਹੀਂ ਆਪਣੀ ਬਰੋਡ ਤੇ ਯਾਰ ਲਿਖਣ ਦੇਣਾ ਤੇ ਦੱਸ ਦਿਓ, ਅਸੀਂ ਨਹੀਂ ਲਿਖਦੇ। ਨਹੀਂ ਕਿਸੇ ਮੋਟੀਵੇਟਰ ਨੇ ਤੁਹਾਨੂੰ ਕਰਤਾ, ਮੈਂ ਅਸੀਂ ਕਿਸੇ ਨੂੰ ਵੀ ਨਹੀਂ ਕੀਤਾ। ਅਸੀਂ ਮੋਡਰੇਟਰ ਹੈ ਜੀ ਆਪਣਾ ਮੁਹੰਮਦ ਸਾਹਿਬ। ਅਸੀਂ ਚੈੱਕ ਕਰ ਲਓ ਭਾਵੇਂ ਤੁਸੀਂ ਮਿਊਟ ਕਰਤਾ ਕਿ ਇੱਕ ਮੈਸੇਜ ਕੀਤਾ ਮਾਮਲਾ ਜਿਹੜਾ ਮੋਡਰੇਟਰ ਹੈ ਉਹਨੂੰ ਮੋਡਰੇਟਰ ਤੋਂ ਹਟਾਓ। ਮਾਮਲਾ ਕਿ ਆਪਣੇ ਮੁਹੰਮਦ ਸਾਹਿਬ ਜਿੱਦਾਂ ਤੁਹਾਨੂੰ ਮੈਂ ਕੱਲ ਮੈਸੇਜ ਲਿਖਦਾ ਰਿਹਾ, ਇਹ ਕੱਲ ਕਿਤੇ ਮੈਂ ਫਰਕਾਨ ਸਾਹਿਬ ਨਾਲ ਪਹਿਲਾਂ ਵੀ ਅਸੀਂ ਬਹਿੰਦੇ ਰਹੇ ਹਾਂ ਕਾਫੀ, 1-2 ਦਿਨ ਤੋਂ ਉਹਨਾਂ ਦੀ ਬਰਾੜ ਤੇ ਜਾ ਰਹੇ ਹਾਂ ਤੇ ਰਿਕੁਐਸਟਾਂ ਪਾ ਰਹੇ ਹਾਂ ਤੇ ਉੱਤੇ ਚੁੱਕਦੇ ਨਹੀਂ, ਡਿਸਕਨੈਕਟ ਕਰ ਦਿੰਦੇ ਨੇ। ਕੱਲ ਮੈਂ ਉਹਨਾਂ ਨੂੰ ਫੋਨ ਦੇ ਵਿੱਚ ਮੈਸੇਜ ਕੀਤਾ, ਮੈਂ ਕਿਹਾ ਤੁਸੀਂ ਕਿਸੇ ਵਜ੍ਹਾ ਨਾਲ ਡਿਸਕਨੈਕਟ ਕਰਤਾ ਜਾਂ ਤੁਹਾਡੇ ਕਿਸੇ ਮੋਡਰੇਟਰ ਨੇ ਕਰਤਾ ਤੇ ਤੁਹਾਡੇ ਕੋਲ ਸ਼ਾਇਦ ਤੁਹਾਨੂੰ ਇਲਮ ਨਾ ਹੋਏ। ਉਹਨਾਂ ਨੇ ਮੈਨੂੰ ਅੱਗੋਂ ਇਹ ਮੈਸੇਜ ਭੇਜਤਾ ਜਿਹੜਾ ਮੇਰੇ ਇਨਬਾਕਸ ਵਿੱਚ ਨਾ ਤਾਹਿਰ 139, ਤੁਹਾਨੂੰ ਜੇ ਕਹੋਗੇ ਉਹਦਾ ਵੀ ਸਕਰੀਨਸ਼ਾਟ ਭੇਜ ਦਾਂਗਾ ਤੁਹਾਨੂੰ। ਖਾਕ ਸਰ ਨੇ ਪੜ੍ਹ ਲਿਆ ਸਾਹਿਬ, ਉਹਨਾਂ ਦੇ 1-2 ਮੋਡਰੇਟਰ ਐਸੇ ਨੇ ਬਹੁਤ ਜਜ਼ਬਾਤੀ ਨੇ, ਬੰਦੇ ਨੂੰ ਥੱਲੇ ਲਾ ਦਿੰਦੇ ਨੇ। ਮੇਰੀ ਗੱਲ ਸੁਣੋ, ਉਹਨਾਂ ਦੇ 2-3 ਬੰਦੇ ਐਸੇ ਮੋਡਰੇਟਰ ਨੇ, ਉਹ ਜਜ਼ਬਾਤੀ ਹੋ ਗਏ। ਗੱਲ ਕਰਨ ਦੇ ਫਿਰ ਵਿੱਚ ਬੋਲੀ ਮੁਹੰਮਦ ਹੁਸੈਨ ਸਾਹਿਬ। ਫਿਰ ਉਹਨਾਂ ਨੇ ਇਹ ਲਿਖਿਆ ਕਿ ਮਤਲਬ ਕਿ ਤੁਹਾਡੇ ਜਿਹੜਾ ਅਮਲ ਦਖਲ ਹੈ ਇਹ ਮਤਲਬ ਕਿ ਮੇਰੀ ਵਜ੍ਹਾ ਨਾਲ ਜਾਂ ਤੁਹਾਡੀ ਵਜ੍ਹਾ ਨਾਲ, ਕਿਸੇ ਅਹਿਮਦੀ ਦੀ ਵਜ੍ਹਾ ਨਾਲ ਜਿਹੜਾ ਵੀ ਮੇਰਾ ਦਿਲ ਦੁਖਦਾ, ਮੇਰਾ ਦਿਲ ਇਹ ਕਬੂਲ ਨਹੀਂ ਕਰਦਾ ਕਿ ਤੁਸੀਂ ਜਾ ਕੇ ਕਿਤੇ ਗੁਸਤਾਖੀ ਕਰੋ ਜਾਂ ਗਾਲਾਂ ਕੱਢੋ ਜਾਂ ਗਾਲੀਬਾਜ਼ੀ ਕਿਸੇ ਬਰਾੜ ਤੇ ਬਵੋ, ਤੇ ਮੈਨੂੰ ਇਹ ਪਸੰਦ ਨਹੀਂ ਹੈ। ਤੁਸੀਂ ਲੋਕ ਮੇਰੀ ਬਰਾੜ ਦੇ ਉੱਤੇ ਆਓ ਤੇ ਥੱਲੇ ਬਵੋ ਤੇ ਥੱਲੇ ਬਹਿ ਕੇ ਟੈਪ ਕਰੋ ਤੇ ਤੁਸੀਂ ਸੁਣੋ, ਤੇ ਉੱਤੇ ਮੈਨੂੰ ਰਿਕੁਐਸਟ ਪਾਉਣ ਦੀ ਜ਼ਰੂਰਤ ਨਹੀਂ। ਠੀਕ ਹੈ, ਜੇ ਅਸੀਂ ਤੁਹਾਨੂੰ
ਨਹੀਂ ਤੁਸੀਂ ਚੁੱਕਦੇ ਨਾ ਚੁੱਕੋ, ਤੁਹਾਨੂੰ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਉਹਨਾਂ ਦਾ ਕਸੂਰ ਨਹੀਂ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਉੱਥੇ 2-3 ਮੋਡੀਏਟਰ ਜਜ਼ਬਾਤੀ ਹੁੰਦੇ ਆ। ਕਰਨ ਦੀ ਕੀ ਜ਼ਰੂਰਤ ਸੀ ਆਪਣੇ ਮੁਹੰਮਦ ਮੈਂ ਸਾਹਿਬ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਹਾਡੀ ਗੱਲ ਮੈਂ ਸੁਣੀ ਹੈ। ਮੈਂ ਆਪਣੀ ਰਾਏ ਦੇਣਾ ਚਾਹਨਾ, ਮੈਂ ਤਾਂ ਗੱਲ ਇਹ ਹੈ ਤੋਂ ਕਿ ਬਗੈਰ ਮੈਂ ਨਹੀਂ ਤੇ ਗੱਲ ਕਰਨ ਦੇ ਨਹੀਂ ਤੁਸੀਂ ਗੱਲ ਬਿਲਕੁਲ ਜਾਇਜ਼ ਕਰ ਰਹੇ ਹੋ ਔਰ 16 ਨੇ ਪੱਕੀ ਗੱਲ ਕਰ ਰਹੇ ਹੋ ਬਿਲਕੁਲ। ਤੁਸੀਂ। ਜਿਹੜਾ ਸੱਚਾਈ ਦੀ ਗੱਲ ਕਰਦਾ ਮੁਹੰਮਦ ਸਾਹਿਬ ਉਹ ਵੀ ਬੁਰਾ ਦੇਖੋ ਸੱਚਾਈ ਦੀ ਤੇ ਅਸੀਂ ਵੀ ਕਰ ਰਹੇ ਹਾਂ। ਮੈਂ ਕਿਹਾ ਉੱਥੇ ਮੋਡੀਏਟਰ ਆ 3-4 ਮੋਡੀਏਟਰ ਆ, ਉਹ ਜਜ਼ਬਾਤੀ ਹੋ ਜਾਂਦੇ ਆ, ਉਹਨਾਂ ਨੇ ਲਾਤਾ। ਲਾਲੀ ਆ ਗਿਆ ਤੇ ਹੁਣ ਤੁਸੀਂ ਗੱਲ ਮਤਲਬ ਕਿ ਮੈਂ ਆਪਣਾ ਪੁਆਇੰਟ ਆਫ ਵਿਊ ਦੇਦਾ, ਮੈਂ ਦੇਦਾ ਪੁਆਇੰਟ ਆਫ ਵਿਊ ਕਿ ਨਾ ਦਾ। ਦੋ ਪੁਆਇੰਟ। ਗੱਲ ਇਹ ਹੈ ਕਿ ਤੁਸੀਂ ਤੁਹਾਡੇ ਨਾਲ ਜ਼ਿਆਦਤੀ ਹੈ ਔਰ ਮੈਂ ਤੁਹਾਨੂੰ ਬੜੀ ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਤਾਹਿਰ 139 ਸਾਹਿਬ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਨੇ। ਜਿੱਥੇ ਵੀ ਜ਼ਿਆਦਤੀ ਹੋਏ ਉਹਦੇ ਖਿਲਾਫ ਆਵਾਜ਼ ਚੁੱਕਦੇ ਨੇ ਔਰ ਕੋਈ ਡਰਦੇ ਨਹੀਂ ਕਿ ਅੱਗੇ ਚਾਹੇ ਕਿਹੜਾ ਬੰਦਾ ਹੈ। ਤਾਹਿਰ 139 ਦੀ ਇਹੀ ਖਸੂਸੀਅਤ ਹੈ। ਇਹ ਯਾਰ ਨੈਟਵਰਕ ਨਹੀਂ ਆਉਣ ਡਿਆ, ਉੱਥੇ ਨਹੀਂ ਆਉਣ ਡਿਆ ਤੁਸੀਂ। ਅੱਛਾ, ਤਾਹਿਰ ਭਾਈ ਦਾ ਇਹ ਇੱਕ ਜੁਦਾਗਾਨਾ ਅੰਦਾਜ਼ ਹੈ ਜਿਹਦੀ ਵਜ੍ਹਾ ਤੋਂ ਤਾਹਿਰ 139 ਪਹਿਚਾਨੇ ਜਾਂਦੇ ਨੇ ਕਿ ਹੱਕ ਸੱਚ ਦੀ ਆਵਾਜ਼ ਚੁੱਕਣ ਤੋਂ ਬਾਜ਼ ਨਹੀਂ ਆਣਗੇ, ਚਾਹੇ ਜਿੰਨਾ ਮਰਜ਼ੀ ਬੰਦਾ ਹੋਏ। ਲੇਕਿਨ ਜਿਹੜੀ ਹੱਕ ਦੀ ਗੱਲ ਹੈ ਉਹਦੇ ਨਾਲ ਤਾਹਿਰ 139 ਖੜੇ ਹੋ ਜਾਂਦੇ ਨੇ ਤੇ ਅਸੀਂ ਸਭ ਤੁਹਾਨੂੰ ਸਲੂਟ ਕਰਨੇ ਆ। ਬਿਲਕੁਲ ਠੀਕ ਹੈ, ਤੁਸੀਂ ਹੱਕ ਦੇ ਉੱਤੇ ਹੋ। ਲੇਕਿਨ ਇਹਦੇ ਨਾਲ ਤੁਸੀਂ ਇਹ ਵੀ ਤੇ ਵੇਖੋ ਨਾ, ਤੁਸੀਂ ਤੁਹਾਡੇ ਕੋਲ ਤੇ ਤਾਕਤ ਹੈ, ਤੁਹਾਡੇ ਕੋਲ ਬਰੋਡ ਹੈ, ਤੁਸੀਂ ਬਰੋਡ ਲਾ ਲਈ ਔਰ ਤੁਸੀਂ ਆਪਣਾ ਇਜ਼ਹਾਰ ਕੀਤਾ, ਇਤਜਾਜ ਰਿਕਾਰਡ ਕਰਾਇਆ। ਲੇਕਿਨ ਮੈਨੂੰ ਵੀ ਤੇ ਤੁਹਾਡੀ ਬਰੋਡ ਤੇ ਹੁਣ ਮਿਊਟ ਕੀਤਾ ਗਿਆ ਤੇ ਮੈਨੂੰ ਵੀ ਇਜਾਜ਼ਤ ਦਿਓ ਕਿ ਤੁਹਾਡੇ ਇਸ ਮੋਡਰੇਟਰ ਦੇ ਖਿਲਾਫ ਮਿਊਟ ਕੀਤਾ, ਕਿਸੇ ਨੇ ਮਿਊਟ ਕੀਤਾ ਤਾਂ ਅਸੀਂ ਮਾਜ਼ਰਤ ਚਾਹੁੰਦੇ ਹਾਂ। ਮੈਂ ਸਰ ਤਾਬੇਦਾਰ ਠੀਕ ਹੋ ਗਿਆ, ਮਸਲਾ ਹੱਲ ਹੋ ਗਿਆ, ਤੁਸੀਂ ਮਾਜ਼ਰਤ ਕਰ ਲਈ ਔਰ ਆਪਣੇ ਮੋਡਰੇਟਰ ਨੂੰ ਸਿਰਫ ਇੰਨਾ ਪੈਗਾਮ ਦਿਓ ਕਿ ਇਜਾਜ਼ਤ ਦਿਓ ਜਾਂ ਅਸੀਂ ਵੀ ਤਾਹਿਰ ਭਾਈ ਨਾਲ ਗੱਲ ਕਰ ਲਈਏ ਕਦੀ ਕਦੀ ਨਹੀਂ। ਉਹ ਤੁਹਾਡੀ ਆਈਡੀ ਦਾ ਨਹੀਂ ਸੀ ਪਤਾ ਸ਼ਾਇਦ ਉਹਨਾਂ ਨੂੰ, ਤੇ ਉਹ ਕਈ ਗਾਲਾਂ ਕੱਢਦੇ ਨਾ ਉਹਨਾਂ ਨੂੰ, ਫਿਰ ਮੈਂ ਕਿਹਾ ਬਲਾਕ ਵੀ ਕਰ ਦਿਆ ਕਰੋ ਜਿਹੜਾ ਕੋਈ ਗਾਲ ਕੱਢਦਾ। ਠੀਕ ਆ। ਬਾਕੀ ਤਾਹਿਰ ਭਾਈ ਤੁਸੀਂ ਹੱਕ ਸੱਚ ਦੀ ਲੜਾਈ ਲੜਦੇ ਹੋ ਹਮੇਸ਼ਾ, ਤੁਸੀਂ ਇੱਕ ਸੱਚੇ ਇਨਸਾਨ ਹੋ ਔਰ ਸਾਫ਼ ਗੋ ਔਰ ਗੱਲ ਤੁਸੀਂ ਰੋਕਦੇ ਨਹੀਂ, ਤੁਸੀਂ ਗੱਲ ਕਰ ਦਿੰਦੇ ਹੋ ਕਿ ਪ੍ਰੈਸ਼ਰ ਨਹੀਂ ਲੈਂਦੇ। ਕੋਈ ਮੁਹੰਮਦ ਸੈਨ ਸਾਹਿਬ ਕੋਈ ਫੁੱਲਾਂ ਦੇ ਹਾਰ ਲਿਆਂਦੇ ਤੇ ਉਹ ਵੀ ਪਾ ਦਿਓ ਨੇ ਤਾਹਿਰ ਭਾਈ ਨੂੰ। ਯਾਰ ਤੂੰ ਆਪਣੀ अस्सलाम वालेकुम मोहम्मद साहब भाई की हाल है? ठीक हो? वालेकुम सलाम रियान भाई मौजूद हो जी अल्हम्दुलिल्लाह। मैं देख क्या लो शायद मॉडरेटर किते कोई अंडर मैट्रिक ना होवे। नहीं ਤੁਹਾਨੂੰ ਯਾਦ ਹੈ ਭਾਈਓ, ਤੁਸੀਂ ਭਾਈਓ ਮਹਾਰਾਜ ਰਿਆਮ ਭਾਈ ਤੁਹਾਡੇ ਵੇਖੋ ਨਾ ਦੌਰ ਦੇ ਵਿੱਚ ਤੁਹਾਡੀ ਹੁਕੂਮਤ ਦੇ ਵਿੱਚ ਜ਼ਿਆਦਤੀਆਂ ਹੋ ਰਹੀਆਂ ਨੇ। नहीं कोई ज्यादतियां नहीं। देखो गल है वे कि सानू इस चीज की खुशी है कि साडे बंदे जिहड़े ने वो हक सच की आवाज चुकते ने, भावें अपने भी खिलाफ जा रही है ना, फिर भी ਉਹਦੇ ਉੱਤੇ खड़े ਹੁੰਦੇ ਨੇ। ठीक है, सरकारियां तरह नहीं है, मुल्को अगीरे पुत पछीरे। मैं रियाम भाई एक होर गल भी सिੱਖੀ है ਪਿਛਲੇ ਕੁਝ ਸਾਲਾਂ 'ਚ। ਮੇਰਾ ਪੁਆਇੰਟ ਆਫ ਵਿਊ ਬੜਾ ਚੇਂਜ ਹੋਇਆ। ਮੇਰਾ ਅੱਜ ਦਾ ਜਿਹੜਾ ਪੁਆਇੰਟ ਆਫ ਵਿਊ ਦਾ ਹੁਣ ਪੁਆਇੰਟ ਆਫ ਵਿਊ ਨਾ ਮੇਰਾ ਉਹ ਹੈ ਕਿ ਅਹਿਮਦ ਦੀ ਗੁਸਤਾਖੀ ਕਰ ਹੀ ਨਹੀਂ ਸਕਦਾ, ਅਹਿਮਦ ਨਹੀਂ ਕਰਦਾ ਗੁਸਤਾਖੀ। ਅਹਿਮਦ ਦੀ ਕਦੀ ਵੀ ਕੋਈ ਐਸੀ ਗੱਲ ਨਹੀਂ ਕਰ ਸਕਦਾ ਜਿਹਦੇ ਨਾਲ ਤੁਸੀਂ ਸ਼ਾਤਮੀਅਤ ਦਾ ਉਹਦੇ ਉੱਤੇ ਇਲਜ਼ਾਮ ਲਾਓ। ਇਹ ਤਾਹਿਰ ਭਾਈ ਦੇ ਉੱਤੇ ਜਿਹੜਾ ਇਲਜ਼ਾਮ ਉਹਨਾਂ ਨੇ ਲਾਇਆ ਠੀਕ ਨਹੀਂ ਲਾਇਆ। ਮੇਰਾ ਅੱਜ ਦਾ ਮੈਂ ਵੀ ਸਿੱਖ ਰਿਹਾ ਨਾ ਐਸਾ ਚੀਜ਼ਾਂ ਨਾਲ ਕੋਈ ਦੋਸਤ ਕਹਿਣਗੇ ਯਾਰ ਮੁਹੰਮਦ ਸੈਨ ਤੁਸੀਂ ਤਾਂ ਪਹਿਲੇ ਕੁਛ ਹੋਰ ਗੱਲ ਕਹਿੰਦੇ ਸੋ ਤੇ ਹੁਣ ਕਿਉਂ ਕਹਿੰਦੇ ਹੋ। ਲੇਕਿਨ ਮੈਂ ਇਹਨਾਂ ਮੁਖਾਲਫਾਂ ਨੂੰ ਵੇਖ ਕੇ ਗੱਲਾਂ ਸਿੱਖੀਆਂ ਨੇ। ਭਾਈ ਦੇ ਖਿਲਾਫ ਗੱਲ ਕਰਨਾ ਠੀਕ ਨਹੀਂ। 2-3 ਦਿਨ ਪਹਿਲੇ ਦੀ ਗੱਲ ਹੈ, ਮੈਂ ਅਫਜ਼ਲ ਬਰਾੜ ਸਾਹਿਬ ਦੀ ਬਰਾੜ ਦੇ ਉੱਤੇ ਗਿਆ ਤੇ ਮੈਂ ਉੱਥੇ ਜਾ ਕੇ ਗੱਲ ਕੀਤੀ ਅਫਜ਼ਲ ਬਰਾੜ ਸਾਹਿਬ ਨੂੰ। ਇੱਕ ਮੌਕੇ ਤੇ ਨਾ ਇੱਕ ਕੰਮ ਐਸਾ ਹੋਇਆ ਸੀ ਕਿ ਆਪਣੇ ਇਮਰਾਨ ਕਾਲੂ ਭਾਈ ਨੇ ਨਾ ਇੱਕ ਜਗ੍ਹਾ ਤੇ ਹਦੀਸ ਪੜ੍ਹੀ ਤੇ ਉੱਥੇ ਯਾਨੀ ਕਿ ਲੜਾਈ ਸ਼ੁਰੂ ਹੋ ਗਈ। ਹਾਲਾਂਕਿ ਉਸ ਤੋਂ ਪਹਿਲੇ ਆਮਰ ਨਜ਼ੀਰ ਨੇ ਸਾਡੇ ਖਲੀਫਾ ਸਾਹਿਬ ਦੇ ਉੱਤੇ ਇੱਕ ਬੜਾ ਯਾਨੀ ਕਿ ਬੁਰਾ ਇਤਰਾਜ਼ ਕੀਤਾ। ਉਹਨਾਂ ਨੇ ਉਹਦੇ ਜ਼ਿੰਮਨ ਦੇ ਵਿੱਚ ਉਹਨਾਂ ਨੇ ਯਾਰ ਜੇ ਤੂੰ ਇਹਨੂੰ ਇੰਝ ਸਮਝਣਾ ਪਿਆ ਵੇ ਨਾ ਇਹ ਹਦੀਸ ਇਹਨੂੰ ਅਸੀਂ ਕਿੰਝ ਸਮਝੀਏ। ਹਾਲਾਂ ਉਹਨਾਂ ਨੇ ਇਹ ਨਹੀਂ ਆਖਿਆ ਕਿ ਇਹ ਇੰਝ ਦੀ ਗੱਲ, ਉਹਨਾਂ ਨੇ ਕਿਹਾ ਯਾਰ ਅਸੀਂ ਇਹਨੂੰ ਫਿਰ ਕਿੰਝ ਸਮਝੀਏ ਦੱਸ, ਕਿਆ ਇਹਨੂੰ ਅਸੀਂ ਇੰਝ ਲਈਏ। ਠੀਕ ਹੈ, ਉਹ ਲੜਾਈ ਹੋ ਗਈ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਅਫਜ਼ਲ ਬਰਾਜ ਮੇਰੀ ਬਰਾੜ ਤੇ ਆਉਂਦਾ। ਠੀਕ ਹੈ, ਇਮਰਾਨ ਕਾਲੂ ਅੱਗੇ ਬੈਠਾ ਤਾਂ ਉਹੀ ਗੱਲ ਚੱਲ ਰਹੀ ਹੁੰਦੀ ਹੈ ਤੇ ਅਸੀਂ ਉਸ ਇਮਰਾਨ ਕਾਲੂ ਨੂੰ ਕਹਿ ਰਹੇ ਹਾਂ ਯਾਰ ਛੱਡਿਆ ਕਿਉਂ ਯਾਰ ਇਹੋ ਜਿਹੀ ਗੱਲ ਦੇ ਵਿੱਚ ਯਾਨੀ ਕਿ ਚੁੱਕਦੇ। ਉਹਨਾਂ ਨੇ ਕਹਿੰਦਾ ਪਿਆ ਭਾਈ ਯਾਰ ਮੈਂ ਕੋਈ ਗੱਲ ਨਹੀਂ, ਉਹਨੇ ਇਹ ਗੱਲ ਕੀਤੀ ਹੈ ਮੈਂ ਉਹਦੇ ਅੱਗੇ ਇਹ ਗੱਲ ਰੱਖੀ ਹੈ। ਅਫਜ਼ਲ ਬਰਾਜ ਸਾਹਿਬ ਉਹਨੇ ਸਿਰਫ ਦੱਸਿਆ ਕਿ ਮੈਂ ਇਹ ਗੱਲ ਉਹਦੇ ਅੱਗੇ ਰੱਖੀ ਹੈ।
ਠੀਕ ਹੈ ਯਾਰ, ਕਿ ਇਹਨੂੰ ਅਸੀਂ ਫਿਰ ਕਿਸ ਨਾਲ ਸਮਝੀਏ। ਤੇ ਅਫਜ਼ਲ ਬੜੈਚ ਮੇਰੇ ਤੇ ਸ਼ਾਤਮੀਅਤ ਦਾ ਫਤਵਾ ਲਾ ਕੇ ਨਾ ਚਲਾ ਗਿਆ। ਅਫਜ਼ਲ ਬੜੈਚ ਕੌਣ ਹੈ? ਇਹ ਕੌਣ ਹੈ? ਇਹ ਵੀ ਇੱਕ ਨਵਾਂ ਆਇਆ ਹੈ ਮਾਸ਼ਾਅੱਲਾ। ਨੋਬਡੀ। ਅਫਜ਼ਲ ਬੜੈਚ ਇਜ਼ ਨੋਬਡੀ। ਅਫਜ਼ਲ ਬੜੈਚ ਸਭ ਨੂੰ ਤੇ ਕੌਣ ਜਾਣਦਾ? ਮੈਂ ਤਾਂ ਜਾਣਦਾ ਅਫਜ਼ਲ ਬੜੈਚ ਸਭ। ਆਂਦਿਆ ਮਾਸ਼ਾਅੱਲਾ ਇੱਕ ਸ਼ਾਗਿਰਦ ਨੇ ਸਾਨੂੰ ਜਮਾਤ 'ਚ ਦਿੱਤਾ ਹੈ। ਅਫਜ਼ਲ ਬੜੈਚ ਸਾਹਿਬ ਦੇ ਬਾਰੇ 'ਚ ਮੈਂ ਤੇ ਉਹਨਾਂ ਨੂੰ ਜ਼ਿਆਦਾ ਨਹੀਂ ਜਾਣਦਾ। ਕੁਛ ਲੋਕਾਂ ਨੇ ਦੱਸਿਆ ਸੀ ਕਿ ਇਹਨਾਂ ਦੀ ਬੜੀ ਇੱਜ਼ਤ ਕਰਨੀ ਹੈ ਕਿਉਂਕਿ ਇਹ ਜਮਾਤ ਦੇ ਹੱਕ 'ਚ ਨੇ। ਕੁਛ ਲੋਕਾਂ ਨੇ ਦੱਸਿਆ ਸੀ ਗੱਲ। ਇਹ ਗੱਲ ਠੀਕ ਹੈ? ਨਹੀਂ ਜਮਾਤ ਕੁਛ ਦੇ ਲੋਕਾਂ ਹੱਕ 'ਚ ਯਕੀਨ ਕਰੋ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਕੁਛ ਲੋਕਾਂ ਇੱਥੇ ਦੱਸਿਆ ਸੀ ਕਿ ਅਫਜ਼ਲ ਬੜੈਚ ਨਾਲ ਕਿਸੇ ਨੇ ਬਦਤਮੀਜ਼ੀ ਨਹੀਂ ਕਰਨੀ। ਦੇਖੋ ਬਹੁਤ ਉਹ ਜਿਹੜਾ ਜਮਾਤ ਦੇ ਹੱਕ 'ਚ ਕਹਿ ਰਿਹਾ ਕਿ ਬੰਦਾ ਮੇਰੇ ਨਾਨਾ ਜੀ ਦਾ, ਯਾਨੀ ਕਿ ਮੇਰੇ ਨਾਨਾ ਜੀ ਹੈ ਸਨ ਤੇ ਅੱਗੋਂ ਅਸੀਂ ਆਪਣੀ ਮਾਂ ਨੂੰ ਛਡਾ ਲਿਆ, ਤੂੰ ਹੱਕ ਦਿੰਦਾ ਕਿਸ ਤਰ੍ਹਾਂ ਅੱਛਾ ਜੀ, ਹੋਇਆ? ਵਰਿਆਮ ਸਾਹਿਬ, ਮਲਕ ਸਾਹਿਬ ਵੀ ਆ ਗਏ ਨੇ। ਮੁਹੰਮਦ ਸਾਹਿਬ अस्सलाम वालेकुम मलक भाई। ਮਲਕ ਸਾਹਿਬ ਤੇ ਆ ਗਏ ਨੇ। ਓ ਆਏ ਮਲਕ ਅਵਾਨ ਮੈਂ ਸਾਹਿਬ। ਇੱਕ ਛੋਟੀ ਜਿਹੀ ਗੱਲ ਕਰਨ, ਮੇਰੀ ਛੋਟੀ ਜਿਹੀ ਗੱਲ ਥੋੜੀ ਰਹਿ ਗਈ, ਮੈਂ ਹੋਰ ਜ਼ਿਆਦਾ ਮੁਖਤਸਰ ਕਰ ਲੈਣਾ ਵਾ। ਕਿ ਗੱਲ ਇਹ ਕਿ ਉਸ ਤੋਂ ਬਾਅਦ ਨਾ ਮੈਂ ਇਹਦੀ ਬਰਾੜ ਤੇ ਗਿਆ ਤੇ ਸਿੱਖ ਨੇ ਇੱਕ ਕੰਮ ਕੀਤਾ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੀ ਨਜ਼ਰ 'ਚ ਖੁਦਾ ਦੀ ਜ਼ਿਆਦਾ ਇੱਜ਼ਤ ਹੈ ਕਿ ਨਬੀ ਦੀ ਜ਼ਿਆਦਾ ਇੱਜ਼ਤ? ਅੱਲਾ ਦੀ ਜ਼ਿਆਦਾ ਇੱਜ਼ਤ, ਨਬੀ ਦੀ? ਕਹਿੰਦਾ ਸੋਚ ਕੇ ਕਹਿੰਦਾ ਜ਼ਾਹਰ ਹੈ ਅੱਲਾ ਦੀ। ਤੇ ਮੈਂ ਕਿਹਾ ਯਾਰ ਅੱਲਾ ਦੇ ਉੱਤੇ ਏਡੀ ਵੱਡੀ ਗੱਲ ਕੀਤੀ ਤੇ ਤੁਸੀਂ ਕਹਿੰਦੇ ਪਏ ਕਿ ਮੈਂ ਤੁਹਾਨੂੰ ਪਹਿਲੇ ਹੀ ਬਲਾਕ ਮਾਰਿਆ। ਚਲ ਕੋਈ ਨਹੀਂ, ਗੱਲ ਛੋਟੀ ਹੈ। ਤੇ ਮੈਂ ਕਿਹਾ ਮੈਨੂੰ ਵੀ ਤੁਸੀਂ ਫਤਵਾ ਲਾ ਕੇ ਤੇ ਮੇਰੇ ਕੋਲ ਤਾਂ ਕਦੇ ਵੀ ਨਹੀਂ ਆਏ ਹੈ, ਉਹਦੀ ਅੱਜ ਫਿਰ ਕਰਦੇ ਰਹੋ। ਚਲੋ ਯਾਰ ਕੋਈ ਨਹੀਂ, ਐਡੀ ਛੋਟੀ ਜਿਹੀ ਗੱਲ। ਮੈਂ ਕਿਹਾ ਐਸਾ ਕਿਸ ਤਰ੍ਹਾਂ ਤੁਸੀਂ ਕਰ ਲੈਂਦੇ? ਉਹਦੇ ਕੋਲ ਬੰਦਾ ਬੈਠਿਆ, ਉਹ ਕਹਿ ਰਿਹਾ ਵੀ ਯਾਰ ਉਹ ਤੇ ਮੁਸਲਮਾਨ ਹੈ ਨਾ, ਫਿਰ ਕੀ ਹੋ ਗਿਆ? ਗੁਜਰੋ ਛੱਡਿਆ ਕਰੋ, ਗੁਜਰੋ ਬਾਤ ਆ ਜੋ ਨਾ ਕਰਿਆ ਕਰੋ। ਇਹ ਕੁਝ ਨਹੀਂ ਲੋਕੀ ਹੈ। ਆ ਵੇਖੋ ਥੱਲੇ ਆਏ ਜੇ ਅਵਾਨ ਸਾਹਿਬ ਆਏ ਜੇ। ਆਓ ਆਗੇ ਤਲਤ ਭਾਈ। ਜੀ ਤਲਤ ਭਾਈ, अस्सलाम वालेकुम। वालेकुम सलाम। अल्लाह ਤਲਤ ਭਾਈ ਸੁਣਾਓ। ठीक है भाई जी, तुसी सुनाओ। ठीक ठाक। ਇਹ ਮਾਜ਼ ਲਾਏ ਜੇ? अजय माज पे लाने अजय लाए नहीं। ਸਹੀ ਹੈ। ਉਹ ਟੋਨੀ ਭਾਈ ਦਾ ਪਤਾ ਲੱਗਿਆ ਨਾ, ਅਕਰਮ ਮੂਹ ਸਾਹਿਬ ਦਾ? की हुआ ना? ਹਾਂਜੀ ਫੋਤ ਹੋ ਗਏ ਨੇ ਨਾ ਅਕਰਮ ਭਾਈ? इन्ना लिल्लाहि व इन्ना इलैहि राजिऊन। अकरम साहब फौत हो गए हैं? ਅਕਰਮ ਭਾਈ ਫੋਤ ਹੋ ਗਏ, ਪਰਸੋਂ ਫੋਤ ਹੋਏ। ਇਹ ਪਤਾ ਲੱਗਾ ਆਪਕੋ? ਸਾਡੇ ਤੇ ਬੜੇ ਅੱਛੇ ਯਾਰ ਸਨ, ਦੋਸਤ ਸਨ। ਇੱਥੇ ਹੀ ਯਾਰ ਬਣੇ टिकटॉक पे। और नहीं भाई क्या कर रहे हो? व्हाट्सएप ग्रुप पे मेरे प्यारे यार। वो व्हाट्सएप करो, टिकटॉक पे तो कभी भी नहीं आए वो। व्हाट्सएप पे हम लोग इकट्ठे बड़ी हैं। उनकी यादें छोड़ गए हैं। अस्सलाम वालेकुम, क्या हाल है? वालेकुम अस्सलाम। बड़ी यादें मलक साहब, ताहिर साहब ठीक हो? जी ब्राउन साहब, ਤੁਸੀਂ ਸੁਣਾਓ? अल्हम्दुलिल्लाह ठीक ठाक, शुक्र रब दा। वाह भाई वाह। ਹੋਰ ਸੁਣਾਓ ਨਵੀਂ ਤਾਜ਼ੀ? शुक्र रब दा जी। और की हो रहा ताहिर साहब? ਕੋਈ ਨਹੀਂ, ਬੈਠੇ ਆ ਵੈਸੇ ਹੀ। ਜਦੋਂ ਕੋਈ ਹੋਏਗਾ ਤੁਹਾਨੂੰ ਫਿਰ ਦੱਸਾਂਗੇ ਕੀ ਹੋਇਆ। और मलक साहब ठीक हो? अल्हम्दुलिल्लाह। आप सुनाए? शुक्र रब दा है जी। खुश रहे, आबाद रहे भाई। ਅੱਗੇ ਮੈਂ ਕਿਸੇ ਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ। ਮੈਂ ਕਿਹਾ ਚਲੋ ਜੀ, ਲੱਗਦਾ ਕਿਸੇ ਨੂੰ ਬਿਠਾਉਣਾ ਹੋਊਗਾ। ਨਹੀਂ, ਉਹ ਅੱਗੇ ਆਏ ਸੀ, ਨੈਟਵਰਕ ਨਹੀਂ ਸੀ ਆਉਣ ਡਿਆ ਤੁਹਾਡਾ। ਉਹ ਅੱਛਾ ਮੈਂ ਤਾਂ ਜਦੋਂ ਵੇਨਾ ਉਦੋਂ ਚੁੱਕ ਲਈਦਾ ਉਸ ਵੇਲੇ। ਮਾਸ਼ਾਅੱਲਾ ਜੀ, ਜ਼ਬਰਦਸਤ ਆ। बस जी इस्तगफार करना चाहिए, हर वक्त इस्तगफार करो, इस्तगफार करो। Right. मलिक साहब Very good. हाँ जी, कभी भी खुदा नहीं भूलना चाहिए, Very हमेशा good. विरत करो। साहब ने भी दसिया कि कुछ उन्होंने दरूद दसे ने, वो पढ़ने ने। दरूद इब्राहिमी भी पढ़ना है। फिर बंदा पढ़ता रहे तो फिर बंदा इन्ना मसाइल तो बचिया रहता है। जी जी। मेरे जो भी खामोश ख्याल हो में दोस्त, इस्तगफार करते रहन, दरूद पढ़ते रहन, इस तरह मुखालफिन तो बचा जा सकता है। मेरे ख्याल में तो ये पढ़ाई पढ़ुई तो मेरी समझ से बाहर है। इस्लाम में पढ़ाई यही है कि कुरान की है, कुरान को पढ़कर समझकर ज़िंदगी गुजारें।
یہ وظیفے میرے نزدیک تو کچھ بھی نہیں ہے، یہ سب جھوٹ دجل بے ایمانی ہے۔ ہاں وظیفہ آپ کے لیے ہے کہ آپ اپنی زبان میں اللہ سے کانٹیکٹ کریں اور جو دعا مانگنی ہے مانگیں۔ ملک صاحب یہ ਤੁਹਾਡਾ ਖਿਆਲ ਹੈ ਨਾ ਜਿਹੜੇ ਅਸੀਂ ਤੇ ਖਿਲਾਫਤ ਦੇ ਨਾਲ ਪਰੋਏ ਹੋਏ ਆ ਸਾਰੇ ਜਿੰਨੇ ਵੀ خلافت بھی ਦੋਸਤ نبی ਬੈਠੇ کے ਨੇ ساتھ پرویا ہوا ہے نا، نبی بھی قرآن کے ساتھ پرویا ہوا ہے۔ سنتے لو نا، آپ قرآن سے ثابت کریں یا نبوت سے ثابت کر بتائیں۔ پھر صاحب نے کیوں وظیفہ دیتا ہے روز پڑھنے واسطے؟ کون سی حدیث؟ حضرت خلیفۃ المسیح الخامس سید طلب نصر العزیز نے جنہیں بھی ابھی آپ نے ایک بہت اچھی بات کی، بات اور کرتے ہیں عمل اور کرنا چاہیے نا، ابھی سن لینا کرنا چاہیے۔ خلیفہ پرویا ہوا ہے نبی کے ساتھ، ویری گڈ، نبی پرویا ہوا ہے قرآن کے ساتھ، ویری گڈ۔ اب مین جڑ کہاں سے آ گئی؟ وہ قرآن سے یعنی اللہ سے۔ اس سے ثبوت دے دیں، آپ کہاں ہیں بتائیں، دکھائیں۔ بدعتیں مت بنائیں دین سب میں تو جو پہلے تو قرآن بحث یہ ہے، سب تو پہلے تو ملک صاحب بحث یہ ہے کہ درود ورد پڑھائیاں وظیفے ਇਹ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ, ਤੇ ਗੱਲ ਨੂੰ ਆਸਾਨ ਰੱਖਨੇ ਆ। ਤੁਸੀਂ ਕਿਹਾ ਹੈ ਕਿ ਨਹੀਂ ਕਰਨੇ ਚਾਹੀਦੇ, ਖਾਕ ਸਰ ਦਾ ਖਿਆਲ ਹੈ ਕਿ ਕਰਨੇ ਚਾਹੀਦੇ ਨੇ। ਇਹਦੀ ਦਲੀਲ ਇਹ ਹੈ, ਸਭ ਤੋਂ ਵੱਡੀ ਦਲੀਲ ਇਹ ਹੈ ਕਿ ਜਦੋਂ ਸਾਡੇ ਕੋਲ ਖਲੀਫਾ ਮੁਸਲਿਮੀਨ ਅਮੀਰੁਲ ਮੋਮਿਨੀਨ ਮੌਜੂਦ ਨੇ ਔਰ ਉਹਨਾਂ ਸਾਨੂੰ ਇੱਕ ਵਜ਼ੀਫਾ ਦਿੱਤਾ ਹੈ ਔਰ ਇਸਤਗਫਾਰ ਕਰਨਾ ਹੈ ਤੁਸੀਂ ਸਾਰੀ ਦਿਹਾੜੀ, ਉਹ ਬਕਾਇਦਾ ਇੱਕ ਪਲਾਨ ਹੈ, 100 ਦਫਾ ਤੁਸੀਂ ਦਰੂਦ ਇਬਰਾਹਿਮੀ ਪੜ੍ਹਨਾ ਹੈ। ਤੇ ਇਹਦੇ ਚ ਕਰਨ ਚ ਮੇਰੇ ਖਿਆਲ ਚ ਕੋਈ ਵੀ ਅਹਿਮਦੀ ਇਹਨੂੰ ਨਹੀਂ ਕਹਿ ਸਕਦਾ, ਤੁਹਾਡੀ ਗੱਲ ਨੂੰ ਓਨ ਨਹੀਂ ਕਰ ਸਕਦਾ ਕਿ ਇਹ ਫਜ਼ੂਲ ਗੱਲਾਂ ਨੇ ਨਹੀਂ ਕਰਨੀ ਚਾਹੀਦੀਆਂ। ਪੁੱਛ ਲੈਂਦੇ ਹਾਂ ਹੁਣੇ, ਅਸੀਂ ਟੈਸਟਿੰਗ ਕਰ ਲੈਂਦੇ ਹਾਂ, ਲਿਟਮਸ ਟੈਸਟ ਹੁਣੀ ਕਰ ਲੈਂਦੇ ਹਾਂ। ਵਰਿਆਮ ਸਾਹਿਬ, ਬਾਬਾ ਮਲੰਗੀ ਸਾਹਿਬ ਤੁਸੀਂ ਮੌਜੂਦ ਹੋ, سن لیں ਇਹ ਹੁਣੀ ਵੇਖ ਲੈਂਦੇ ਹਾਂ। بات اور غلطی سن لو صاحب نے وہ جو بتایا وہ ٹھیک نہیں بتایا انہوں نے۔ صاحب غلطی سن لو نا، آپ اپنی بات کر کے بس ختم ہو گیا، آپ جا کے پوچھ لو۔ میں کہ لٹمس ٹیسٹ کر لینے تہاڈی واری ہے نا اس بات بعد کیوں نہیں کرنے دے رہے بھائی؟ میرے نال لڑ پیو ملک صاحب، میں تہاڈے نال آپ نہیں بات لڑدا۔ نہیں کرنے دے رہے، اپنی بات کی جا رہے بس ختم۔ میری بات بھی سن لیں، پھر آپ جا کے وہاں سے دیکھ لیں ہم دونوں میں فرق کیا ہے، اس کا پھر جا کے دیکھ لیں کیا ہے۔ ابھی سن لیں، درود شریف جو ہم پڑھتے ہیں یہ دعا ہے، دعا ہے۔ استغفار کیا ہے؟ اللہ سے مغفرت مانگو، اپنے گناہوں کی معافی مانگو۔ یہ کوئی وظیفہ تھوڑی ہے کہ آپ وظیفہ بنا لو، یہ وظیفہ ہے۔ ابھی آپ کو اتنا ہی نہیں پتا، میں آپ سے کیا بات کروں؟ استغفار وظیفہ نہیں ہے، یہ اللہ سے آپ معافی مانگ رہے ہو، اپنے گناہوں سے معافی مانگ رہے ہو کہ مجھے بخش دے، میں معافی مانگتا ہوں، مجھے معاف فرما۔ یہ دعا ہے، یہ وظیفہ نہیں ہے۔ ایک تو آپ کی خدمت میں یاد، اور آپ جو درود بھیجتے ہو، درود بھی ایک دعا ہے، آپ اللہ سے دعا مانگ رہے ہو کہ تو نے جس طرح پہلے نبیوں پر رحمت کی، اس کی حال پر رحمت کی، اسی طرح محمد صلی اللہ علیہ وسلم پر بھی رحمت کی۔ یہ صرف ایک دعا ہے، اس میں کہاں لکھا ہوا ہے یہ وظیفہ ہے؟ ٹھیک ہے، ٹھیک ہوگی گل آ گئی، پھر کڈی سونی گل تہاڈی گل آ گئی ہے۔ ساڈا موضوع بحث یہ ہے کہ 100 دفعہ استغفر اللہ ربی من کل ذنب و اتوب الیہ، ایک بری چیز ہے کرنا جڑا سب نے وظیفہ دیتا ہے، یا اینو تسی کہو گے ਇਹਦੇ ਚ ਮੈਨੂੰ ਕੋਈ ਅੱਛੀ ਗੱਲ ਨਹੀਂ ਲੱਗਦੀ؟ ਆਪਣਾ ਕੌਣ ਸਾਹਿਬ ਕੀ ਕਹਿ ਰਹੇ ਹੋ ਤਾਹਿਰ ਭਾਈ؟ ਮੀਰ ਸਾਹਿਬ ਆਏ ਨੇ, ਮੀਰ ਲਤੀਫ ਸਾਹਿਬ। ਫਿਰ ਮੀਰ ਸਾਹਿਬ ਦੀ ਖਿਦਮਤ ਚ ਰੱਖਣੀ ਚਾਹੀਦੀ ਹੈ ਗੱਲ, ਫਿਰ ਅਸੀਂ ਕਿਉਂ ਗੱਲ ਕਰ ਰਹੇ ਹਾਂ? ਮੀਰ ਸਾਹਿਬ ਸਲਾਮ ਅਲੈਕੁਮ। ਮੀਰ ਸਾਹਿਬ ਖੁਦ ਆ ਗਏ ਨੇ। ਮੀਰ ਸਾਹਿਬ ایک مسئلہ آ گیا ہے کہ وظیفہ کی کیا تعریف ہے؟ ہاں دسو جی میر وظیفہ صاحب۔ کس کو کہتے ہیں؟ وظیفہ ہوتا ہے کہ آپ کو جیسے ہمارے مسلمان بھائی کہتے ہیں یہ آیت اتنی بار پڑھو تو یوں کر دو، ساتھ میں اتنے بار فلانی آیت پڑھو تو یوں ہو جائے گا۔ یہ آیتیں اس لیے نہیں ہیں، آیتیں یہ دعا ہیں، اور وہ دعا عربی میں سمجھو ہے تو آپ اپنی زبان میں، اللہ کو ساری زبانیں پتہ ہے، آپ کی دعا آپ کی زبان میں دل سے نکلی ہوئی، جو عربی آپ کو پتہ ہی نہیں ہے وہ دعا بھی مانگ رہے ہو اور آپ کو پتہ نہیں میں مانگ کیا رہا ہوں۔ تو اس سے بہتر ہے آپ اپنی زبان میں اللہ تعالیٰ سے جو دعا مانگنی ہے وہ مانگو۔ یہ وظیفے وہی ہیں جو ہمارے سرکاریوں نے بنائے ہوئے ہیں، اتنے بار الحمدللہ پڑھو، اتنے بار۔ لیکن قرآن کا کہ یہ حکم ہے کہ درود بھیجنا چاہیے اللہ کے رسول درود پر۔ کیا ہے؟ نہیں، میں جو ملک صاحب جو سوال پوچھا جائے نا پلیز اس کا جواب دیں۔ میں تو کہہ رہا ہوں ہے، لیکن درود ہے کہ تو یہ بس بھی تو ٹھیک دیکھ ہے، لیں اس نا۔ کو وظیفہ کہہ لیں، جو مرضی کہہ لیں، وہ کیوں قرآن کا کہہ لیں؟ حکم ایسے ہے۔ ہی کہہ لیں، وظیفہ کہہ لیں، اپنی مرضی ہے آپ کی، کہہ لیں وظیفہ۔ نہیں، آپ درود نہ اور کہیں، وظیفے میں آپ کوئی کو فرق نہیں مجبور آپ تو کو۔ نہیں کرتا، لیکن آپ بھی دوسروں کو مجبور نہیں کر سکتے۔ میں کب کہہ رہا ہوں میں نے آپ کو مجبور کیا ہے؟
नहीं तो बस ठीक है, आपने बात कर दी, अल्लाह अल्लाह खैर था, आपने भी कर दी बात, ठीक है। गर्म होने की क्या बात है, ये कुरान का हुक्म है कि वो अल्लाह के आप रसूल भी पर दूर गर्म नहीं हो, आप सिर्फ ये ना समझे कि मैंने कर दी तो मेरी आपकी कोई अथॉरिटी नहीं है ना। मैं मैं कब कह रहा हूँ था कि मैं तो कुरान की एक राय है, पेश कर रहा हूँ। बेशक आपकी राय है, मेरी भी एक दूसरे राय की है, बात भी सुनने की आदत डाली। बुजुर्गों ਮਲਕ ਇੱਕ ਸਾਹਿਬ ਦਫਾ ਚਲੋ ਤੁਸੀਂ ਤੁਹਾਨੂੰ ਗੱਲ ਕਰ ਬਾਅਦ ਲਈ ਲੈਨੇ ਹੈ, ਆ ਇੱਕ ਦਫਾ ਮੀਰ ਮਲਕ ਸਾਹਿਬ ਸਾਹਿਬ ਫਿਰ ਨਹੀਂ, ਉਹ ਮਲਕ ਸਾਹਿਬ ਗਲਤ ਲੋਗੋ ਗੱਲ ਹੋ ਉੱਥੇ ਕੋਈ ਜਾਂਦੀ ਗੱਲ ਹੈ। ਨਹੀਂ, ਮਲਕ ਸਾਹਿਬ ਲੋਗੋ ਉੱਥੇ ਨਹੀਂ ਉਹ ਫਿਰ ਕੋਈ ਗੱਲ ਮੀਰ ਨਹੀਂ, ਸਾਹਿਬ ਨਾਲ ਗੱਲ ਬਹਿਸ ਆਵੇ ਜਿਹੜੀ ਉਹ ਸਾਨੂੰ ਨਾ ਫਿਰ ਨਹੀਂ ਨਹੀਂ ਕੋਈ ਨਹੀਂ ਉੱਥੇ ਲਵੋ, ਕੋਈ ਨਹੀਂ ਬਹਿਸ ਨਹੀਂ ਇਹਦੇ ਚ। नहीं नहीं, ਵੇਖੋ बात साहब ये ਅਸੀਂ है, ਬੰਦੇ 7-8 बैठे हैं। बरियाम साहब, बात ये है कि मलिक साहब को मैंने खुद सुना हुआ है, ये निज़ाम को गालियां देते हैं, खलीफा वक्त को गालियां देते हैं, मैंने खुद सुना है, मैं सुनी सुनाई बात नहीं कर रहा। देखो मीर साहब एक मिनट होने थले तो चले गए ऐसे ने, एक शख्स से मिनट बात करना जो है ना वैसे ही मुनासिब नहीं है। ठीक हो गया। हाँ जी। गल है वे कि मोहम्मद हुसैन भाई ने गल रखी है कि खलीफा साहब ने यानी कि हदायत की है कि ਜਦੋਂ ਫਰੀ ਵਕਤ ਹੋਵੇ ਨਾ ਤੁਸੀਂ ਬੈਠੇ ਹੋ ਤੇ ਤੁਸੀਂ ਦਰੂਦ ਇਬਰਾਹੀਮ ਦਾ ਔਰ ਜਿਹੜੀ ਉਹਨਾਂ ਨੇ ਦੁਆ ਦੱਸੀ ਹੈ ਉਹਦਾ ਵਜ਼ੀਫਾ ਕਰੋ। ਸਹੀ ਹੈ। ਤੇ ਫਰੀ ਵਕਤ 'ਚ ਉਹਨਾਂ ਨੂੰ ਨਾਲ ਕਿਹਾ, ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਤੁਹਾਡੇ ਅੱਗੇ ਕੁਰਾਨ ਪਿਆ ਹੈ ਤੇ ਕੁਰਾਨ ਤੁਸੀਂ ਸਾਈਡ ਤੇ ਰੱਖ ਦਿਓ, ਇਹ ਵਜ਼ੀਫਾ ਇੰਨੀ ਦਫਾ ਕਰਨਾ ਹੈ ਤੇ ਤੁਸੀਂ ਇਹ ਭਾਰ ਚੜ ਜਾਣਾ ਹੈ। हाँ जी, ਠੀਕ ਹੈ। ਉਹਨਾਂ ਦਾ ਮਕਸਦ ਕੀ ਹੈ ਕਿ ਤੁਹਾਡੇ ਕੋਲ ਫ੍ਰੀ ਟਾਈਮ ਹੈਗਾ ਤੇ ਤੁਸੀਂ ਵਜ਼ੀਫਾ ਕਿ ਨਾ ਇੰਨੇ ਦਫਾ ਦਿਹਾੜੀ बरियाम ਵਜ਼ੀਫਾ साहब, ਕਰੋ ਤਾਂ असल बात ये है कि हजूर ने जो भी कहा है ना वो कुरान की के हुक्म को सिर्फ आगे पहुंचाया है। देखे मीर साहब उसके साथ और बहुत सारी है ना, वो अमीरुल मोमिनीन भी है ना, दूसरी बात ये मोमिनों के है अमीर भी तो कि है। दूसरी बात उनकी यह है कि जो अपनी बात- जुबान में दुआ करनी चाहिए, अपनी जुबान में दुआ करनी चाहिए, लेकिन बाज़ चीज़ें जो ऐसी हैं वो जायज़ नहीं है। मसलन नमाज में जायज़ है कि उर्दू ज़ुबान में आप नमाज पढ़नी शुरू कर दें। और सबसे बड़ी बात तो ये है कि कुरान ये कहता है कि जो खलीफा जो अल्लाह ताला ने बनाया है उसकी इताअत नहीं करता वो फासिक है। फासिक पता किसको कहते हैं? फासिक कहते हैं उस शख्स को जो कुरान को तो मानता हो, रसूल को मानता हो, अल्लाह के हुक्म को मानता हो, लेकिन उसकी बातों को ना माने, अमल उसका उसके खिलाफ हो। ये है फासिक की तारीफ। जज़ाकल्लाह। मीर साहब बड़ा अच्छा आपने वजाहत कर दी है, अल्लाह मियां आपको लंबी जिंदगी दे। बड़े ज़बरदस्त आपने बात को खोल के बयान किया है, वाजे कर दी है बात को। बिल्कुल यही मामला था। और दोस्त को मैं कह रहा था कि जब भी फारिग वक्त हो इस्तग़फ़ार करना चाहिए बजाय इसके कि फालतू बातों पे बड़ा टाइम ज़ाया करें। और हज़रत खलीफतुल मसीह ख़ामा सैयद तलब नसर अज़ीज़ ने भी यही फरमाया कि आप जो है ये विद करते रहें, दुरूद इब्राहिमी पढ़ें, अस्तग़फिरुल्लाह रब्बी मिन कुल्लि ज़ंबी व अतूबु इलैह। इसको भी उन्होंने तादाद के साथ बताया कि कम से कम इतनी दफ़ा रोज़ पढ़ें। तो मलिक साहब ने कहना शुरू कर दिया था कि नहीं 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 ये कोई ज़रूरी नहीं होता, ये कोई अच्छी बात नहीं है बल्कि फजूल बात। तो आपने आगे बात को संभाला है और वही बात जो कि खाकसर बात कर रहा था उसी की आपने तायीद की है। मैं मशकूर हूँ आपका। बरियाम साहब का भी यही ख्याल था। मलिक साहब का पॉइंट ऑफ व्यू थोड़ा अलग था, लेकिन आपने बड़े ज़बरदस्त तरीके से बात को खोला है। जज़ाकल्लाह। असल में मोहतरम बात ये होती है कि इन्होंने खलीफा की मुखालफत करनी है, चाहे वो कुरान की मुखालफत ही क्यों ना हो। भाई वो कुरान का हुक्म आगे पहुंचा रहे हैं कि दरूद शरीफ जो है वो कुरान का हुक्म है। सूरा अल अहज़ाब में लिखा हुआ है कि अल्लाह भी दरूद भेजता है आन सल्लल्लाहु अलैहि वसल्लम पर, फरिश्ते भी भेजते हैं, ए मोमिनो तुम भी भेजो। तो इसमें कुरान का हुक्म है, नाम कुरान का लेना और मुखालफत जो है वो कुरान की ही करना। जब कुरान कहता है तो खलीफा ने कहा हो या किसी ज़ैद बकर ने कहा हो वो ज़रूरी है। जज़ाकल्लाह। अच्छा अमीर साहब ये थोड़ी सी वजाहत कर रही है। फासिक जो खलीफा वक्त का जो हुक्म नहीं मानता वो तो फासिक है, बिल्कुल दुरुस्त बात है। ये बात भी आपने जबरदस्त की और इसका हमें हदीस से भी मिलता है। तो ये जो फासिक है ये काफिर से बाद की है? नहीं, फासिक का मतलब होता है कि जो अपने आप को मुसलमान कहे, कुरान को माने, खुदा को माने, खुदा के रसूल को माने, खलीफा को भी माने, लेकिन उसकी इताअत ना करे। यानी जो खुदा कहता है मैं भी खुदा पर ईमान रखता हूँ, लेकिन जो खुदा कहेगा मैंने वो बात नहीं माननी।
جی میں رسول اللہ صلی اللہ علیہ وسلم پر ایمان ہے میرا، لیکن جو انہوں نے تعلیم دیا اس کو میں نے نہیں ماننا، جیسے یہ ابھی فرما رہے کافر تھے. سے بھی بری کیٹیگری ہوئی کافر سے بھی. یہ تو کافر ایک تو کم لحاظ از سے کم ہاں جی ایک لحاظ سے بری ہے، کیونکہ اللہ تعالیٰ قرآن کریم میں فرماتا ہے اعوذ باللہ من الشیطان الرجیم بسم اللہ. بات وہ ہوتی ہے جو قرآن سے ہو، اپنی طرف سے نہیں. اعوذ باللہ من الشیطان الرجیم بسم اللہ الرحمن الرحیم یا ایھا الذین آمنوا لما تقولون ما لا تفعلون. کہ اے ایماندارو، دیکھیں ایمانداروں کو مخاطب کیا ہے کہ تم وہ بات کیوں کہتے ہو جس پر عمل نہیں کرتے. اگر میں کہوں کہ میں خلیفہ بکر کو مانتا ہوں، جی میں اللہ کو مانتا ہوں، رسول کو مانتا ہوں، لیکن ان کی کوئی بات نہ مانے، تو اللہ کہتا ہے آگے اگلی آیت ہے کہ اللہ تعالیٰ کے نزدیک یہ سب سے ناپسندیدہ بات ہے کہ تم کوئی بات کہو لیکن اس پر عمل نہ کرو. یہ ہے فاسق کی بے شک تعریف، یہ تو خود زیادہ خدا برا نے ہو کی گیا ہوئی پھر. ہے. یہ جو ملک عوان صاحب ہیں، یہ تو پھر وہی بات، یہ تو پورے آ رہے ہیں فاسق کے اوپر. ہاں جی اللہ میاں ان کو ہدایت یہ دے. دیکھیں ملک سورہ عوان صاحب نور کی جو آیت استخلاف ہے، ہر احمدی بچہ جانتا ہے، وہ پڑھ کے دیکھ لیں. اس کے آخر میں یہی بات لکھی ہوئی ہے کہ جو خلافت قائم ہونے کے بعد جو اللہ تعالیٰ کا وعدہ ہے اور پھر وہ ایمان نہ لائے اور خلیفہ کی اطاعت نہ کرے، وہ فاسق ہے. اگر آپ کہیں تو میں وہ آیت پڑھ کے آپ کو سنا دیں. وہ بالکل آیت بھی پڑھیں، لیکن یہ فاسق کسی کو کہا جا سکتا ہے اگر ثابت ہو جائے کہ یہ خلیفہ وقت کی بات نہیں مان رہا، اس کو فاسق کہا جا سکتا ہے. کہا جب قرآن کہہ رہا ہے تو اپنے قرآن کے حوالے سے کہنا ہے، اپنی طرف سے کچھ نہیں کہنا. یہ کتنے نمبر صورت کی ایک سیکنڈ میں بتاتا ہوں، میں بتاتا ہوں. ملک عوان صاحب تو فاسق نکلے ہیں، میں تو یہ نہیں سمجھ رہا تھا کہ یہ ایسے نکلیں گے. فاسق ہے. میں بھی ایک بات کرنا چاہ رہا ہوں اگر اجازت ہو تو. ایک سیکنڈ ذرا میں قرآن کی آیت پڑھ لوں پھر ضرور کریں گے. میری بھائیوں سے درخواست ہے کہ سب سے پہلی دلیل جو ہے نا وہ قرآن سے ہونی چاہیے. قرآن سے مضبوط دلیل اور کوئی نہیں ہے. جی اعوذ باللہ من الشیطان الرجیم بسم اللہ الرحمن الرحیم. میں صرف ترجمہ پڑھوں گا، عربی پڑھنے کی ضرورت نہیں ہے، سب عربی جانتے ہیں کہ وہ کہاں. تم میں سے جو لوگ ایمان لائے، یہ سورہ نور ہے اور بسم اللہ سمیت آیت نمبر 56 ہے. تم میں سے جو لوگ ایمان لائے اور نیک اعمال بجا لائے، ان سے اللہ نے پختہ وعدہ کیا ہے کہ انہیں ضرور زمین میں خلیفہ بنائے گا، جیسا کہ اس نے ان سے پہلے لوگوں کو خلیفہ بنایا، اور ان کے لیے ان کے دین کو جو اس نے ان کے لیے پسند کیا ضرور تمکنت عطا کرے گا، اور ان کی خوف کی حالت کے بعد ضرور انہیں عمل کی حالت میں بدل دے گا، اور وہ میری عبادت کریں گے، میرے ساتھ کسی کو شریک نہیں ٹھہرائیں گے، اور جو اس کے بعد بھی ناشکری کرے تو یہی وہ لوگ ہیں جو نافرمان ہیں. اور لفظ ہے بعد ذالک فاولئک هم الفاسقون. فاسق کس کو کہا گیا ہے؟ نافرمان کو، یعنی ایمان لائے لیکن اطاعت نہ کرے. اور آگے اور نماز کو قائم کرو، زکوٰۃ ادا کرو، رسول کی اطاعت کرو تاکہ تم پر رحم کیا جائے. آگے پھر اطاعت کا مضمون ہے، اور اس آیت سے پہلے بھی اطاعت کا مضمون ہے. آیت نمبر 55 ہے، کہہ دے کہ اللہ کی اطاعت کرو اور رسول کی اطاعت کرو. دیکھیں گھیرا ہوا ہے اطاعت کی آیات نے، آیت استخلاف کو. اتنی اہمیت ہے اطاعت کی. اگر ہم خلیفہ وقت ہمارے آقا کہتے ہیں ان کی بات کوئی بھی نہیں مانتا. امیر صاحب یہ آیت نمبر کیا تھی؟ 55 اور 56. اوکے 55 سے 57 تک پڑھیں، اطاعت کا مضمون چل رہا ہے. جی آپ جاری رکھیں. اور لکھا ہوا ہے کہ وہ نافرمان ہے، فاسق کہتے ہیں نافرمان کو. جی فرمائیں. اچھا میر صاحب، ملک صاحب تو چلے گئے ہیں، یہ نہیں ہے تو کوئی چگلی والی بات ہے، یہ بھی سیکھنے والی بات ہے
تو اکثر جو ہے نا ملک صاحب سے جو ہے نا بحث ہوتی ہے تو وہ یہ کہتے ہیں تو آپ لوگ جو ہے نا تو اپنی مرضی سے جو ہے نا تو کسی کو افضل بنا دیتے ہیں، ایسا کرتے ہیں، تو سارے نبی جو ہے نا وہ برابر ہیں، تو آپ لوگ غلط عقیدے لے کے بیٹھ گئے، تو اس کے بارے میں تھوڑا سا روشنی ڈال دیں۔ وہ کہتے ہیں سارے نبی برابر ہیں۔ نہیں، قرآن کریم کہتا ہے برابر نہیں ہے۔ قرآن کریم کو کہتا ہے کہ ہم نے فضیلت دی ہے ایک میں ابھی آپ کو آیت پڑھ دیتا ہوں۔ اب ہم نے قرآن کو ماننا ہے کہ ان کو ماننا ہے؟ جہاں یہ لکھا ہے نا فرق نہ کرو، وہاں یہ فرق نہیں ہے کہ عہدے کے اپنا مرتبے کے لحاظ سے فرق نہ کرو، وہاں یہ ہے کہ ایمان لانے کے لحاظ سے فرق نہ کرو، کہ ہم نے ایک کو ماننا ہے دوسرے کو نہیں ماننا۔ اب میں آپ کی خدمت میں وہ قرآن کی آیت پڑھتا ہوں جہاں واضح رنگ میں کہا ہے کہ ہم نے نبیوں کو، رسولوں کو ایک دوسرے پر فوقیت دی ہے۔ پہلے تو وہ آیت میں پڑھتا ہوں جہاں یہ لکھا ہے کہ فرق نہیں کرنا، جو ایک ہی آیت پڑھ کے نہیں فیصلہ، سارا قرآن پڑھ کے فیصلہ کرنا چاہیے۔ یہ ہے سورہ بقرہ کی آخری آیات جو ہیں، اعوذ باللہ من الشیطان الرجیم، بسم اللہ الرحمن الرحیم، آمن الرسول بما انزل الیہ من ربہ والمؤمنون، کہ رسول پر ایمان لاؤ جو اس کے رب کی طرف سے اس کی طرف اتارا گیا ہے، اور مومن بھی، ان میں سے ہر ایک ایمان لے آیا ہے اللہ پر۔ اب کس چیز پر ایمان لانا ہے؟ اللہ پر، اس کے فرشتوں پر، اس کی کتابوں پر، اس کے رسولوں پر۔ یہ کہتے ہوئے دیکھیں جمع کا صیغہ ہے رسولوں پر، ہم اس کے رسولوں میں سے کسی کے درمیان تفریق نہیں کریں گے۔ یہاں تفریق سے مراد ہے ایمان لانے سے تفریق نہیں کریں گے، مرتبے کا ذکر نہیں ہے یہاں، کہ ایمان لانے کے لحاظ سے ہم کسی میں فرق نہیں کریں گے کہ ایک کو مانیں گے دوسروں کو نہیں مانیں گے۔ یہ ہے فرق سے مراد۔ اب آپ کی خدمت میں عرض کرتا ہوں کہ جو یہ لکھا ہے کہ بھائی ہم نے رسولوں کے ایک دوسرے پر فوقیت دی ہے مرتبے کے لحاظ سے، وہ میں آپ کی خدمت میں آیت پڑھتا ہوں، ایک سیکنڈ۔ تو یہاں صاف ایمان کا ذکر ہے، مرتبے کا تو ذکر ہی نہیں یہاں۔ سیاق و سباق کو مد نظر رکھتے ہوئے قرآن کو سمجھنا چاہیے۔ اب اگر کہتے ہیں جی کوئی مرتبہ فرق نہیں ہے، تو حضرت صلی اللہ علیہ وآلہ وسلم کو خاتم النبیین کہا ہے، باقی نبیوں کو کہا ہے خاتم النبیین۔ حضرت صلی اللہ علیہ وآلہ وسلم کو رحمت للعالمین کہا ہے، باقی نبیوں کو کہا ہے۔ تو خدا نے جب خود فرق ڈالا ہے تو بندے کی کیا حیثیت ہے کہ وہ خدا کے حکم کو نہ مانے اور اپنی چلاکیاں بیچ میں ڈالے؟ بتائیں مجھے، یہ دو مرتبے میں نے مثال کے طور پر پیش کیے ہیں، یہ دوسرے نبیوں کو عطا ہوئے ہیں؟ نہیں، بالکل نہیں ہوئے جی۔ تو پھر فرق ہو گیا کہ نہیں؟ جی ہو گیا، بالکل۔ تو جب خدا نے خود فرق ڈالا ہے تو ہم اپنی چلاکیوں سے کہیں جی کہ نہیں جی فرق نہیں کرنا چاہیے نبیوں میں؟ اور بھائی ایمان کے لحاظ سے فرق نہیں کرنا چاہیے، کہ ایمان سب پہ لانا ہے، درجہ کے لحاظ سے نہیں، فضیلت کے لحاظ سے نہیں۔ اصل میں بات یہ ہے نا میر صاحب، تو انسان کے پاس علم نہ ہو تو اس کو چاہیے تو علم جو ہے نا تو خود جو ہے نا تو سیکھے۔ اگر خود بھی کوشش نہیں نہ کر سکتا تو پھر ایسی جو ہے نا تو مجلس میں بیٹھنا چاہیے جہاں جو ہے نا کچھ سیکھنے کو انسان کو ملے۔ تو کچھ لوگ ایسے ہوتے ہیں وہ خود بھی سیکھتے نہیں، اکیلے بیٹھ کے کچھ پڑھتے نہیں، اور کچھ جو ہے نا تو اگر محفل میں آتے ہیں نا تو ان کا دماغ میں وہی جو ہوتا ہے نا وہ پھرکی ہوتی ہے، تو وہ کہتے ہیں نہیں جو ہم بات کر رہے ہیں وہی ٹھیک ہے، حالانہ کہ وہ بات اللہ اور اس کے رسول کے خلاف کر رہے ہوتے ہیں۔ جی یہ ملک ابو بکر صاحب آئے ہیں۔ جی ملک صاحب السلام علیکم رحمۃ اللہ۔ جی جناب۔
कोई बात पूछनी है, कोई करनी है, कोई बतानी है? एक और सवाल है मीर साहब, एक और सवाल है, क्या हजरत ईसा अलैहिस्सलाम और जो बाइबल में यसु आया है तो ये नाम जो है तो ये हजरत ईसा अलैहिस्सलाम का ही है? मोहतरम बात सुने, जो है ना नाम वो ज़ुबानों के लिहाज से बदल जाते हैं। जी जी। देखें ना, बाज़ जो ज़बानें हैं उनमें बाज़ लफ्ज़ है ही नहीं। मसलन पाकिस्तान, हम अपनी ज़ुबान में पाकिस्तान कहते हैं ना जी जी, पाकिस्तान कहते हैं। तो अरबी में पे है ही नहीं, तो वो क्या करेंगे? पाकिस्तान, अरबी ज़बान में पे है ही नहीं है, तो वो पाकिस्तान बोलते हैं, तो बदल गया ना नाम। जी जी। अब मौजूदा ग्रीक जो न्यू टेस्टामेंट है वो ग्रीक में लिखी हुई है। अब मैं आपको बताता हूँ कहाँ कहाँ इन्होंने खुद नाम बदले हुए। ग्रीक ज़बान में जे का लफ्ज़ है ही नहीं। जे, जिसको जर्मन में युत कहते हैं और अंग्रेज़ी में जे कहते हैं, ग्रीक ज़बान में ये लफ्ज़ है ही नहीं है। तो अंग्रेज़ी में जीसस कहते हैं ना जी जी। और जो ग्रीक ज़बान है जिसमें आजकल ये न्यू टेस्टामेंट लिखी हुई है वहाँ जे है ही नहीं। अगर वो प्रोनाउंसिएशन करेंगे ना बनता है ईसुस। अब एस जो है ना ये भी ग्रीक ज़बान में पर्सनल नामों के साथ ज़्यादा कर दिया जाता है। ग्रीक ज़बान का ये असूल है कि नाम के आखिर में वावल नहीं आता, यानी ए आई ई ओ यू ये लफ्ज़ नामों के आखिर में नहीं आएंगे। हर नाम के सामने आगे एस बढ़ा देते हैं। तो ईसुस का एस भी निकाल दें तो बाकी क्या रह गया? ईसू। ठीक है। अब ईसू का लफ्ज़ यसू के ज़्यादा करीब है या ईसा के ज़्यादा करीब है? आप खुद फैसला करें। मगर हजरत मसीह मौला अलैहिस्सलाम ने ये भी लिखा है ना, तो हम ऐसे यसू को नहीं जानते, उसका कुरान पाक में कोई जिक्र नहीं है। नहीं, वो ये नाम के मुतल्लिक नहीं कहा। वो ये कहा है कि जो करैक्टर कुरान पेश करता है हज़रत ईसा अलैहिस्सलाम का वो बाइबल में नहीं है। जो बाइबल पेश करता है करैक्टर वो कुरान में नहीं है। मसलन मैं एक मिसाल आपको देता हूँ। बाइबल में लिखा हुआ है कि एक दफ़ा उनकी वालिदा उनको मिलने आई और उन्होंने कहा, और भाई भी आए साथ, वालिदा भी आई, तो वो कहीं वाज फरमा रहे थे तो कहीं मकान के अंदर बैठे हुए थे, बाहर वो खड़े थे। उन्होंने कहा कि हम अपने बेटे को मिलना चाहते हैं। तो जब हज़रत ईसा अलैहिस्सलाम को बकौल बाइबल के ये पैगाम पहुँचाया गया तो उन्होंने कहा, कौन है मेरे भाई, कौन है मेरी माँ? मेरी माँ और मेरे भाई वो हैं जो खुदा की तालीम पर अमल करते हैं, उसके मुताबिक ज़िंदगी गुजारते हैं। और फिर अपने हवारियों की तरफ इशारा किया कि तुम हो मेरे माँ बाप, माँ और तुम हो मेरे भाई। इसका मतलब ये है कि नऊज़ु बिल्लाह मिन ज़ालिक, एक नबी ने अपनी माँ की हकारत की, एक नबी ने अपनी माँ की बात नहीं मानी,